ਹਾਂਜੀ ਹਾਂ, ਮੈਂ ਤੁਹਾਨੂੰ ਤਾਂ ਸੀਗਾ ਥੋੜ੍ਹਾ ਕਰਕੇ ਮੈਂ ਤੁਹਾਡੇ ਨਾਲ ਤੁਸੀਂ ਪਹਿਲੇ ਤਾਂ ਜੀ ਜੀ ਮੈਂ ਤੁਹਾਡੇ ਸਾਰਿਆਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਅਤੇ ਥੈਂਕਸ ਕਰਦਾ ਕਿ ਤੁਸੀਂ ਬੜੇ ਸ਼ਾਰਟ ਐਂਡ ਨੋਟਸ 'ਤੇ ਜਿਹੜਾ ਸਾਡੇ ਅੱਜ ਦੇ ਵੈਬੀਨਾਰ ਦੇ ਵਿੱਚ ਜਿਹੜਾ ਆਪਣੀ ਸ਼ਮੂਲੀਅਤ ਜਿਹੜੀ ਕੀਤੀ ਹੈ। ਮੈਂ 2 ਮਿੰਟ ਲਾਇਆ ਜਿਹੜੇ ਇਹਦੇ ਖਾਸ ਕਰਕੇ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦਾ ਜਿਹੜਾ ਵੈਬੀਨਾਰ ਆ ਇਹ ਜੋ ਸਾਡੇ ਪੰਜਾਬ ਦੀ ਸਮੱਸਿਆ ਉਹਨਾਂ ਦੇ ਤਹਿਤ ਅੱਜ ਆਪਾਂ ਸਾਡੇ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਦਾ ਜਿਹੜਾ 151ਵਾਂ ਜਿਹੜਾ ਜਨਮ ਦਿਨ ਆਪਾਂ ਮਨਾ ਰਹੇ ਹਾਂ। ਸੋ ਇਹ ਬਹੁਤ ਸਾਡੇ ਵਾਸਤੇ ਇੰਪੋਰਟੈਂਟ ਜਿਹੜਾ ਡੇ ਆ। ਇਸ ਦਿਨ ਨੂੰ ਆਪਾਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਪਹਿਲੇ ਵੀ ਮਨਾਉਂਦੇ ਹਾਂ, ਭਾਵੇਂ ਆਪਾਂ ਸਵੱਛਤਾ ਦੇ ਤੌਰ 'ਤੇ ਆਪਾਂ ਇਹਨੂੰ ਕਹੀਏ, ਵੱਖ-ਵੱਖ ਸਕੂਲਾਂ ਦੇ ਕੰਪੀਟੀਸ਼ਨ ਵੀ ਬੱਚਿਆਂ ਨੂੰ ਕਰਾਉਂਦੇ ਆ ਆਪਣੇ, ਤਾਂ ਜੋ ਸਾਡੇ ਜਿਹੜੇ ਫਰੀਡਮ ਫਾਈਟਰ ਆ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਉਹਨਾਂ ਨੂੰ ਆਪਾਂ ਯਾਦ ਰੱਖ ਸਕੀਏ। ਸੋ ਅੱਜ ਦਾ ਜਿਹੜਾ ਵੈਬੀਨਾਰ ਉਹ ਵੀ ਇੱਕ ਉਹਨਾਂ ਦੀ ਜੋ ਸੋਚ ਆ ਸਵੱਛ ਭਾਰਤ। ਆਪਾਂ ਸਾਰੇ ਜਾਣਦੇ ਹਾਂ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕਿਉਂਕਿ ਆਪਾਂ ਖੇਤੀ ਦੇ ਵਿੱਚ ਜਿਹੜਾ ਆਪਾਂ ਨਿਰਭਰ ਆ, ਖੇਤ ਮੁੱਖ ਸਾਡੀ ਖੇਤੀ ਆ। ਪਿਛਲੇ 50 ਸਾਲਾਂ ਦੇ ਵਿੱਚ ਆਪਾਂ ਫਸਲਾਂ ਦੇ ਵਿੱਚ ਝਾੜ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ। ਅਨਾਜ ਦੇ ਜਿਹੜੇ ਭੰਡਾਰ ਆਪਾਂ ਭਰੇ ਆ, ਸੈਂਟਰ ਪੂਲ ਦੇ ਵਿੱਚ ਬਹੁਤ ਵੱਡਾ ਪੰਜਾਬ ਨੇ ਜਿਹੜਾ ਯੋਗਦਾਨ ਪਾਇਆ। ਪਰ ਉਹਦੇ ਨਾਲ ਨਾਲ ਜਿਹੜੇ ਸਾਡੇ ਕੁਝ ਕੁਦਰਤੀ ਸੋਮੇ ਆ ਉਹਨਾਂ ਦੇ ਵੱਲ ਆਪਾਂ ਜਿਹੜਾ ਉਹਨਾਂ ਧਿਆਨ ਨਹੀਂ ਰੱਖ ਸਕੇ। ਸਾਡੇ ਕਈ ਕੁਦਰਤੀ ਸੋਮੇ ਜਿਹੜੇ ਆ ਉਹ ਨਸ਼ਟ ਹੋਏ ਆ, ਜਿਨ੍ਹਾਂ ਸਾਡੇ ਜਿਹੜੇ ਜਦੋਂ ਆਪਾਂ ਕੁਦਰਤੀ ਸੋਮਿਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ 3 ਜਿਹੜੇ ਕੁਦਰਤੀ ਸੋਮੇ ਆ, ਮਿੱਟੀ, ਪਾਣੀ ਤੇ ਹਵਾ। ਆਪਾਂ ਸਾਰੇ ਜਾਣਦੇ ਹਾਂ, ਜੇ ਪਾਣੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ 50 ਸਾਲਾਂ ਦੇ ਵਿੱਚ ਜਿਹੜਾ ਸਾਡੇ ਕਾਫੀ ਜਿਹੜਾ ਲੈਵਲ ਜਿਹੜਾ ਪਾਣੀ ਦਾ ਜਿਹੜਾ ਉਹ ਥੱਲੇ ਚਲਾ ਗਿਆ। ਜੇ ਆਪਾਂ ਪੰਜਾਬ ਵਿੱਚ ਜਿਹੜੇ ਸਾਡੇ 80% ਜਿਹੜੇ ਬਲਾਕ ਆ ਉਹ ਡਾਰਕ ਜ਼ੋਨ ਦੇ ਵਿੱਚ, ਜਿੱਥੇ ਬਹੁਤ ਜ਼ਿਆਦਾ ਪਾਣੀ ਥੱਲੇ ਆ, ਜਿੰਨਾ ਪਾਣੀ ਰਿਚਾਰਜ ਹੋਣਾ ਚਾਹੀਦਾ ਉਨਾ ਨਹੀਂ ਹੋ ਰਿਹਾ, ਪਾਣੀ ਆਪਾਂ ਜ਼ਿਆਦਾ ਕੱਢ ਰਹੇ ਹਾਂ। ਸੋ ਜੇ ਆਪਾਂ ਹਵਾ ਦੀ ਗੱਲ ਕਰਦੇ ਆਪਾਂ ਸਾਰੇ ਜਾਣਦੇ ਹਾਂ ਕਿੰਨਾ ਪ੍ਰਦੂਸ਼ਿਤ ਜਿਹੜਾ ਇਕੱਲਾ ਆਪਾਂ ਐਗਰੀਕਲਚਰ ਦਾ ਨਹੀਂ, ਇੰਡਸਟਰੀ ਕਿੰਨਾ ਉਹਦੇ ਆ ਆਪਾਂ ਸਾਰੇ ਜਾਣਦੇ ਹਾਂ। ਹਵਾ ਦੇ ਵਿੱਚ ਕਿੰਨੇ ਵਾਹੀਕਲ ਹੋ ਗਏ, ਹਵਾ ਦੇ ਵਿੱਚ ਕਿੰਨਾ ਪ੍ਰਦੂਸ਼ਿਤ ਆ, ਫੈਕਟਰੀਆਂ ਦਾ ਪਾਣੀ ਜਿਹੜਾ ਉਹ ਥੱਲੇ ਜਾ ਰਿਹਾ, ਉਹਨਾਂ ਦੀ ਕੋਈ ਚਾਰਜਿੰਗ ਸਹੀ ਤਰੀਕੇ ਨਾਲ ਉਹਦੀ ਜਿਹੜੀ ਆ ਉਹ ਨਹੀਂ ਹੋ ਰਹੀ ਹੈ। ਫੈਕਟਰੀਆਂ ਦੇ ਧੂੰਆਂ ਜਿਹੜਾ ਜਾਂਦਾ, ਸੋ ਉਹਦੇ ਨਾਲ ਨਾਲ ਜਿਹੜਾ ਜੇ ਆਪਾਂ ਐਗਰੀਕਲਚਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਕ੍ਰੌਪ ਰੋਟੇਸ਼ਨ ਝੋਨੇ ਦੇ ਵੀ ਹੋਣ ਕਰਕੇ ਜਿਹੜਾ ਜਦੋਂ ਹੁਣ ਆਪਣਾ ਸੀਜ਼ਨ ਜਦੋਂ ਹਾਰਵੈਸਟਿੰਗ ਦਾ ਹੁੰਦਾ, ਅੱਗੇ ਆਪਾਂ ਕਣਕ ਬੀਜਦੇ ਕਿਸਾਨ, ਸੋ ਥੋੜ੍ਹਾ ਜਿਹਾ ਸਮਾਂ ਉਹਦੇ 'ਚ ਸਾਡੇ ਕੋਲ ਹੁੰਦਾ। ਸੋ ਉਹਦੇ 'ਚ ਕਿਸਾਨ ਜਿਹੜੇ ਆ ਉਹ ਪਰਾਲੀ ਨੂੰ ਜਿਹੜਾ ਅੱਗ ਲਾਉਂਦੇ ਆ। ਜੇ ਆਪਾਂ 2-3 ਸਾਲਾਂ ਦੀ ਗੱਲ ਕਰੀਏ ਤਾਂ ਕਿਉਂਕਿ ਜਦੋਂ ਆਪਾਂ ਪਹਿਲੇ ਗੱਲ ਕਰਦੇ ਸੀ ਕਿਸਾਨ ਦੇ ਕੋਲ ਉਹ ਇੰਨੇ ਜਿਹੜੇ ਕਹਿ ਲਓ ਵੀ ਉਹ ਆਲਟਰਨੇਟਿਵ ਨਹੀਂ ਸੀਗੇ, ਮਸ਼ੀਨਾਂ ਬੜੀਆਂ ਮਹਿੰਗੀਆਂ ਸੀਗੀਆਂ, ਨਵੀਆਂ ਕਈ ਟੈਕਨੋਲੋਜੀ ਵੀ ਜਿਹੜੀਆਂ ਕਿਸਾਨ ਕਹਿੰਦਾ ਸੀ ਵੀ ਉਹਦਾ ਝਾੜ ਜਿਹੜਾ ਘਟਦਾ। ਪਰ ਜੇ ਆਪਾਂ ਅੱਜ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਅੱਛੀਆਂ ਤਕਨੀਕਾਂ ਜਿਹੜੀਆਂ ਵਿਕਸਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀਆਂ, ਜਿਹਦੇ ਨਾਲ ਆਪਾਂ ਬਗੈਰ ਪਰਾਲੀ ਨੂੰ ਅੱਗ ਲਾਏ ਹਰ ਫਸਲ, ਹਰ ਤਰ੍ਹਾਂ ਦੀ ਫਸਲ ਦੀ ਵੀ ਆਪਾਂ ਬਿਜਾਈ ਜਿਹੜੀ ਕਰ ਸਕਦੇ ਹਾਂ। ਜੇ ਆਪਾਂ ਸਬਜ਼ੀਆਂ ਲਾਉਣਾ ਤਾਂ ਆਪਾਂ ਕਰ ਸਕਦੇ ਹਾਂ, ਜੇ ਆਪਾਂ ਕਣਕ ਬੀਜਣੀ ਤਾਂ ਕਰ ਸਕਦੇ ਹਾਂ। ਦੂਜਾ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਨੇ ਵੀ ਆਪਣੇ ਲੈਵਲ 'ਤੇ ਵੀ ਇਹ ਮਸ਼ੀਨਾਂ ਦੀ ਜਿਹੜੀ ਆ ਉਹ ਪਰਚੇਜ਼ ਕੀਤੀ ਆ, ਭਾਵੇਂ ਉਹ ਸੁਸਾਇਟੀਆਂ ਦੇ ਪੱਧਰ 'ਤੇ ਕੀਤੀ ਆ, ਭਾਵੇਂ ਗਰੁੱਪ ਬਣਾ ਕੇ ਕੀਤੀ ਆ, ਭਾਵੇਂ ਇੰਡੀਵਿਜੂਅਲ ਜਿਹੜੀ ਕੀਤੀ ਆ। ਸੋ ਕਾਫੀ ਹੱਦ ਤੱਕ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਕਿਸਾਨਾਂ ਨੇ ਇਹ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਸਾਡਾ ਜੇ ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਝਾਨ ਜਿਹੜਾ ਉਹ 'ਚ ਕਾਫੀ ਜਿਹੜਾ ਘਾਟਾ ਜਿਹੜਾ ਉਹ ਜਿਹੜਾ ਦੇਖਣ ਨੂੰ ਜਿਹੜਾ ਮਿਲਿਆ। ਸੋ ਕਿਸਾਨ ਆਪਣੇ ਲੈਵਲ 'ਤੇ ਕੁਛ ਜਿਹੜਾ ਠੀਕ ਆ, ਕੁਛ ਮਜਬੂਰੀਆਂ ਹੁੰਦੀਆਂ, ਪਰ ਫਿਰ ਵੀ ਜਿਹੜੇ ਕੁਛ ਆਪਾਂ ਕਹੀਏ ਵੀ ਜੇ ਆਪਾਂ ਕਿਸਾਨਾਂ ਨੂੰ ਹੋਰ ਜਾਗਰੂਕ ਕਰੀਏ, ਇਹ ਪਰਾਲੀ ਨੂੰ ਕਿਸ ਤਰੀਕੇ ਨਾਲ ਆਪਾਂ ਹੋਰ ਪਾਸਿਆਂ 'ਚ ਵਰਤ ਸਕਦੇ ਹਾਂ, ਜੇ ਆਪਾਂ ਵਾਤਾਵਰਨ ਨੂੰ ਬਚਾਉਣਾ, ਖੇਤੀ ਦੇ ਵਿੱਚ ਕਿਹੜੀਆਂ ਤਕਨੀਕਾਂ ਨੂੰ ਆਪਾਂ ਵਰਤ ਕੇ ਸਾਡੇ ਵਾਤਾਵਰਨ ਜਾਂ ਖਾਦਾਂ ਦੀ ਆਪਾਂ ਸਹੀ ਤਰੀਕੇ ਨਾਲ ਵਰਤੋਂ ਕਰੀਏ,
ਦਵਾਈਆਂ ਦੀ ਆਪਾਂ ਸਹੀ ਤਰੀਕੇ ਨਾਲ ਵਰਤੋਂ ਕਰੀਏ, ਪਰਾਲੀ ਨੂੰ ਹੋਰ ਡੰਗਰਾਂ ਵਾਸਤੇ ਜਾਂ ਕਿਸ ਤਰੀਕੇ ਨਾਲ ਆਪਾਂ ਨੂੰ ਵੱਖ-ਵੱਖ ਹੋਰ ਤਰੀਕਿਆਂ ਨਾਲ ਆਪਾਂ ਜਿਹੜੀ ਉਹਦੀ ਉਹਨੂੰ ਪਰਾਲੀ ਨੂੰ ਵਰਤ ਸਕਦੇ ਹਾਂ। ਤੇ ਉਹਦੇ ਬਾਰੇ ਕਿਸਾਨਾਂ ਨੂੰ ਜਿਹੜਾ ਜਾਗਰੂਕ ਜੇ ਆਪਾਂ ਕਰੀਏ ਤਾਂ ਹੋਰ ਵੀ ਇਸ ਕਹਿ ਵੀ ਪਰਾਲੀ ਦੀ ਅੱਛੀ ਤਰੀਕੇ ਨਾਲ ਮੈਨੇਜ ਜਿਹੜੀ ਹੋ ਸਕਦੀ ਹੈ। ਤੇ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਮੇਰੇ ਸਾਇੰਸਦਾਨ ਜਿਹੜੇ ਵੱਖ-ਵੱਖ ਆਪਣੇ ਵਿਸ਼ੇ ਨਾਲ ਸੰਬੰਧਿਤ ਕਿਸ ਤਰੀਕੇ ਨਾਲ ਆਪਾਂ ਜਿਹੜੀ ਆ ਸਾਡੇ ਵਾਤਾਵਰਨ ਨੂੰ ਬਚਾ ਸਕਦੇ ਹਾਂ, ਮਿੱਟੀ ਪਾਣੀ ਨੂੰ ਕਿਸ ਤਰੀਕੇ ਨਾਲ ਆਪਾਂ ਜਿਹੜਾ ਉਹਨੂੰ ਸਵੱਛ ਰੱਖ ਸਕਦੇ ਹਾਂ, ਮਿੱਟੀ ਦੀ ਕਿਸ ਤਰ੍ਹਾਂ ਉਪਜਾਊ ਸ਼ਕਤੀ ਨੂੰ ਆਪਾਂ ਵਧਾ ਸਕਦੇ ਹਾਂ, ਦਵਾਈਆਂ ਦੀ ਸਹੀ ਤਰੀਕੇ ਨਾਲ ਵਰਤੋਂ ਕਰੀਏ, ਵਾਤਾਵਰਨ ਨੂੰ ਕਿੱਦਾਂ ਆਪਾਂ ਬਚਾ ਸਕਦੇ ਹਾਂ। ਸੋ ਉਹ ਵੱਖ-ਵੱਖ ਵਿਸ਼ਿਆਂ ਦੇ ਨਾਲ ਜਿਹੜੇ ਆ ਉਹ ਸਾਡੇ ਜਿਹੜੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਨਗੇ। ਇਸ ਤੋਂ ਇਲਾਵਾ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਬਾਜਵਾ ਸਾਹਿਬ ਸਾਡੇ ਨਾਲ ਜੁੜੇ ਆ, ਜਿਹੜੇ ਸਾਡੇ ਕੋਲ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਜਦੋਂ ਜਲੰਧਰ ਬਣਿਆ, ਸੋ ਸ਼ੁਰੂ ਦੇ ਵਿੱਚ ਇਹਨਾਂ ਦਾ ਸਾਡੀ ਬੜੀ ਸਪੋਰਟ ਰਹੀ ਹੈ, ਬੜਾ ਸਾਡਾ ਯੋਗਦਾਨ ਰਿਹਾ ਹੈ, ਬੜਾ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਪੈਰਾਂ ਤੇ ਖੜੇ ਹੋਣ ਦੇ ਵਿੱਚ ਇਹਨਾਂ ਨੇ ਬੜਾ ਉਹ ਯੋਗਦਾਨ ਜਿਹੜਾ ਪਾਇਆ। ਹੁਣ ਭਾਵੇਂ ਇੱਥੋਂ ਚਲੋ ਗੁਰਦਾਸਪੁਰ ਚਲੇ ਗਏ, ਪਰ ਫਿਰ ਵੀ ਜ਼ਰੂਰ ਕਹਿ ਲਓ ਵੀ ਇਹ ਸਾਡੇ ਨਾਲ ਇਹ ਹਮੇਸ਼ਾ ਜਿਹੜੇ ਜੁੜੇ ਰਹਿੰਦੇ ਆ, ਮੇਰੇ ਨਾਲ ਅਕਸਰ ਜਿਹੜੇ ਇਹਨਾਂ ਦਾ ਵਿਚਾਰ ਵਟਾਂਦਰਾ ਵੀ ਕਰਦਾ ਰਹਿੰਦਾ। ਸੋ ਇੱਥੇ ਵੀ ਬੜੇ ਇਹ ਵਾਤਾਵਰਨ ਪ੍ਰੇਮੀ ਸੀ, ਬੜਾ ਇਹਨਾਂ ਨੇ ਇਸ ਪਾਸੇ ਜਿਹੜਾ ਲੋਕਾਂ ਨੂੰ ਜਾਗਰੂਕ ਸਾਡੇ ਨਾਲ ਰਲ ਕੇ ਕਰਦੇ ਰਹੇ ਆ। ਉੱਥੇ ਵੀ ਜਾ ਕੇ ਇਹਨਾਂ ਨੇ ਵੱਖ-ਵੱਖ ਜਿਹੜੇ ਸਾਡੇ ਕਿਸਾਨਾਂ ਦੀਆਂ ਸੰਸਥਾਵਾਂ ਦੇ ਨਾਲ ਜੁੜੇ ਆ, ਆਰਗੈਨਿਕ ਖੇਤੀ ਨੂੰ ਬੜਾ ਅੱਛਾ ਤਰੀਕੇ ਨਾਲ ਪ੍ਰਮੋਟ ਕਰ ਰਹੇ ਆ। ਕਿਸ ਤਰ੍ਹਾਂ ਪਰਾਲੀ ਦੇ ਮੈਂ ਦੇਖਦਾ ਵੀ ਕਾਫੀ ਮੀਡੀਆ ਦੇ ਵਿੱਚ ਵੀ ਕਾਫੀ ਐਕਟਿਵ ਜਿਹੜੇ ਆ ਉਹ ਰਹਿੰਦੇ ਆ, ਸੋ ਉਹ ਸਾਡੇ ਨਾਲ ਆ। ਇਸ ਤੋਂ ਇਲਾਵਾ ਜਿਹੜੇ ਸਾਡੇ ਸਰਦਾਰ ਅਮਰਜੀਤ ਸਿੰਘ ਜਿਹੜੇ ਆਰਗੈਨਿਕ ਖੇਤੀ ਕਰਦੇ ਆ, ਪਿਛਲੇ ਬਹੁਤ ਅੱਛੇ ਸਾਡੇ ਕਾਮਯਾਬ ਜਿਹੜੇ ਕਿਸਾਨ ਆ, ਉਹ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਸੋ ਮੈਂ ਅਖੀਰ 'ਚ ਇਹੀ ਜੋ ਮੇਰੀ ਮੰਨਦੀ ਹੈ ਕਿ ਅੱਜ ਦਾ ਜਿਹੜਾ ਇਹ ਛੋਟਾ ਜਿਹਾ ਸਾਡਾ ਵੈਬੀਨਾਰ ਆ, ਇੱਥੇ ਜ਼ਰੂਰ ਜਿਹੜਾ ਸਾਨੂੰ ਕੁਛ ਸਿੱਖਣ ਨੂੰ ਮਿਲੇਗਾ। ਸਾਡੇ ਕਿਸਾਨ ਵੀਰਾਂ ਨੂੰ ਕੁਛ ਜਿਹੜੀ ਤਕਨੀਕਾਂ ਜਿਹੜੀਆਂ ਅਪਣਾ ਕੇ ਉਹ ਸਾਡੇ ਜੋ ਕੁਦਰਤੀ ਸੋਮੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਬਚਾਉਣ ਵੱਲ ਜਿਹੜੀ ਆਪਣੀ ਪਹਿਲ ਜਿਹੜੀ ਆ ਉਹ ਕਰਨਗੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹਾਂ, ਮੈਂ ਬੇਨਤੀ ਕਰਾਂਗਾ ਡਾਕਟਰ ਰੋਹਿਤ ਕਿ ਪਰਾਲੀ ਨੂੰ ਜਿਹੜਾ ਆਪਾਂ ਪਸ਼ੂਆਂ ਲਈ ਕਿਸ ਤਰੀਕੇ ਨਾਲ ਉਹ ਵਰਤੋਂ ਦੇ ਵਿੱਚ ਜਿਹੜਾ ਉਹ ਲਿਆ ਸਕਦੇ ਹਾਂ। ਸੋ ਡਾਕਟਰ ਰੋਹਿਤ, ਤੁਸੀਂ ਸੰਖੇਪ ਦੇ ਵਿੱਚ ਆਪਾਂ 5-7 ਮਿੰਟਾਂ ਦੇ ਵਿੱਚ ਜਿਹੜਾ ਸਾਡੇ ਜਿਹੜੇ ਕੁਝ ਜਿਹੜੇ ਟਿਪਸ ਜਿਹੜੇ ਹੈਗੇ ਆ, ਜਿਹੜੇ ਆਪਾਂ ਫਾਰਮਰਸ ਨੂੰ ਦੱਸਣਾ ਚਾਹੁੰਦੇ ਆ, ਸਾਡੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਦੱਸ ਸਕਦੇ ਆ, ਉਹ ਆਪਣੇ ਵਿਚਾਰ ਦੇ ਸਾਡੇ ਨਾਲ ਸਾਂਝੇ ਕਰੋ। ਡਾਕਟਰ ਰੋਹਿਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸਰ। ਅੱਜ ਜਿਹੜਾ ਆਪਾਂ ਟੌਪਿਕ ਲਿਆ ਕਿ ਆਪਾਂ ਜਿਹੜੇ ਪਰਾਲੀ ਦੀ ਸਾਂਭ ਸੰਭਾਲ ਆਪਾਂ ਕਿੱਦਾਂ ਕਰ ਸਕਦੇ ਹਾਂ, ਜਿਸਸੇ ਸਾਡਾ ਇੱਕ ਤੋਂ ਵਾਤਾਵਰਣ ਸ਼ੁੱਧ ਹੋਏ, ਕਿਉਂਕਿ ਆਪਾਂ ਇੱਥੇ ਜਿਹੜਾ 2 ਅਕਤੂਬਰ ਹੈ ਤਾਂ ਆਪਾਂ ਸਾਫ ਸਫਾਈ ਜਿਹੜਾ ਸਵੱਛ ਭਾਰਤ ਅਭਿयान ਦੇ ਤਹਿਤ ਆਪਾਂ ਗੱਲ ਕਰ ਰਹੇ ਹਾਂ ਇੱਥੇ। तो इसमें ਜਿਹੜਾ पराली है, पराली ਦੀ ਆਪਾਂ ਦੇਖ ਰਹੇ ਹਾਂ कि 3-4 ਸਾਲਾਂ से बहुत ज़्यादा इशू बन गया ਇੱਥੇ कि पराली ਦੀ बर्निंग पैडी स्टॉक बर्निंग बहुत ਹੁੰਦੀ ਹੈ, जिससे वातावरण भी प्रदूषित ਹੁੰਦਾ है और अल्टीमेटली कि ਸਾਨੂੰ ਵੀ ਨੁਕਸਾਨ ਹੀ ਹੁੰਦਾ ਉਸ ਚੀਜ਼ ਦਾ। तो पराली ਦਾ ਆਪਾਂ ਕੀ ਹੱਲ ਕਰ ਸਕਦੇ ਹਾਂ? इसके ਲਈ ਜਿਹੜਾ ਐਨੀਮਲ ਫੀਡ ਵਿੱਚ ਆਪਾਂ ਪਰਾਲੀ ਨੂੰ ਵਰਤੋਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ। ਬਹੁਤ ਸੇ ਲੋਕ एक्चुअली मैं अपने इतने इंडिया विच अवेयरनेस बहुत घट है। इंडिया विच गल इंडिया दे थोड़े ਆਪਾਂ ਜਿਹੜੇ नॉर्थ इंडिया साइड ਆਪਾਂ देखें तो पराली ਦੀ ਵਰਤੋਂ एनिमल फीड ਲਈ जो ਆਪਾਂ तुड़ी वगैरह बोलते हैं ना, तुड़ी की तो वरतों ਆਪਾਂ कर लेंगे हैं, लेकिन पराली ਦੀ ਵਰਤੋਂ नहीं करते हैं। तो ਇਹਦਾ ਹੱਲ ਆਪਾਂ ਕੀ ਹੱਲ ਹੋ ਸਕਦਾ ਹੈ ਇਸਦਾ? ਜੈਸਾ ਇੱਕ ਮੈਂ ਜੰਗਲ ਦੀ ਗੱਲ ਬਤਾਉਂਦਾ ਹਾਂ ਤੁਹਾਨੂੰ ਕਿ ਜਿਹੜਾ ਚਾਰਾ ਹੈ, ਹਰਾ ਚਾਰਾ ਹੁੰਦਾ ਹੈ ਜਾਂ ਪੱਠੇ ਵਗੈरह ਹੁੰਦੇ ਹੈ ਜਾਂ ਤੂੜੀ ਹੁੰਦੀ ਹੈ ਜਾਂ ਜੜੀ ਵੰਡ, ये ਆਪਾਂ तीन चीज ਆਪਾਂ ਡੰਗਰ ਨੂੰ ਪਾਉਂਦੇ हैं। लेकिन देखिया जाए तो इन चीज़ों की बहुत घट है। लगभग ਆਪਾਂ बोले कि 50% लगभग हरे चारे की घट है। जिस हिसाब से एनिमल है साढ़े कोल, जितने जानवर है डंगर है, उन्होंने ਆਪਾਂ पूर्ति नहीं कर पाते हैं। उसी तरह देखें तो तुड़ी जो ड्राई फॉडर बोलते हैं उसकी भी लगभग 35 से 40% वो भी घट मौजूद है। तो एक ਆਪਾਂ ਪਰਾਲੀ ਨੂੰ ਇੱਥੇ ਪ੍ਰੋਬਲਮ ਨਾ ਸਮਝਾਏ, ਇੱਥੇ ਪਰਾਲੀ ਨੂੰ ਇੱਕ अपॉर्चुनिटी तौर पे ਆਪਾਂ ले सकते हैं। इसमें ਆਪਾਂ डंगर ਦੇ फीड में भी ਵਰਤੋਂ कर सकते हैं। देखिया जाए यदि ਆਪਾਂ साउथर्न स्टेट में जाते हैं, तमिलनाडु कर्नाटका वगैरह, ਉੱਥੇ ਆਂਧਰਾ ਪ੍ਰਦੇਸ਼, ਉੱਥੇ ਜਿਹੜੇ ਵੀ ਡੰਗਰ, ਉੱਥੇ ਜਿਹੜਾ ਕੇਰਲਾ ਤਮਿਲਨਾਡੂ ਹੋਗਾ, ਉੱਥੇ ਚੌਲ ਦੀ ਖੇਤੀ ਵੀ ਬਹੁਤ ਹੁੰਦੀ ਹੈ।
तो उत्थे पराली बचदी है, तो वो अपने डंगर ਨੂੰ ਪਰਾਲੀ ਖਿਲਾਉਂਦੇ ਆ। ਲੇਕਿਨ ਪਰਾਲੀ ਦਾ ਖਿਲਾਉਂਦਾ ਇਦਾਂ ਨਹੀਂ ਹੈ ਕਿ ਆਪਾਂ ਇਹ ਵੀ ਨਹੀਂ ਬੋਲ ਸਕਦੇ ਪਰਾਲੀ ਜੋ ਤੋੜੀ ਆਪਾਂ ਵਰਤੋਂ ਕਰ ਸਕਦੇ ਵੀਟ ਸਟ੍ਰॉ ਜੋ ਕਣਕ ਦੀ ਤੋੜੀ ਹੁੰਦੀ ਹੈ ਆਪਾਂ ਉਹ ਵਰਤੋਂ ਕਰ ਸਕਦੇ ਹਾਂ। ਉਸਕੇ ਲਈ ਆਪਾਂ ਕੁਆਲਿਟੀ में तो अंतर ਹੁੰਦਾ है। पराली ਦੀ ਕੁਆਲਿਟੀ थोड़ी जी ਆਪਾਂ कंपेयर करें उससे ਵੀਟ ਸਟ੍ਰॉ से कनक ਦੀ ਤੋੜੀ से तो थोड़ी जी क्वालिटी इसकी लो है। लेकिन ਆਪਾਂ ਕੁਝ ਵਿਧੀਆਂ ਨਾਲ ਉਸਦੇ ਨਿਊਟ੍ਰੀਐਂਟ ਕੰਟੈਂਟ ਜਿਹੜੇ ਹੁੰਦੇ ਆ, ਜਿਹੜੇ ਖੁਰਾਕੀ ਤੱਤ ਹੁੰਦੇ ਆ, ਉਹ ਆਪਾਂ बढ़ा ਸਕਦੇ ਹਾਂ। यदि ਆਪਾਂ ਪਰਾਲੀ ਦਾ ਆਪਾਂ ਕੰਪੋਜੀਸ਼ਨ ਦੇਖें तो इस विच प्रोटीन बहुत घट होती है, बहुत ही ज्यादा घट होती है। और ਜਿਹੜੇ ਮਿਨਰਲ ਹੈ ਕੈਲਸ਼ੀਅਮ ਵੱਧ ਹੁੰਦਾ ਹੈ, ਕੈਲਸ਼ੀਅਮ ਵੱਧ ਪਾਇਆ ਜਾਂਦਾ ਹੈ, ਲੇਕਿਨ ਉਸਦਾ ਐਬਜ਼ੌਰਪਸ਼ਨ ਸਰੀਰ ਵਿੱਚ ਨਹੀਂ ਹੁੰਦਾ ਹੈ ਜ਼ਿਆਦਾ। ਔਰ ਗੱਲ ਕरें ਆਪਾਂ और भी ਜਿਹੜੇ ਮਿਨਰਲ ਹੈ और सिलिका ਤੇ ऑक्जेलेट ये बहुत ज्यादा क्वांटिटी में होते हैं, जिससे कि रहता है ना कि जानवर खा तो लेता है लेकिन वो उनमें हजम होने में दिक्कत आती है। तो कुछ विधियां इदां दी लाई गई हैं जिससे ਆਪਾਂ ਪਰਾਲੀ ਦੀ ਜਿਹੜੇ ਖੁਰਾਕੀ ਤੱਤ ਹੈ ਉਹਨਾਂ ਨੂੰ ਆਪਾਂ ਵਧਾ ਸਕਦੇ ਹਾਂ। और ਜਿਹੜਾ ਵੀ उसमें मौजूद तत्व है ਉਹਨਾਂ ਦੀ ਆਪਾਂ ਜਿਹੜੇ ਅਵੇਲੇਬਿਲਟੀ ਬੋਲਦੇ ਹਾਂ, ਜਿਹੜੇ ਆਪਾਂ ਜਿਹੜਾ ਜਾਨਵਰ ਦਾ ਢਿੱਡ ਹੈ ਉੱਥੇ ਉਹਨਾਂ ਦਾ ਐਬਜ਼ੌਰਪਸ਼ਨ ਹੁੰਦਾ, ਉੱਥੇ ਡਾਈਜੈਸ਼ਨ ਹੁੰਦਾ, तो प्रॉपर्ली डाइजेस्ट हो सकती है वो चीजें। तो इसके लिए विधि ਜਿਹੜੀ है उसको ਆਪਾਂ सबसे एक सौखी विधि है कि यदि ਆਪਾਂ ਪਰਾਲੀ ਨੂੰ ਭਿਗੋ ਕੇ ਜਾਂ गीला करके ਆਪਾਂ ਜਾਨਵਰ ਨੂੰ ਪਾਉਂਦੇ ਆ, ਤੁਸੀਂ ओवरनाइट या पूरी रात के लिए भिगो के रख दो, उसके बाद सुबह ਤੁਸੀਂ ਜਾਨਵਰ ਨੂੰ ਪਾਓ तो उसका बड़ा फायदा है। उससे की रहता है ਜਿਹੜਾ ਵੀ ਲਿਗਨਿਨ ਹੁੰਦਾ है उसके अंदर पराली के अंदर वो टूट जाता है, नाल जानवर आसानी नाल हजम कर लेता है। तो ये बड़ी सौखी तकनीक है। इसको ਆਪਾਂ सोकिंग बोलते हैं। ਤੁਸੀਂ ये करके पाते हो जानवर ਨੂੰ बड़ा फायदा होता है। उसके बाद दूजी तकनीक होती है, इसको ਆਪਾਂ यूरिया ट्रीटमेंट करते हैं। यूरिया ट्रीटमेंट ਕਰਨ ਦਾ उद्देश्य ਸਾਡਾ ये ਹੁੰਦਾ है कि उसमें ਜਿਹੜਾ प्रोटीन कंटेंट ਹੁੰਦਾ है, क्योंकि जानवर ਨੂੰ प्रोटीन भी चाहिए, एनर्जी भी चाहिए, नाल मिनरल भी चाहिए, सारी चीजें चाहिए। बैलेंस फीड ਜਦੋਂ ਆਪਾਂ ਦਿੰਦੇ ਆ तो ਜਿਹੜਾ प्रोटीन कंटेंट ਹੁੰਦਾ है वो यूरिया ट्रीटमेंट करके ਵਧ ਜਾਂਦਾ है। यूरिया ट्रीटमेंट में ਆਪਾਂ ये इस गल का ध्यान रखते हैं कि ਆਪਾਂ लगभग उसमें 3% यूरिया लेते हैं। 3% यूरिया, 4% ਆਪਾਂ उसमें चूना या फिर ਆਪਾਂ ਜਿਹੜੀ कली होती है वो डालते हैं, और लगभग 50% ਆਪਾਂ उसको मॉइस्चर लेते हैं, मतलब पानी लेते हैं। तो इस सारी विधि नाल ਆਪਾਂ उसको ढक के मतलब अपने पराली ਨੂੰ सोध के लगभग ਆਪਾਂ 21 दिन तक रख देते हैं। जिससे की होता है ਜਿਹੜਾ यूरिया होता है वो अमोनिया बनाता है, अमोनिया से नाइट्रोजन मिल जाती है, और नाइट्रोजन अल्टीमेटली जानवर के शरीर में पहुंच के प्रोटीन बनाती है। तो इससे एक तरीके का प्रोटीन कंटेंट बढ़ जाता है। जड़ा भी खोज वगैरह होती रहती है, बहुत सारी रिसर्च इसके पीछे चल रही है। तो इसमें आप देखते हैं जो आप सोधी हुई पराली यूरिया नाल सोधी हुई पराली जानवर को खिलाते हैं तो उन्होंने ग्रोथ रेट भी बढ़ती है, मतलब उनके शरीर में वाधा भी होता है, नाल जड़ा दूध का उत्पादन है, मिल्क प्रोडक्शन भी अच्छी तरह होता है, मतलब मेंटेन कर सकते हैं। तो आप एक पराली ਨੂੰ ऑप्शन लेके चल सकते हैं। आप देखते हैं थोड़ी ਜਿਹੜੀ कनक की थोड़ी भी बहुत महंगी हो गई है, ये आप बोले कि 400 से 500 600 रुपए क्विंटल मिलती है आजकल। तो पराली ਨੂੰ एक जलाने से अच्छा सौखा तरीका ये है ਤੁਸੀਂ अपने जानवर ਦੀ ਵਰਤੋਂ ਕਰ जानवर ਦੇ फीड में ਵਰਤੋਂ कर सकते हो। क्योंकि ਜਿਹੜਾ भी किसान है, ठीक है, खेती कर रहा है, नाल उसने 2 या 4 डंगर रखे हुए हैं, तो वो तूड़ी ਦੀ बजाय पराली ਨੂੰ सोध के पा सकता है। दूजी एक तकनीक होती है, ਤੁਸੀਂ ਜਦੋਂ ਵੀ ਪਰਾਲੀ ਪਾਉਂਦੇ ਹੋ, कुछ जानवर कुछ किसान ਵੀਰ ਹੁੰਦੇ ਆ ਪਰਾਲੀ ਪਾਉਂਦੇ ਆ ਆਪਣੇ जानवर ਨੂੰ, लेकिन वो ਕੀ ਹੁੰਦਾ है ना पराली ਨੂੰ उद्दे ही पा ਦਿੰਦੇ हैं। जिससे ਕੀ रहता है ना उसकी पैलेटेबिलिटी घट होती है। ਜਦੋਂ ਤੁਸੀਂ ਕੁਤਰਾ करके यदि उसमें 1 या 1.5 इंच का ਤੁਸੀਂ ਕੁਤਰਾ कर लो पराली ਨੂੰ, तो जिससे ਕੀ ਹੁੰਦਾ है ना जानवर उसको आसानी से अपने ढिड ਵਿੱਚ हजम कर सकता है, और ਜਿਹੜੇ भी उसके न्यूट्रिएंट होंगे वो उसके यूज कर सकते हैं। तो ਤੁਸੀਂ ਜਿਹੜੇ ਵੀ किसान ਵੀਰ पराली की वरतों करना चाहते हैं वो 3 गल्लां का ध्यान रखें। एक तो उसको भिगो के पाए, दूजा उसका कुतरा करके पाए, और तीजा यूरिया ट्रीटमेंट नाल तुसी उसके न्यूट्रिएंट कंटेंट बढ़ा सकते हो। एक चौथी तकनीक होती है जेड़े आपां वो देखते हैं कि जड़ा मुर्गियां होंदी है, मुर्गियां दी बिठा होंदी है, मुर्गियां दी बिठा रला के पराली ਨੂੰ कुतरा करके उसके नाल मुर्गियां दी बिठा रला के 3 हफ्ते ਲਈ रख दो उसको बिल्कुल ढक के। तो उसमें जड़े भी एनर्जी कंटेंट जड़े आप कार्बोहाइड्रेट वगैरह बोलते हैं, एनर्जी कंटेंट नाल प्रोटीन
ਦੋਨੋਂ ਵਧੇ ਆਉਂਦੇ ਆ, ਨਾਲ उसके ਜਿਹੜੇ मिनरल ਹੁੰਦੇ ਆ, ਜਿਹੜਾ मैंने बोला था कैल्शियम ਹੁੰਦਾ है उसमें, वो अवेलेबल नहीं होता जानवर के लिए, तो उसकी भी अवेलेबिलिटी ਵਧੇ ਆਉਂਦੀ ਹੈ। तो ये बड़ा सौखा तरीका है, ਉਹਨਾਂ ਦਾ ਕੋਈ ਖਰਚਾ ਵੀ ਨਹੀਂ ਹੁੰਦਾ ਹੈ, ਕਿਸੇ ਦਾ ਖਰਚਾ ਨਹੀਂ ਹੈ इसमें, ਔਰ ਨਾਲ ਤੁਹਾਡੇ ਕੋਲ ਆਪਸ਼ਨ ਵੀ ਹੋ ਗਿਆ, ਤੁਸੀਂ ਪਰਾਲੀ ਨੂੰ ਜਲਾਦੇ ਦੇ ਇਲਾਵਾ ਤੁਸੀਂ ਇਸ ਤਰ੍ਹਾਂ से उसको ਸਾਂਭ भी ਸਕਦੇ ਹੋ। तो इस तरह ਦੀ ਵਰਤੋਂ ਕਰਕੇ ਇੱਕ ਤਾਂ ਜਾਨਵਰ ਵੀ ਹੈਲਥੀ ਰਹੇਗਾ ਥੋੜਾ, ਔਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਤੁਸੀਂ ਜਦੋਂ ਤੂੜੀ ਦਾ ਯੂਜ਼ ਕਰ ਰਹੇ ਹੋ, ਜਦੋਂ ਵੀ ਪਰਾਲੀ ਦੀ ਵਰਤੋਂ ਕਰਦੇ ਹੋ, ਤਾਂ ਇਦਾਂ ਨਹੀਂ ਕਰਨਾ ਕਿ ਤੁਸੀਂ ਤੂੜੀ ਨੂੰ ਬਿਲਕੁਲ ਹੀ ਰੋਕ ਦਿਆ। ਤੁਸੀਂ 20% ਪਹਿਲੇ ਪਰਾਲੀ ਪਾਓ, 80% ਤੂੜੀ ਪਾਓ, ਫਿਰ ਹੌਲੀ ਹੌਲੀ ਤੁਸੀਂ ਪਰਾਲੀ ਨੂੰ ਵਧਾਣਾ ਹੈ, ਤੂੜੀ ਨੂੰ ਘਟਾਣਾ ਹੈ, ਔਰ ਉਸਕੇ ਬਾਅਦ ਤੁਸੀਂ ਬਿਲਕੁਲ ਪਰਾਲੀ 'ਤੇ शिफ्ट ਹੋ ਸਕਦੇ ਹੋ ਥੋੜੇ ਦਿਨੋਂ ਬਾਅਦ। तो ਤੁਸੀਂ ਲਗਭਗ 6-7 दिन में ये चेंज ਤੁਸੀਂ ਕਰ ਸਕਦੇ ਹੋ। तो मैं किसान वीरों से इतना ही कहना चाहूंगा कि ਤੁਸੀਂ ਪਰਾਲੀ ਨੂੰ ਅਪਣਾਓ। ਪਰਾਲੀ ਦੀ ਵੀ ਇੱਕ ਬਹੁਤ ਵਧੀਆ ਸੋਰਸ ਹੋ ਸਕਦਾ ਹੈ ਜਾਨਵਰ ਦੇ ਫੀਡ ਕੇ ਲਈ, ਕਿਉਂਕਿ ਆਪਣੇ ਇੱਥੇ ਅਵੇਅਰਨੈਸ ਘੱਟ ਹੈ। ਅਸੀਂ ਪਰਾਲੀ ਨੂੰ ਪ੍ਰੋਬਲਮ ਸਮਝ ਰਹੇ ਹਾਂ, ਇੱਕ ਸਮੱਸਿਆ ਸਮਝ ਰਹੇ ਹਾਂ। ਉਸ ਸਮੱਸਿਆ ਦਾ ਸਮਾਧਾਨ ਆਪਾਂ ਜਦੋਂ ਉਸ ਐਨੀਮਲ ਦੀ ਫੀਡ में ਵਰਤੋਂ ਕਰ ਸਕਦੇ ਹਾਂ, ਤਾਂ ਉਸਦਾ ਸਮਾਧਾਨ ਆਪਾਂ ਲੱਭ ਸਕਦੇ ਹਾਂ। ਥੈਂਕ ਯੂ। ਧੰਨਵਾਦ ਡਾਕਟਰ ਰੋਹਿਤ। ਕਾਫੀ ਥੋੜੇ ਸਮੇਂ ਦੇ ਵਿੱਚ ਬੜਾ ਤੁਸੀਂ ਵਿਸਥਾਰ ਦੇ ਨਾਲ ਜ਼ਮੀਨ ਜਿਹੜੀ ਟਿਪਸ ਆ ਉਹ ਸਾਡੇ ਨਾਲ ਸਾਂਝੇ ਕੀਤੇ ਹੈ। ਸੋ ਬਹੁਤ ਬਹੁਤ ਧੰਨਵਾਦ। ਕਿਸ ਤਰੀਕੇ ਨਾਲ ਆਪਾਂ ਡੰਗਰਾਂ ਵਾਸਤੇ ਜਿਹੜੀ ਪਰਾਲੀ ਨੂੰ, ਕਿਉਂਕਿ ਮੈਂ ਅਕਸਰ ਦੇਖਦਾ ਜਦੋਂ ਵਾਰੀ ਜਿਹੜੀ ਆਕਸੀਜਨ ਦੇ ਵਿੱਚ ਜਿਹੜੀ ਤੂੜੀ ਆ ਉਹ 300-400 ਰੁਪਏ ਕੁਇੰਟਲ ਹੋ ਜਾਂਦੀ ਹੈ, ਤੇ ਜੇ ਆਪਾਂ ਪਰਾਲੀ ਨੂੰ ਰੱਖ ਲਈਏ, ਸਟੋਰ ਕਰ ਲਈਏ, ਤੇ ਉਸ ਟਾਈਮ ਜੇ ਆਪਾਂ ਇਹਨੂੰ ਐਜ਼ ਏ ਪਾਊਡਰ ਭਾਵੇਂ ਮਿਕਸ ਕਰਕੇ ਉਹਦੇ 'ਚ ਵਰਤੀਏ, ਤਾਂ ਕਾਫੀ ਸਾਡੇ ਖਰਚੇ ਜਿਹੜੇ ਆ ਡੇਲੀ ਦੇ ਵਿੱਚ ਜਿਹੜੇ ਘੱਟ ਸਕਦੇ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਰੋਹਿਤ। ਸੋ ਇਸ ਕੜੀ ਨੂੰ ਅੱਗੇ ਚਲਾਉਂਦੇ ਮੈਂ ਡਾਕਟਰ ਬਲਵੀਰ ਨੂੰ ਬੇਨਤੀ ਕਰਾਂਗਾ ਵੀ ਸਬਜ਼ੀਆਂ ਦੇ ਵਿੱਚ ਜਾਂ ਆਪਾਂ ਹੋਰ ਐਗਰੀਕਲਚਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰਾਲੀ ਨੂੰ ਆਪਾਂ ਵਰਤ ਸਕਦੇ ਹਾਂ, ਉਹਦੇ ਬਾਰੇ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਡਾਕਟਰ ਬਲਵੀਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਇਸ ਵੈਬੀਨਾਰ ਦੇ ਵਿੱਚ, ਜਿਹੜਾ ਵੈਬੀਨਾਰ ਆ ਹੁਣ ਸਮੇਂ ਦੀ ਲੋੜ ਆ। ਇਹ ਜਿਹੜਾ ਵੈਬੀਨਾਰ ਅਸੀਂ ਰੱਖਿਆ ਹੈ ਤੇ ਪਰਾਲੀ ਨੂੰ ਸੰਭਾਲਣ ਬਾਰੇ, ਇਹ ਕਹਿ ਲਓ ਕਿ ਹੁਣ ਸਾਡਾ ਬਹੁਤ ਹੀ ਜਿਹੜੀ ਮੁਹਿੰਮ ਹੈ ਇੱਕ ਇਹ ਚੱਲ ਰਹੀ ਹੈ, ਪੰਜਾਬ ਨੂੰ ਜਿਹੜੀ ਬਹੁਤ ਜ਼ਿਆਦਾ ਲੋੜ ਹੈ। ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਥੋੜ੍ਹਾ ਜਿਹਾ ਸਬਜ਼ੀਆਂ ਦੇ ਵਿੱਚ ਜੋ ਅਸੀਂ ਕਰ ਸਕਦੇ ਹਾਂ ਪਰਾਲੀ ਦਾ ਯੂਜ਼, ਉਹਦੇ ਬਾਰੇ ਦੱਸਣਾ ਚਾਹੂੰਗੀ। ਤੇ ਸਾਰੇ ਨਾਲੋਂ ਪਹਿਲਾਂ ਜਿਹੜਾ ਸਾਡਾ ਮਲਚਿੰਗ ਦਾ, ਸਬਜ਼ੀਆਂ ਦੇ ਵਿੱਚ ਮਲਚਿੰਗ ਦੀ ਅਸੀਂ ਗੱਲ ਕਰਦੇ ਹਾਂ। ਮਲਚਿੰਗ ਦਾ ਮਤਲਬ ਹੁੰਦਾ ਹੈ ਕਿ ਮਿੱਟੀ ਦੇ ਉੱਪਰ ਜਿੱਥੇ ਸਬਜ਼ੀਆਂ ਲੱਗੀਆਂ ਹਨ ਉੱਥੇ ਪਰਾਲੀ ਦੀ ਜਿਹੜੀ ਹੈ ਤਹਿ ਵਿਛਾ ਦੇਣੀ, ਉਹਨੂੰ ਕਹਿੰਦੇ ਆ ਮਲਚਿੰਗ। ਮਲਚਿੰਗ ਦੇ ਨਾਲ ਕੀ ਹੁੰਦਾ, ਇੱਕ ਤਾਂ ਤੁਹਾਡਾ ਜਿਹੜਾ ਆ ਪਾਣੀ ਦੀ, ਮਿੱਟੀ ਦੇ ਵਿੱਚ ਪਾਣੀ ਨੂੰ ਸੁੱਕਣ ਦੀ ਜਿਹੜੀ ਸਮਰੱਥਾ ਹੈ ਉਹ ਵੱਧ ਜਾਂਦੀ ਹੈ। ਪਾਣੀ ਕਹਿ ਲਓ ਕਿ ਵਾਸ਼ਪੀਕਰਨ ਨਹੀਂ ਹੁੰਦਾ। ਤੇ ਦੂਜਾ ਜਿਹੜਾ ਮੇਨ ਆਪਾਂ ਕਰਦੇ ਹਾਂ ਉਹ ਹੈਗਾ ਆ ਆਪਣਾ ਨਦੀਨਾਂ ਦੀ ਰੋਕਥਾਮ। ਕਿਉਂਕਿ ਸਬਜ਼ੀਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਸਾਡੇ ਜਿਹੜੇ ਆ ਪੋਸਟ ਇਮਰਜੈਂਟ ਕੋਈ ਵੀ ਵੀਡੀਸਾਈਡ ਨਹੀਂ ਹੈਗਾ, ਸਾਡੇ ਪ੍ਰੀ ਇਮਰਜੈਂਟ ਵੀਡੀਸਾਈਡ ਹੈ। ਤੇ ਸਾਰੀਆਂ ਸਬਜ਼ੀਆਂ ਦੇ ਵਿੱਚ ਜਿਹੜੀ ਸਾਨੂੰ ਆ ਉਹ ਕਿਸੇ ਨਾ ਕਿਸੇ ਤਰੀਕੇ ਵਿੱਚ ਜਿਹੜੀ ਗੋਡੀ ਆ ਉਹ ਕਰਨੀ ਹੀ ਪੈਂਦੀ। ਜੇ ਅਸੀਂ ਪਰਾਲੀ ਨੂੰ ਉਹਨਾਂ ਸਬਜ਼ੀਆਂ ਦੇ ਵਿੱਚ ਮਲਚ ਦੇ ਤੌਰ ਤੇ ਯੂਜ਼ ਕਰੀਏ, ਵਰਤੀਏ, ਅਸੀਂ ਕਾਫੀ ਹੱਦ ਤੱਕ ਜਿਹੜੀਆਂ ਆਪਣੀਆਂ ਜ਼ਹਿਰਾਂ ਆ ਉਹਨਾਂ ਨੂੰ ਘਟਾ ਸਕਦੇ ਹਾਂ। ਕਿਉਂਕਿ ਸਬਜ਼ੀਆਂ ਦੇ ਵਿੱਚ ਸਾਡੇ ਕੋਲ ਹੋਰ ਕੋਈ ਵੀ ਅਲਟਰਨੇਟ ਨਹੀਂ ਹੈ। ਜਿੰਨੇ ਵੀ ਸਾਡੇ, ਜਿਸ ਤਰ੍ਹਾਂ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਕੁਛ ਜਿਹੜੀਆਂ ਕ੍ਰੌਪਸ ਆ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਮਲਚ ਆ, ਜਿਹੜੀ ਪਰਾਲੀ ਆ ਉਹ ਰਿਕਮੈਂਡ ਹੀ ਕੀਤੀ ਗਈ ਹੈ, ਸਿਫਾਰਿਸ਼ ਕੀਤੀ ਗਈ ਹੈ। ਫਾਰਮਰ ਆ ਜਿਹੜੇ ਆਪਣੇ ਲੈਵਲ ਤੇ ਬਹੁਤ ਸਾਰੀਆਂ ਸਬਜ਼ੀਆਂ ਦੇ ਵਿੱਚ ਕਰਦੇ ਆ, ਪਰ ਜਿਹੜੀਆਂ ਸਿਫਾਰਿਸ਼ ਹੈ, ਜਿਸ ਤਰ੍ਹਾਂ ਅਸੀਂ ਆਲੂ ਦੀ ਗੱਲ ਕਰਦੇ ਹਾਂ, ਆਲੂ ਸਾਡਾ ਜਿਹੜਾ ਡਿਸਟ੍ਰਿਕਟ ਹੈ, ਜਲੰਧਰ ਡਿਸਟ੍ਰਿਕਟ ਦੇ ਵਿੱਚ ਆਲੂ ਜਿਹੜੀ ਆ ਸਬਜ਼ੀਆਂ ਦੇ ਵਿੱਚ ਨੰਬਰ 1 ਕ੍ਰੌਪ ਹੈ। ਦੇਖੋ ਕਹਿ ਲਓ ਕਿ ਸਾਡਾ ਜ਼ਿਆਦਾ ਏਰੀਆ ਸਾਡਾ ਆਲੂ ਦੇ ਥੱਲੇ ਆ। ਤੇ ਉਹਦੇ ਵਿੱਚ ਅਸੀਂ ਜਿਹੜੀ ਸਿਫਾਰਿਸ਼ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਸਾਡੇ ਵੀਡੀਸਾਈਡ ਵੀ ਬਹੁਤ ਜ਼ਿਆਦਾ ਸਾਰੇ ਸਿਫਾਰਿਸ਼ ਨੇ, ਪਰ ਜੇ ਅਸੀਂ ਨਦੀਨਾਂ ਦੀ ਰੋਕਥਾਮ ਕਰਨੀ ਹੈ ਤੇ ਅਸੀਂ ਜਿਹੜੀ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਵਿਛਾਉਂਦੇ ਆ ਤੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਤੇ ਜੇ ਅਸੀਂ ਗੱਲ ਕਰੀਏ ਹਲਦੀ ਦੀ, ਹਲਦੀ ਤਾਂ ਸਾਰਿਆਂ ਨੂੰ ਹੀ ਮੇਰੇ ਖਿਆਲ ਜੇ ਸਾਡੇ ਫਾਰਮਰ ਆ ਜਾਂ ਸਾਡੇ ਜ਼ਿਮੀਂਦਾਰ ਭਰਾ ਆ, ਨੂੰ ਸਾਰਿਆਂ ਨੂੰ ਪਤਾ ਹੈ ਕਿ ਹਲਦੀ ਮਲਚ ਆ ਨਾ ਜਿਹੜੀ, ਹਲਦੀ ਲਈ ਬਹੁਤ ਹੀ ਵਧੀਆ। ਹਲਦੀ ਤੁਸੀਂ ਦੇਖ ਲਓ ਕਿ ਆਪਾਂ ਜਦੋਂ ਲਾਉਂਦੇ ਉਹਦੀਆਂ ਡੰਡੀਆਂ ਲਾਉਂਦੇ ਹਾਂ ਕਾਫੀ ਦੇਰ ਬਾਅਦ ਨਿਕਲਦੀ ਆ। ਉਹਦੇ ਲਈ ਕਹਿੰਦੇ ਆ ਕਿ ਹਲਦੀ ਦੇ ਵਿੱਚ ਸਾਨੂੰ ਨਦੀਨਾਂ ਨੂੰ ਬਚਾਉਣ ਲਈ 1-2 ਵਾਰ ਜਿਹੜੀਆਂ ਗੋਡੀਆਂ ਕਰਨੀਆਂ ਪੈਂਦੀਆਂ ਹਨ। ਤੇ ਜਾਂ ਅਸੀਂ ਇਹ ਕਰ ਸਕਦੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਸੌਂਫ ਦੀ ਸਿਫਾਰਿਸ਼ ਕੀਤੀ ਹੈ 1300 ਮਿਲੀਲੀਟਰ, ਜਿਹੜੀ ਆ ਅਸੀਂ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਹੀ ਕਰਨੀ ਹੈ। ਤੇ ਉਸ ਤੋਂ ਬਾਅਦ ਛਿੜਕਾਅ ਕਰਨ ਤੋਂ ਬਾਅਦ ਅਸੀਂ 36 ਕੁਇੰਟਲ
ਜਿਹੜੀ ਹੈ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਰੇ ਖੇਤ ਵਿੱਚ ਖਿਲਾਰਦੇ ਨੇ। ਇਹਦੇ ਨਾਲ ਇੱਕ ਤਾਂ ਇਹ ਹੁੰਦਾ ਹੈ ਕਿ ਜਰਮੀਨੇਸ਼ਨ ਬਹੁਤ ਇੰਪਰੂਵ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਜਰਮੀਨੇਸ਼ਨ ਆਪਾਂ ਜਿਹੜੀਆਂ ਗੱਡੀਆਂ ਜਦੋਂ ਉਹਨਾਂ ਨੂੰ ਉਗਣਾ ਹੈ ਤਾਂ ਆਪਾਂ ਝੋਨੇ ਦੀ ਪਰਾਲੀ ਪਾ ਦਿੰਦੇ ਹਾਂ ਤਾਂ ਉਹਨਾਂ ਦੀ ਜਰਮੀਨੇਸ਼ਨ ਇੰਪਰੂਵ ਹੁੰਦੀ ਹੈ। ਇਹ ਜਿਹੜੀਆਂ ਫਸਲਾਂ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਝੋਨੇ ਦੀ ਪਰਾਲੀ ਦੀ ਵਰਤੋਂ ਕਰ ਸਕਦੇ ਹਾਂ। ਜੇ ਅਸੀਂ ਸਬਜ਼ੀਆਂ ਦੀ ਵੈਸੇ ਗੱਲ ਕਰੀਏ ਜਿੱਦਾਂ ਕਿ ਸਬਜ਼ੀਆਂ ਦੀ ਸੁਰੰਗਾਂ ਦੇ ਵਿੱਚ ਖੇਤੀ ਕਰਦੇ ਹਾਂ, ਆਪਾਂ ਪਲਾਸਟਿਕ ਦੀਆਂ ਸ਼ੀਟਾਂ ਲਾਉਂਦੇ ਹਾਂ, ਪਲਾਸਟਿਕ ਦੀਆਂ ਸ਼ੀਟਾਂ ਲਾਉਂਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਕਹਿ ਲਓ ਕਿ ਕਾਸਟ ਆਫ ਪ੍ਰੋਡਕਸ਼ਨ ਹੈ ਕਾਫੀ ਵੱਧ ਜਾਂਦੀ ਹੈ। ਤੁਸੀਂ ਦੇਖੋ ਕਿ ਇੱਕ ਸ਼ੀਟ ਤੇ ਅਸੀਂ ਏਕੜ ਦੇ ਵਿੱਚ ਲਾਉਂਦੇ ਹਾਂ ਤੇ ਸਾਡਾ ਕਹਿ ਲਓ ਕਿ 20 ਤੋਂ 25,000 ਦਾ ਸਿਰਫ ਸ਼ੀਟ ਤੇ ਹੀ ਖਰਚਾ ਤੇ ਜਿਹੜੀ ਤੁਸੀਂ ਕਹਿ ਲਓ ਕਿ ਸਰੀਆ ਆ ਉਹ ਅਲੱਗ। ਪਰ ਜੇ ਅਸੀਂ ਝੋਨੇ ਦੀ ਪਰਾਲੀ ਨੂੰ ਜਿਹੜੀਆਂ ਅਸੀਂ ਕਹਿ ਲਓ ਕਿ ਤੇ ਸਬਜ਼ੀਆਂ ਨੂੰ ਜਿੰਨਾ ਕੁ ਛੇਤੀਆਂ ਪੈਦਾ ਕਰਨ ਦੇ ਵਿੱਚ ਕਰਨੀ ਹੈ ਤੇ ਉਹਦੇ ਵਿੱਚ ਵੀ ਅਸੀਂ ਇਹਦੀ ਜਿਹੜੀ ਆ ਵਰਤੋਂ ਕਰ ਸਕਦੇ ਹਾਂ। ਅਸੀਂ ਪਰਾਲੀ ਦਾ ਸ਼ੌਰਾ ਕਰ ਸਕਦੇ ਹਾਂ। ਉਹਦੇ ਨਾਲ ਇਹ ਆ ਕਿ ਸਾਡੀ ਜਿਹੜੀ ਆ ਸਬਜ਼ੀ ਆ ਸਰਦੀਆਂ ਦੇ ਵਿੱਚ ਸਾਡੇ ਕੋਰੇ ਤੋਂ ਬਚੀ ਰਹੇਗੀ। ਜਿਸ ਤਰ੍ਹਾਂ ਹੁਣ ਜਿਹੜਾ ਸਮਾਂ ਹੈ ਘਰੇਲੂ ਬਗੀਚੀ ਦਾ ਸਮਾਂ ਹੈ ਤੇ ਉਹਦੇ ਵਿੱਚ ਵੀ ਗਾਹਾਂ ਜਾ ਕੇ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਲੈ ਲਓ ਕਿ ਟਮਾਟਰ ਲੈ ਲਓ, ਸ਼ਿਮਲਾ ਮਿਰਚ ਲੈ ਲਓ, ਉਹਨਾਂ ਦੀ ਆਪਾਂ ਕਾਸ਼ਤ ਨਹੀਂ ਕਰ ਸਕਦੇ। ਜੇ ਸਾਡੇ ਅੱਗੇ ਪਹਿਲਾਂ ਹੀ ਟਮਾਟਰ ਲੱਗੇ ਹੋਏ ਆ ਜਾਂ ਬੈਂਗਣ ਲੱਗੇ ਹੋ ਤੇ ਸਰਦੀਆਂ ਦੇ ਵਿੱਚ ਤਾਂ ਕੋਰੇ ਨਾਲ ਉਹਨਾਂ ਦੇ ਸਾਰੇ ਪੱਤੇ ਖਰਾਬ ਹੋ ਜਾਂਦੇ। ਅਸੀਂ ਉਹਨਾਂ ਦੇ ਪੱਤਿਆਂ ਦੇ ਉੱਪਰ ਉਹ ਫਸਲ ਦੇ ਉੱਪਰ ਅਸੀਂ ਪਰਾਲੀ ਪਾ ਸਕਦੇ ਹਾਂ, ਜਿਹਦੇ ਨਾਲ ਕਾਫੀ ਹੱਦ ਤੱਕ ਜਿਹੜਾ ਹੈ ਸਰਦੀ ਤੋਂ ਉਹਨਾਂ ਦਾ ਬਚਾਅ ਹੋ ਜਾਂਦਾ। ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜਿੱਦਾਂ ਬਾਗ ਜਿਹੜੇ ਲੋਕ ਬਾਗਾਂ ਦੀ ਕਾਸ਼ਤ ਕਰਦੇ ਆ ਉਹਨੂੰ ਪਲਾਂਟਸ ਲਾਉਂਦੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਵਿੱਚ ਤਾਂ ਸਾਡੇ ਕੋਲ ਟਰੈਕਟਰ ਫਿਰ ਜਾਂਦਾ ਹੈ ਵਿੱਚ ਪਰ ਜਿਹੜਾ ਫਰੂਟ ਦੇ ਆਲੇ ਦੁਆਲੇ ਦਾ ਏਰੀਆ ਬੇਸਨ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਨਿਯਮ ਹੋ ਜਾਂਦੇ ਤੇ ਉਹ ਵੀ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਕਿ ਅਸੀਂ ਜਿਹੜੇ ਖੇਤਾਂ ਦੇ ਜਿਹੜੇ ਸਾਡੇ ਬੂਟੇ ਆ ਬੂਟੇ ਦੇ ਆਲੇ ਦੁਆਲੇ ਅਸੀਂ ਜਿਹੜੀ ਪਰਾਲੀ ਦੀ ਵਰਤੋਂ ਕਰ ਸਕਦੇ ਹਾਂ ਤੇ ਪਰਾਲੀ ਦੀ ਵਰਤੋਂ ਕਰਨ ਦੇ ਨਾਲ ਅਸੀਂ ਨਦੀਨਾਂ ਦਾ ਬਹੁਤ ਅੱਛੀ ਤਰ੍ਹਾਂ ਰੋਕਥਾਮ ਕਰ ਸਕਦੇ ਹਾਂ। ਹੁਣ ਮੈਂ ਥੋੜੀ ਜਿਹੀ ਗੱਲ ਕਰਾਂਗੀ ਖੁੰਬਾਂ ਦੀ, ਕਿਉਂਕਿ ਇਹ ਜਿਹੜਾ ਸਮਾਂ ਹੈ ਖੁੰਬਾਂ ਨੂੰ ਲਾਉਣ ਦਾ ਢੁਕਵਾਂ ਸਮਾਂ ਹੈ ਤੇ ਖੁੰਬਾਂ ਦੇ ਵਿੱਚ ਸਾਡੀ ਜਿਹੜੀ ਆ ਬਟਨ ਮਸ਼ਰੂਮ ਆ ਜਿਹੜੀ ਅਸੀਂ ਆਮ ਖਾਂਦੇ ਆ ਉਹ ਜਿਹੜੀ ਬਟਨ ਮਸ਼ਰੂਮ ਦਾ ਹੁਣ ਜਿਹੜਾ ਟਾਈਮ ਹੈ ਤੇ ਜੇ ਕੋਈ ਬੰਦਾ ਸਹਾਇਕ ਧੰਦੇ ਦੇ ਵਿੱਚ ਇਸ ਨੂੰ ਅਪਣਾਉਣਾ ਚਾਹੁੰਦੇ ਆ ਤਾਂ ਅਸੀਂ ਜਿਹੜੀ ਆ ਤੂੜੀ ਜਾਂ ਪਰਾਲੀ ਦੀ ਹੀ ਵਰਤੋਂ ਕਰਦੇ ਹਾਂ। ਖੁੰਬਾਂ ਦੇ ਵਿੱਚ ਜਿਹੜੀ ਕੰਪੋਸਟ ਬਣਦੀ ਹੈ ਉਹ ਜਿਹੜੀ ਹੈ ਤੂੜੀ ਜਾਂ ਪਰਾਲੀ ਤੋਂ ਬਣਾਈ ਜਾਂਦੀ ਹੈ। ਜਾਂ ਤਾਂ ਤੁਸੀਂ 300 ਕੁਇੰਟਲ ਜਿਹੜੀ ਆ 300 ਕਿਲੋ ਜਿਹੜੀ ਆ 3 ਕੁਇੰਟਲ ਤੂੜੀ ਲੈ ਸਕਦੇ ਹੋ ਜਾਂ ਤੁਸੀਂ ਕੀ ਸਕਦੇ ਹੋ ਕਿ 1 ਕੁਇੰਟਲ ਤੂੜੀ ਲੈ ਕੇ 2 ਕੁਇੰਟਲ ਜਿਹੜੀ ਪਰਾਲੀ ਹੈ ਝੋਨੇ ਦੀ ਪਰਾਲੀ ਹੈ ਉਹਨੂੰ 2 ਤੋਂ 2.5 ਇੰਚ ਦੇ ਟੁਕੜੇ ਕਰਕੇ ਉਤਰ ਕੇ ਉਹ ਵੀ ਵਰਤ ਸਕਦੇ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿਸਾਨ ਦੇ ਇਹੋ ਜਿਹੇ ਆਪਣੇ ਜਿਹੜੇ ਸਹਾਇਕ ਧੰਦੇ ਜਿਹੜੇ ਅਪਣਾਉਣ ਕਿਉਂਕਿ ਜਿਹੜਾ ਖੁੰਬਾਂ ਦਾ ਇੱਕ ਧੰਦਾ ਹੈ ਉਹ ਬਹੁਤ ਹੀ ਵਧੀਆ ਧੰਦਾ ਹੈ। ਅਸੀਂ ਵੱਖ-ਵੱਖ ਸਮੇਂ ਤੇ ਇਹਦੇ ਨਾਲ ਰਿਲੇਟਡ ਜਿਹੜੀਆਂ ਟ੍ਰੇਨਿੰਗਾਂ ਦਿੰਦੇ ਰਹੇ ਹਾਂ। ਦੂਜੀ ਇੱਕ ਮੈਂ ਹੋਰ ਗੱਲ ਕਰਾਂਗੀ ਜਿਹੜੀ ਹੈ ਕਿ ਪਰਾਲੀ ਵਾਲੀ ਖੁੰਬਰੀ। ਪਰਾਲੀ ਵਾਲੀ ਖੁੰਬਰੀ ਕਾਸ਼ਤ ਸਾਡੀ ਜਿਹੜੀ ਆ ਗਰਮੀਆਂ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਸਤੰਬਰ ਦੇ ਵਿੱਚ ਕੀਤੀ ਜਾਂਦੀ ਹੈ। ਉਹ ਜਿਹੜੀ ਖੁੰਬਰਾ ਤੁਸੀਂ ਦੇਖ ਸਕਦੇ ਹੋ ਸਿਰਫ ਪਰਾਲੀ ਤੇ ਹੀ ਹੁੰਦੀ ਹੈ। ਉਹਦੇ ਤੁਸੀਂ ਇੱਕ ਕਿਆਰੀ ਲਾ ਸਕਦੇ ਹੋ, 2 ਕਿਆਰੀਆਂ ਲਾ ਸਕਦੇ ਹੋ, ਆਪਣੇ ਘਰ ਦੇ ਲੋੜ ਦੇ ਮੁਤਾਬਕ ਤੁਸੀਂ ਕਿਆਰੀਆਂ ਲਾ ਸਕਦੇ ਹੋ। ਉਹ ਖੁੰਬ ਨੂੰ ਵੇਚਣ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਪੈਰੀਸ਼ੇਬਲ ਬਹੁਤ ਹੈ। ਪਰ ਤੁਸੀਂ ਘਰ ਖਾਣ ਲਈ ਉਹ ਜਿਹੜੀ ਖੁੰਬ ਦੀਆਂ ਕਿਆਰੀਆਂ ਲਾ ਕੇ ਕਹਿ ਲਓ ਕਿ ਇੱਕ ਖੁੰਬ ਦੀ ਤਿਆਰੀ ਲਾਉਣ ਦੇ ਲਈ ਸਾਨੂੰ ਕਹਿ ਲਓ ਕਿ 22 ਕਿਲੋ ਜਿਹੜੀ ਆ ਆਪਾਂ ਨੂੰ ਪਰਾਲੀ ਦੀ ਲੋੜ ਪੈਂਦੀ ਹੈ। ਪਰਾਲੀ ਦੇ ਫੁੱਲੇ ਬਣਾਏ ਜਾਂਦੇ ਹਨ ਉਹਨਾਂ ਦੇ ਵਿੱਚ ਜਿਹੜੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਘਰ ਜੋਗੀ ਜਿਹੜੀ ਖੁੰਬ ਆ ਉਹਦੀ ਪੈਦਾਵਾਰ ਕਰ ਸਕਦੇ ਹਾਂ। ਅੰਦਰ ਬਾਹਰ ਇਹੋ ਜਿਹੀਆਂ ਜਿਹੜੇ ਕਿਸਾਨਾਂ ਨੂੰ ਇਹੋ ਜਿਹੇ ਜਿਹੜੇ ਉਪਰਾਲੇ ਆ ਜਾਂ ਕਰਨੇ ਚਾਹੀਦੇ ਜਾਂ ਪਰਾਲੀ ਨੂੰ ਸੰਭਾਲਣ ਦੇ ਜਿਹੜੇ ਆਪਾਂ ਨੂੰ ਕਹਿੰਦੇ ਆ ਕਿ ਪਰਾਲੀ ਨੂੰ ਅੱਗ ਨਾ ਲਾਓ ਇਹੋ ਜਿਹੇ ਤਰੀਕੇ ਆ ਜਿਨ੍ਹਾਂ ਨੂੰ ਅਸੀਂ ਥੋੜੇ ਕਰਕੇ ਵਰਤ ਸਕਦੇ ਹਨ। ਇਹੋ ਜਿਹੇ ਤਰੀਕਿਆਂ ਨਾਲ ਕੀ ਹੋਏਗਾ ਕਿ ਪਰਾਲੀ ਦੀ ਸਥਿਤੀ ਦੇ ਸਾਂਭ ਸੰਭਾਲ ਹੋ ਜਾਏਗੀ ਕਿ ਕੋਈ ਵੀ ਮੈਂ ਕਹਿ ਸਕਦੀ ਹਾਂ ਕਿ ਇਹ ਥੋੜਾ ਜਿਹਾ ਆਪਣੇ ਨੂੰ ਸੋਚਣ ਦੀ ਲੋੜ ਹੈ। ਜੇ ਆਪਾਂ ਸਾਰੇ ਇਹ ਕਹੀ ਜਾਵਾਂਗੇ ਕਿ ਪਰਾਲੀ ਨੂੰ ਅੱਗ ਨਾ ਲਾਓ ਪਰ ਦੂਜੇ ਪਾਸੇ ਕਿ ਆਪਾਂ ਨੂੰ ਯੂਜ਼ ਕਿੱਦਾਂ ਕਰਨਾ ਜੇ ਸਾਰੇ ਵੀ ਕਿਸਾਨ ਥੋੜੇ ਇਸ ਤਰ੍ਹਾਂ ਪਰਾਲੀ ਦੀ ਯੂਜ਼ ਕਰ ਲੈਣ ਜਿੱਦਾਂ ਡਾਕਟਰ ਰੂਬੀ ਨੇ ਉਹਨਾਂ ਦੇ ਵਿੱਚ ਚਾਰੇ ਦੇ ਵਿੱਚ ਦੱਸਿਆ ਹੈ, ਮੈਂ ਸਬਜ਼ੀਆਂ ਦੇ ਵਿੱਚ ਦੱਸਿਆ ਹੈ। ਇਸੇ ਤਰ੍ਹਾਂ ਸਾਡੇ ਅੱਗੇ ਮਾਹਰ ਵੀ ਦੱਸਦੇ ਰਹਿਣਗੇ ਕਿ ਆਪਾਂ ਕਾਫੀ ਹੱਦ ਤੱਕ ਜਿਹੜੀ ਪਰਾਲੀ ਦੀ ਜਿਹੜੀ ਹੈ ਸੰਭਾਲ ਕਰ ਸਕਾਂਗੇ ਕਿ ਜੋ ਅਸੀਂ ਪੰਜਾਬ ਨੂੰ ਪੋਲਿਊਸ਼ਨ ਫ੍ਰੀ ਕਰਨਾ ਹੈ ਉਹਦੇ ਵਿੱਚ ਵੀ ਸਾਡੇ ਲਈ ਚੰਗਾ ਉਪਰਾਲਾ ਸਿੱਧ ਹੋਵੇਗਾ। ਇਸ ਤਰ੍ਹਾਂ ਮੈਂ ਖੁੰਬਾਂ ਦੀ ਜਿਹੜੀ ਕਾਸ਼ਤ ਦੱਸੀ ਹੈ ਤੇ ਮੈਂ ਫਾਰਮਰ ਨੂੰ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਕੋਈ ਕਾਸ਼ਤ ਕਰਨਾ ਚਾਹੁੰਦਾ ਸਾਡੇ ਕੋਲ ਟ੍ਰੇਨਿੰਗ ਲੈ ਸਕਦਾ ਹੈ ਕਿਉਂਕਿ ਹੁਣ ਸਮਾਂ ਨਹੀਂ ਹੈ ਕਿ ਮੈਂ ਸਾਰਾ ਕੁਝ ਹੀ ਦੱਸਾਂ। ਮੈਂ ਤੁਹਾਨੂੰ ਬਰੀਫਲੀ ਦੱਸ ਸਕਦਾ ਹੈ ਕਿ ਕਿੱਥੇ ਅਸੀਂ ਜਿਹੜੀ ਆ
ਪਰਾਲੀ ਦੀ ਕਰ ਸਕਦੇ ਹਾਂ। ਦੂਜੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਰਸਰੀ ਦੇ ਵਿੱਚ ਬੀਜ ਪਾਉਂਦੇ ਹੋ, ਕੋਈ ਵੀ ਆਪਾਂ ਤੁਸੀਂ ਕਹਿ ਲਓ ਕਿ ਹੁਣ ਅੱਗੇ ਅਸੀਂ ਪਿਆਜ਼ਾਂ ਦੀ ਨਰਸਰੀ ਲਾਉਣ ਤੋਂ ਬੀਜ ਪਾਉਣ ਤੋਂ ਬਾਅਦ ਉਹਦੇ ਉੱਪਰ ਵੀ ਅਸੀਂ ਪਰਾਲੀ ਪਾ ਸਕਦੇ ਹਾਂ। ਉਹਦੇ ਨਾਲ ਕੀ ਹੁੰਦਾ ਆ ਕਿ ਥੋੜਾ ਮੋਇਸਚਰ ਆ ਜਿਹੜਾ ਆ, ਨਮੀ ਉਹ ਬਣੀ ਰਹਿੰਦੀ ਹੈ ਤੇ ਤੁਸੀਂ ਪਰਾਲੀ ਚੱਕ ਕੇ ਦੇਖ ਸਕਦੇ ਹੋ। ਜਦੋਂ ਥੋੜਾ ਬੀਜ ਪੁੰਗਰਨਾ ਸ਼ੁਰੂ ਹੋ ਜਾਵੇ ਤੇ ਤੁਸੀਂ ਪਰਾਲੀ ਨੂੰ ਚੱਕ ਸਕਦੇ ਹੋ। ਇਸ ਤਰ੍ਹਾਂ ਬਹੁਤ ਸਾਰੇ ਤਰੀਕੇ ਹੈ ਜਿਹੜੇ ਕਿਸਾਨ ਵੀ ਅਪਣਾ ਕੇ ਪਰਾਲੀ ਦੀ ਸੁਚੱਜੀ ਵਰਤੋਂ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਬਲਵੀਰ। ਬਸ ਥੋੜੇ ਸਮੇਂ 'ਚ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਪਰਾਲੀ ਨੂੰ ਐਜ਼ ਏ ਮਲਚਿੰਗ ਵੱਖ ਫਸਲਾਂ ਦੇ ਵਿੱਚ ਜਿਹੜਾ ਆਪਾਂ ਵਰਤ ਸਕਦੇ ਹਾਂ, ਜਿਹਦੇ ਨਾਲ ਸਾਡਾ ਕਹਿ ਲਓ ਵੀ ਬੈਨੀਫਿਟ ਤਾਂ ਹੁੰਦਾ ਹੀ ਹੈ, ਪਾਣੀ ਦੀ ਬੱਚਤ ਹੁੰਦੀ ਹੈ, ਦਵਾਈਆਂ ਜਿਹੜੀਆਂ ਆਪਾਂ ਸ਼ਾਇਦ ਉਹ ਵਾਪਸ ਵਰਤ ਸਕਦੇ। ਸੋ ਬਹੁਤ ਬਹੁਤ ਧੰਨਵਾਦ। ਸੋ ਮੈਂ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ, ਖਾਸ ਕਰਕੇ ਜਦੋਂ ਹੁਣ ਅੱਗੇ ਅਗਲਾ ਮਹੀਨਾ ਸਾਡੇ ਅਕਤੂਬਰ ਦੇ ਵਿੱਚ ਜਦੋਂ ਹਾਰਵੈਸਟਿੰਗ ਤੋਂ ਬਾਅਦ ਅਕਸਰ ਆਪਾਂ ਦੇਖਦੇ ਹਾਂ ਸਾਡੇ ਵਾਤਾਵਰਨ ਜਿਹੜਾ ਉਹਦੇ 'ਚ ਕਾਫੀ ਧੂੰਆਂ ਜਿਹੜਾ ਸਾਡਾ ਦਿਸਦਾ ਹੈ। ਸੋ ਉਹਦਾ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਵੀ ਇਹੋ ਜਿਹੇ ਜਿਹੜਾ ਜਦੋਂ ਮੌਸਮ ਜਿਹੜਾ ਜਾਂ ਇੱਦਾਂ ਦਾ ਚੱਲਦਾ ਹੈ ਤਾਂ ਉਹਦਾ ਇਕੱਲਾ ਸਾਡੇ 'ਤੇ ਨਹੀਂ ਅਸਰ ਪੈਂਦਾ, ਆਪਾਂ ਵੀ ਸਾਹ ਲੈਣਾ, ਜੀਵ ਜੰਤੂ ਹਰ ਜਿਹੜੇ ਪ੍ਰਾਣੀ ਆ ਉਹਦੇ 'ਤੇ ਜਿਹੜਾ ਪੈਂਦਾ, ਬਜ਼ੁਰਗਾਂ 'ਤੇ, ਸਾਡੇ ਬੱਚਿਆਂ 'ਤੇ, ਸਾਰਿਆਂ 'ਤੇ ਜਿਹੜਾ ਉਹਦਾ ਪ੍ਰਭਾਵ ਜਿਹੜਾ ਪੈਂਦਾ। ਸੋ ਕਿਸ ਤਰੀਕੇ ਨਾਲ ਜੋ ਇਹ ਜਦੋਂ ਧੂਏ ਦਾ ਜਾਂ ਜਿਹੜਾ ਪ੍ਰਦੂਸ਼ਣ ਆ ਸਾਡੀ ਸਿਹਤ 'ਤੇ ਅਸਰ ਕਰਦੀ ਆ, ਕਿਸ ਤਰੀਕੇ ਨਾਲ ਆਪਾਂ ਉਹਨੂੰ ਬਚ ਸਕਦੇ ਹਾਂ। ਸੋ ਮੈਂ ਰਿਕੁਐਸਟ ਕਰਾਂਗਾ ਡਾਕਟਰ ਕੰਚਨ ਸੰਧੂ, ਉਹ 5-7 ਮਿੰਟਾਂ ਦੇ ਵਿੱਚ ਜਿਹੜੇ ਆ ਇਹਦੇ ਪੋਲਿਊਸ਼ਨ ਦੇ ਕੀ ਸਾਡੇ ਸਿਹਤ 'ਤੇ ਪ੍ਰਭਾਵ ਪੈਂਦੇ ਆ, ਕਿਸ ਤਰੀਕੇ ਨਾਲ ਆਪਾਂ ਬਚ ਸਕਦੇ ਹਾਂ। ਸੋ ਉਹ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਜਿਹੜੇ ਸਾਂਝੇ ਕਰਨ। ਡਾਕਟਰ ਕੰਚਨ। ਡਾਕਟਰ ਕੰਚਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੈਨ ਯੂ ਹੀਅਰ ਮੀ? ਹਾਂ ਯੈਸ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਵੈਰੀ ਮਚ ਸਰ। ਆਪਾਂ ਜੇ ਗੱਲ ਕਰੀਏ ਕਿ ਕਿਸੇ ਵੀ ਚੀਜ਼ ਦੀ ਸਿਹਤ ਦੇ ਉੱਪਰ, ਤੇ ਉਹਦਾ ਇੱਕ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ, ਜੋ ਵੀ ਅਸੀਂ ਖਾਈਏ, ਜੋ ਵੀ ਅਸੀਂ ਹਵਾ ਵਿੱਚ ਲਈਏ ਆਪਣੇ ਨਾਲ, ਜਾਂ ਅਸੀਂ ਕੋਈ ਵੀ ਚੀਜ਼ ਪੀਂਦੇ ਹਾਂ, ਹਰ ਇੱਕ ਦਾ ਜੋ ਅੰਤ ਹੈ ਉਹ ਜਾ ਕੇ ਆਪਣੇ ਪੇਟ ਵਿੱਚ ਹੁੰਦਾ ਹੈ, ਔਰ ਪੇਟ ਤੋਂ ਹੀ ਸਾਰੀ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ। ਜਦੋਂ ਅਸੀਂ ਪਾਰਟਿਕੂਲਰਲੀ ਪਰਾਲੀ ਦੀ ਗੱਲ ਕਰੀਏ, ਹੁਣ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਇਸ ਟਾਈਮ ਇਹ ਪ੍ਰੋਬਲਮ ਚੱਲ ਰਹੀ ਕਈ ਸਾਲਾਂ ਤੋਂ, ਔਰ ਕਈ ਸਾਰੇ ਪੋਲਿਊਸ਼ਨ ਦੇ ਤੱਤਾਂ ਦੇ ਨਾਲ ਪਰਾਲੀ ਤੋਂ ਜਿਹੜਾ ਧੂਆਂ ਉੱਠਦਾ ਹੈ ਉਹਦੇ ਨਾਲ ਵੀ ਬਹੁਤ ਸਾਰੇ ਹੈਲਥ ਪ੍ਰੋਬਲਮਸ ਜੁੜੀਆਂ ਹੋਈਆਂ ਨੇ। ਜੇਕਰ ਆਪਾਂ ਧਿਆਨ ਕਰੀਏ ਤੇ ਅੱਜ ਤੋਂ ਥੋੜੇ ਸਾਲ ਪਹਿਲੇ ਤੱਕ ਲੋਕਾਂ ਨੂੰ ਸਾਹ ਦੀ ਇੰਨੀ ਤਕਲੀਫ ਨਹੀਂ ਹੁੰਦੀ ਸੀ। ਲੋਕਾਂ ਨੂੰ ਰਨਿੰਗ ਨੋਜ਼ ਔਰ ਕਫ, ਕੋਲਡ, ਐਵੇਂ ਦੀਆਂ ਬਿਮਾਰੀਆਂ, ਖਾਂਸੀ, ਜ਼ੁਕਾਮ ਥੋੜਾ ਬਹੁਤ ਹੁੰਦਾ ਸੀ, 3-4 ਦਿਨ ਵਿੱਚ ਆਪਣੇ ਆਪ ਹੀ ਠੀਕ ਹੋ ਜਾਂਦਾ ਸੀਗਾ। ਲੇਕਿਨ ਆਪਾਂ ਜੇ ਪਿਛਲਾ ਹਿਸਟਰੀ ਦੇਖੀਏ, ਜਿਵੇਂ ਕਿ ਇੱਕ ਰਿਪੋਰਟ ਹੈ ਜੋ ਕਿ ਬਠਿੰਡਾ ਜੀ ਡਾਕਟਰ ਗੁਪਤਾ ਨੇ, ਉਹਨਾਂ ਨੇ ਰਿਸਰਚ ਕੀਤੀ। ਉਹਨਾਂ ਨੇ ਇਹ ਦੱਸਿਆ ਕਿ ਜਿਹੜੇ 84% ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਉਹ ਹੈਲਥ ਪ੍ਰੋਬਲਮਸ ਤੋਂ ਸਫਰ ਕਰਦੇ ਨੇ ਜਦੋਂ ਆਪਣੀ ਪਰਾਲੀ ਨੂੰ ਸਾੜਿਆ ਜਾਂਦਾ ਉਸ ਪੂਰੇ ਮਹੀਨੇ ਔਰ ਉਸ ਤੋਂ ਬਾਅਦ। ਤੇ 84% ਲੋਕਾਂ ਦਾ ਬਠਿੰਡਾ ਜੋ ਉਹਨਾਂ ਨੇ ਰਿਸਰਚ ਕੀਤੀ 2016 ਵਿੱਚ, ਉਹਦੇ ਚ ਉਹਨਾਂ ਨੇ ਦੱਸਿਆ ਇਸ ਤੋਂ ਵੀ ਜ਼ਿਆਦਾ ਲੋਕ ਸਫਰ ਕਰਦੇ ਨੇ ਹੈਲਥ ਤੋਂ। ਤੇ ਇਸ ਤੋਂ ਇਲਾਵਾ ਜਿਹੜੇ 77% ਲੋਕ ਸੀਗੇ ਉਹਨਾਂ ਨੇ ਇਰੀਟੇਸ਼ਨ ਆਈਜ਼ ਵਿੱਚ ਹੁੰਦੀ ਹੈ, ਇਹਦੀ ਰਿਪੋਰਟ ਕੀਤੀ। ਤੇ 45% ਲੋਕਾਂ ਨੇ ਕਿਹਾ ਕਿ ਨੋਜ਼ ਵਿੱਚ ਇਰੀਟੇਸ਼ਨ, ਔਰ 45.5% ਲੋਕਾਂ ਨੇ ਕਿਹਾ ਕਿ ਉਹਨਾਂ ਦੇ ਗਲੇ 'ਚ ਇਰੀਟੇਸ਼ਨ ਫੀਲ ਹੋਈ। ਤੇ ਇੰਨੀ ਡਿਟੇਲ ਉਹਨਾਂ ਨੇ ਰਿਪੋਰਟ ਕੀਤੀ ਕਿ ਕਿਵੇਂ ਸਾਡੀ ਗਲੇ ਦੀ ਖਰਾਸ਼, ਅੱਖਾਂ ਦੀ ਖਰਾਸ਼, ਅੱਖਾਂ 'ਚ ਇਰੀਟੇਸ਼ਨ ਔਰ ਬਾਕੀ ਹੈਲਥ ਪ੍ਰੋਬਲਮਸ ਜਿਹੜੀਆਂ 85% ਲੋਕਾਂ ਨੇ ਕੀਤੀਆਂ ਰਿਵੀਲ। ਇਹਦੇ ਵਿੱਚ ਕਿਹੜੀਆਂ ਹੈਲਥ ਪ੍ਰੋਬਲਮਸ ਹੋਈਆਂ? ਉਹ ਸੀਗੀਆਂ ਸਾਨੂੰ ਅਸਥਮਾ ਦਾ ਅਟੈਕ ਹੋ ਜਾਣਾ, ਸਾਨੂੰ ਐਲਰਜਿਕ ਰਿਐਕਸ਼ਨਸ ਹੋ ਜਾਣਾ, ਸਾਨੂੰ ਸਾਹ ਪ੍ਰੋਪਰ ਨਹੀਂ ਆਣਾ, ਔਰ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਡਾਇਬਟਿਕ ਨੇ ਜਾਂ ਬਲੱਡ ਪ੍ਰੈਸ਼ਰ ਨੇ, ਉਹਨਾਂ ਨੂੰ ਉਸ ਤੋਂ ਰਿਲੇਟਡ ਉਸ ਟਾਈਮ ਜ਼ਿਆਦਾ ਤਬੀਅਤ ਖਰਾਬ ਹੋਣਾ, ਕਿਉਂਕਿ ਉਹਨਾਂ ਕੋਲ ਪ੍ਰੋਪਰ ਸਾਹ ਨਹੀਂ ਲਿਆ ਜਾ ਰਿਹਾ, ਆਕਸੀਜਨ ਨਹੀਂ ਜਾ ਰਹੀ ਪ੍ਰੋਪਰ, ਔਰ ਉਹਦੇ ਨਾਲ ਉਹਨਾਂ ਦੀ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਤੇ ਉਹ ਬਿਮਾਰ ਹੋ ਜਾਂਦੇ ਨੇ। ਤੇ ਇਹ ਸਟੱਡੀਜ਼ ਤਾਂ ਬਹੁਤ ਹੋ ਰਹੀਆਂ ਨੇ, ਐਵੇਂ ਅਸੀਂ ਅਖਬਾਰਾਂ 'ਚ ਵੀ ਬਹੁਤ ਆਰਟੀਕਲਸ ਪੜ੍ਹਦੇ ਹਾਂ। ਪਰ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਜਦੋਂ ਅਸੀਂ 1 ਟਨ ਸਟਬਲ ਨੂੰ ਜਲਾਉਂਦੇ ਹਾਂ ਤੇ ਉਹਦੇ ਨਾਲ ਸਾਡੀ 5.5 ਕਿਲੋਗ੍ਰਾਮ ਨਾਈਟ੍ਰੋਜਨ ਜਿਹੜੀ ਹੈ ਉਹ ਨਸ਼ਟ ਹੋ ਜਾਂਦੀ ਹੈ, 2.3 ਕਿਲੋ ਫਾਸਫੋਰਸ ਨਸ਼ਟ ਹੋ ਜਾਂਦੀ ਹੈ, 25 ਕਿਲੋ ਪੋਟੈਸ਼ੀਅਮ ਨਸ਼ਟ ਹੋ ਜਾਂਦੀ ਹੈ, ਤੇ 1 ਕਿਲੋ ਸਲਫਰ ਜਿਹੜੀ ਹੈ ਉਹ ਵੀ ਨਸ਼ਟ ਹੋ ਜਾਂਦੀ ਹੈ ਸੋਇਲ ਵਿੱਚੋਂ, ਆਪਾਂ ਕਹਿੰਦੇ ਹਾਂ।
ਪਰ ਜਿਹੜੀ ਇਹ ਡਸਟ ਹੋ ਗਈ ਚੀਜ਼ਾਂ, ਔਰ ਇਸ ਤੋਂ ਇਲਾਵਾ ਇਹ ਸਾਰੀਆਂ ਹੀ ਚੀਜ਼ਾਂ ਸਲਫਰ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਧੂਆਂ ਵਿੱਚ ਸਾਡੇ ਅੰਦਰ ਚਲੀ ਗਈ, ਉਹ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਸਾਡੀ ਜਿਹੜੀ ਸਾਹ ਲੈਣ ਦੀ ਕਪੈਸਿਟੀ ਹੈ ਉਹ ਆਕਸੀਜਨ ਨਾਲ ਜੁੜੀ ਹੋਈ ਹੈ। ਬਾਕੀ ਸਾਰੀ ਗੈਸਿਸ ਜਿਹੜੀਆਂ ਪੋਇਜ਼ਨਸ ਨੇ, ਜਦੋਂ ਉਹ ਪਰਾਲੀ ਜਲਾਉਣ ਨਾਲ ਜਾਂ ਹੋਰ ਤਰੀਕੇ ਦੇ ਜਿਹੜੇ ਪੋਲਿਊਸ਼ਨ ਹੈਗੇ ਨੇ, ਜਿਵੇਂ ਵਾਹੀਕਲਸ ਚੱਲਣ ਨਾਲ ਜਾਂ ਇੰਡਸਟਰੀਜ਼ ਨਾਲ, ਉਹ ਜੇ ਮੇਜਰ ਨਹੀਂ ਲਿੱਤੇ ਜਾਂਦੇ ਤੇ ਉਹਦੇ ਨਾਲ ਵੀ ਸਾਨੂੰ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ। ਪਰਾਲੀ ਜਲਾਣਾ ਉਹਦੇ ਚੋਂ ਇੱਕ ਕਾਰਨ ਹੈ। ਜਦੋਂ ਅਸੀਂ ਖਾਂਸੀ ਦੀ ਗੱਲ ਕਰੀਏ, ਜਦ ਆਪਾਂ ਖਾਂਸੀ ਕਰਦੇ, ਉਹ ਖਾਲੀ ਖਾਂਸੀ ਨਹੀਂ ਹੈ, ਉਹਦੇ ਨਾਲ ਸਾਡੇ ਫੇਫੜੇ ਵੀ ਵੀਕ ਹੋ ਰਹੇ ਹੁੰਦੇ ਨੇ, ਸਾਡਾ ਡਾਇਫਰਾਮ ਜਿਹੜਾ ਹੈ ਉਹ ਵੀਕ ਹੋ ਰਿਹਾ ਹੁੰਦਾ, ਜਿਹਨੂੰ ਆਪਾਂ ਕਹਿੰਦੇ ਵੱਖੀ 'ਚ ਦਰਦ ਹੋ ਗਈ ਖੰਗਦੇ ਖੰਗਦੇ, ਉਹਦੇ ਨਾਲ ਸਾਡਾ ਡਾਇਫਰਾਮ ਜਿਹੜਾ ਹੈ ਉਹ ਵੀ ਉੱਪਰ ਜਾ ਕੇ ਸਾਡੀ ਇੰਟੈਸਟਾਈਨਸ ਜਿਹੜੀਆਂ ਨੇ ਉਹ ਖਾਂਸੀ ਕਰਦੇ ਕਰਦੇ ਡਾਇਫਰਾਮ ਵਿੱਚ ਜਾ ਕੇ ਸਟਕ ਹੋ ਜਾਂਦੀਆਂ ਨੇ ਕਈ ਵਾਰੀ। ਇਹ ਵੀ ਕਈ ਕੇਸਿਸ ਰਿਪੋਰਟ ਹੋਏ ਨੇ। ਜਦੋਂ ਇੱਕ ਛੋਟੇ ਬੱਚੇ ਨੂੰ ਸਾਹ ਨਹੀਂ ਆਉਂਦਾ ਔਰ ਉਹ ਨਹੀਂ ਲੈ ਪਾਉਂਦਾ ਸਾਹ, ਉਹਨੂੰ ਨੈਬੂਲਾਈਜ਼ ਕਰਾਉਣ ਲਈ ਪੇਰੈਂਟਸ ਨੂੰ ਦੌੜਨਾ ਪੈਂਦਾ ਹੈ। ਔਰ ਨੈਬੂਲਾਈਜ਼ ਵਿੱਚ ਸਾਨੂੰ ਜ਼ਿਆਦਾਤਰ ਬੱਚਿਆਂ ਨੂੰ ਸਟੀਰੋਇਡਸ ਦੇਣੇ ਪੈਂਦੇ ਨੇ, ਜਾਂ ਉਹਨਾਂ ਨੂੰ ਕੋਈ ਹੋਰ ਐਵੇਂ ਦੀਆਂ ਸਟਰੋਂਗ ਮੈਡੀਸਿਨਸ ਦੇਣੀਆਂ ਪੈਂਦੀਆਂ ਨੇ, ਜਿੰਦੇ ਨਾਲ ਉਹਨਾਂ ਦਾ ਇਮਿਊਨ ਸਿਸਟਮ ਹੌਲੀ ਹੌਲੀ ਹੋਰ ਵੀਕ ਹੋ ਜਾਂਦਾ ਹੈ। ਤੇ ਆਪਾਂ ਕੋਵਿਡ ਦੇ ਦੌਰਾਨ ਦੇਖ ਹੀ ਰਹੇ ਹਾਂ ਕਿ ਇਮਿਊਨਿਟੀ ਦਾ ਕੀ ਰੋਲ ਹੈ। ਜੇ ਸਾਨੂੰ ਕਿਸੇ ਵੀ ਤਰੀਕੇ ਦੀ ਐਲਰਜੀਜ਼ ਹੋ ਰਹੀਆਂ ਨੇ ਸਾਹ ਨਾਲ ਜਾਂ ਆਪਣੇ ਪੋਲਿਊਸ਼ਨ ਨਾਲ, ਤੇ ਸਾਡਾ ਇਮਿਊਨ ਸਿਸਟਮ ਲਗਾਤਾਰ ਵੀਕ ਹੋ ਰਿਹਾ। ਅਸੀਂ ਜੇ ਪਰਾਲੀ ਜਲਾਉਂਦੇ ਰਵਾਂਗੇ, ਉਹਦੇ ਚ ਹਵਾ ਪਾਣੀ ਖਰਾਬ ਹੁੰਦਾ ਰਹੇਗਾ ਸਾਡਾ, ਔਰ ਉਹਦੇ ਨਾਲ ਸਿਰਫ ਹਵਾ ਨਹੀਂ ਖਰਾਬ ਹੋ ਰਹੀ, ਉਹ ਹਵਾ ਅਸੀਂ 에ਅਰ ਦੀ ਫਾਰਮ ਵਿੱਚ ਆਕਸੀਜਨ ਦੇ ਨਾਲ ਨਾਲ ਹੋਰ ਪੋਇਜ਼ਨਸ ਗੈਸਿਸ ਨੂੰ ਸੁੰਘ ਕੇ ਨਾਲ ਅੰਦਰ ਲੈ ਕੇ ਅਸੀਂ, ਉਹਦੇ ਨਾਲ ਸਾਨੂੰ ਕਈ ਜ਼ਿਆਦਾ ਹੈਲਥ ਪ੍ਰੋਬਲਮਸ ਜਿਹੜੀਆਂ ਹੈ, ਉਹਦੇ ਨਾਲ ਇਮਿਊਨਿਟੀ ਵੀ ਇਫੈਕਟ ਹੁੰਦੀ ਹੈ। ਅੱਜ ਕੋਵਿਡ ਇੱਕ ਵਾਇਰਸ ਦੀ ਆਪਾਂ ਗੱਲ ਕਰ ਰਹੇ ਹਾਂ। ਥੋੜੇ ਸਾਲ ਪਹਿਲੇ ਡੇਂਗੂ ਆਇਆ ਸੀ, ਉਸ ਤੋਂ ਪਹਿਲੇ ਚਿਕਨਗੁਨੀਆ ਆਇਆ ਸੀ, ਫਿਰ ਸਾਰਸ ਆਇਆ ਸੀ। ਤੇ ਆਪਾਂ ਕਹਿ ਸਕਦੇ ਹਾਂ ਅਸੀਂ ਕੁਦਰਤੀ ਸੋਮਿਆਂ ਨੂੰ ਇੰਨਾ ਕੁ ਖਰਾਬ ਕਰਤਾ ਹੈ ਕਿ ਸਾਨੂੰ ਕੋਈ ਨਾ ਕੋਈ ਵਾਇਰਸ ਜਿਹੜਾ ਹਰ 2-3 ਸਾਲ ਪਿੱਛੋਂ ਆਉਂਦਾ ਹੈ, ਜੋ ਕਿ ਕਦੀ ਐਪੀਡੈਮਿਕ ਦੀ ਫਾਰਮ ਵਿੱਚ ਆਉਂਦਾ, ਕਦੀ ਪੈਂਡੇਮਿਕ ਦੀ ਫਾਰਮ ਵਿੱਚ ਆਉਂਦਾ ਹੈ। ਪਰ ਸਾਡਾ ਸਰੀਰ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ। ਜੇ ਸਰੀਰ ਲੜਨ ਲਈ ਤਿਆਰ ਹੈ ਇਹਨਾਂ ਬਿਮਾਰੀਆਂ ਤੋਂ, ਇਮਿਊਨਿਟੀ ਆਪਣੀ ਵਧਾ ਕੇ, ਤੇ ਉਹ ਸਿਰਫ ਕਾੜੇ ਪੀਣ ਨਾਲ ਨਹੀਂ ਆਣੀ, ਉਹ ਸਾਨੂੰ ਆਪਣੇ এনवायरमेंट ਨੂੰ, ਆਪਣੇ ਥਾਟਸ ਨੂੰ, ਆਪਣੀ ਪੀਸ ਆਫ ਮਾਈਂਡ ਨੂੰ, ਸਾਰੀ ਚੀਜ਼ਾਂ ਨੂੰ ਆਪਾਂ ਜੇ ਸਟੇਬਲ ਰੱਖਾਂਗੇ, ਹੈਲਦੀ ਰੱਖਾਂਗੇ, ਤਾਂ ਹੀ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਵਧੇਗੀ, ਔਰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਬਿਮਾਰੀ ਨਾਲ ਵੀ ਲੜਨ ਨੂੰ ਤਿਆਰ ਰਵਾਂਗੇ। ਜਦ ਹੁਣ ਆਪਾਂ ਗੱਲ ਕਰਨੇ ਆ ਕਿ ਕੀ ਆਪਾਂ ਕਰ ਸਕਦੇ ਆ, ਤੇ ਆਪਾਂ ਕਰ ਸਕਦੇ ਅਸੀਂ ਪਰਾਲੀ ਨੂੰ ਨਾ ਸਾੜੀਏ, ਅਸੀਂ ਉਹਨਾਂ ਦੇ ਕੋਈ ਮੇਜਰ ਜਿਹੜੇ ਸਾਡੇ ਸਾਇੰਟਿਸਟ ਵੱਖ-ਵੱਖ ਦੱਸ ਰਹੇ ਨੇ ਉਹਨਾਂ ਨੂੰ ਫੋਲੋ ਕਰੀਏ। ਔਰ ਜੇ ਫਿਰ ਵੀ ਸਾਨੂੰ ਉਹਨੂੰ ਕੁਝ ਕਰਨਾ ਪਏ, ਤੇ ਤੁਸੀਂ ਉਹਨੂੰ ਛਾੜੋ ਨਾ ਘੱਟ ਤੋਂ ਘੱਟ ਕਿਸੇ ਵੀ ਹਾਲਾਤ ਵਿੱਚ, ਕਿਉਂਕਿ ਜਿਹੜਾ ਸਾੜਨ ਨਾਲ ਨੁਕਸਾਨ ਤੁਹਾਡਾ ਹੈਲਥ ਦਾ ਹੋਣਾ, ਉਹਦੀ ਕੀਮਤ ਜ਼ਿਆਦਾ ਹੈ। ਜਦ ਕਿ ਉਹਨੂੰ ਜੇ ਖੇਤ ਵਿੱਚ ਵਾਹੋਗੇ ਜਾਂ ਉਹਨੂੰ ਚੁੱਕ ਕੇ ਕਿਧਰੇ ਕਿਸੇ ਇੰਡਸਟਰੀ ਚ ਦੇ ਕੇ ਆਓਗੇ ਫਿਊਲ ਯੂਜ਼ਲੀ, ਜਾਂ ਗੱਤਾ ਫੈਕਟਰੀ ਚ ਲਗਾਓਗੇ, ਤਾਂ ਉਹਦਾ ਨੁਕਸਾਨ ਤੁਹਾਡਾ ਇਕਨੋਮਿਕ ਲਾਸ ਜਿਹੜਾ ਉਹ ਘੱਟ ਹੋਏਗਾ। ਡੈਫੀਨੇਟਲੀ ਜਦੋਂ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਮੈਡੀਕਲ ਜਿਹੜਾ ਐਕਸਪੈਂਸਿਸ ਹੈ, ਜੋ ਡਾਕਟਰੀ ਖਰਚੇ ਨੇ, ਉਹ ਸਭ ਤੋਂ ਵੱਧ ਕੇ ਹੁੰਦੇ ਨੇ, ਔਰ ਹੈਲਥ ਹੈ ਤੇ ਵੈਲਥ ਹੈ। ਇਸ ਕਰਕੇ ਜਾਨ ਹੈ ਤੇ ਜਹਾਨ ਹੈ। ਅਸੀਂ ਆਪਣੇ ਵੱਲੋਂ ਇਹ ਨਾ ਕਹੀਏ ਕਿ ਉਹਨੇ ਅੱਗ ਲਾਤੀ ਤੇ ਮੈਨੂੰ ਕੀ ਹੈ, ਆਪਣੇ ਵੱਲੋਂ ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਆਸ-ਪਾਸ ਵਾਲੇ ਸਾਰੇ ਹੀ ਠੀਕ ਹੋ ਜਾਣਗੇ। ਤੇ ਅਸੀਂ ਨਾ ਪਰਾਲੀ ਨੂੰ ਅੱਗ ਲਾਈਏ ਤਾਂ ਕਿ ਮੇਰੇ ਘਰ ਦੇ ਤੇ ਮੇਰੇ ਆਸ-ਪਾਸ ਦੇ ਬੱਚੇ ਜਾਂ ਬਜ਼ੁਰਗ ਜਾਂ ਅਸੀਂ ਆਪ ਬਿਮਾਰ ਨਾ ਹੋਈਏ। ਸਿਰਫ ਇੱਕ ਛੋਟੀ ਜੀ ਖੰਘ ਵੀ ਸਾਨੂੰ 4 ਦਿਨਾਂ ਦੀ ਲੈ ਕੇ ਬੈਠ ਜਾਂਦੀ ਹੈ, ਔਰ ਇੱਕਦਮ ਦੁਨੀਆ ਲੱਗਣ ਲੱਗ ਜਾਂਦੀ ਵੀ ਕੀ ਬਣੂਗਾ ਮੇਰਾ। ਤੇ ਇਸ ਕਰਕੇ ਆਪਾਂ ਇਹਨਾਂ ਸਾਰੀ ਚੀਜ਼ਾਂ ਨੂੰ ਅਵੋਇਡ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਸਾਇੰਸਦਾਨਾਂ ਨੂੰ ਸੁਣੀਏ ਔਰ ਪਰਾਲੀ ਨੂੰ ਅੱਗ ਨਾ ਲਾਈਏ, ਔਰ ਆਪਣੀ ਸਿਹਤ ਦਾ ਧਿਆਨ ਰੱਖੀਏ। ਧੰਨਵਾਦ। ਧੰਨਵਾਦ ਡਾਕਟਰ ਕੰਚਨ, ਕਾਫੀ ਥੋੜੇ ਸਮੇਂ 'ਚ ਤੁਸੀਂ ਜਿਹੜੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ, ਕਿਸ ਤਰੀਕੇ ਨਾਲ ਇਹ ਪਰਾਲੀ ਦਾ ਧੂੰਆਂ ਜਿਹੜਾ ਸਾਡੀ ਸਿਹਤ 'ਤੇ ਜਿਹੜਾ ਉਹ ਅਸਰ ਕਰਦਾ ਹੈ। ਸੋ ਸਾਡੇ 'ਚ ਸ਼ਾਮਲ ਹੋਏ ਸੀ ਤੇ ਸਾਡੇ ਕਹਿ ਲਓ ਵੀ ਸਾਡੇ ਟੀਮ ਲੀਡਰ, ਜਿਨ੍ਹਾਂ ਦੀ ਰਹਿਨੁਮਾਈ ਹੇਠ ਜਿਹੜੇ ਸਾਡੇ ਪੰਜਾਬ, ਹਰਿਆਣਾ ਤੇ ਯੂਪੀ ਦੇ ਵਿੱਚ ਜਿਹੜੇ ਆ ਇਹ ਪਰਾਲੀ ਨੂੰ ਸੰਭਾਲਣ ਦੇ ਜਿਹੜੇ ਜੋ ਪ੍ਰੋਜੈਕਟ ਆ ਉਹ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਿਹੜੇ ਆ ਉਹ ਚੱਲ ਰਹੇ ਆ। ਜੇ ਆਪਾਂ ਕਹੀਏ, ਮੈਂ ਉਹਨਾਂ ਦਾ ਡਾਕਟਰ ਰਾਜਵੀਰ ਸਿੰਘ, ਜਿਹੜੇ ਸਾਡੇ ਪ੍ਰੋਜੈਕਟ ਡਾਇਰੈਕਟਰ ਅਟਾਰੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਜਿਹੜਾ ਇਹ ਪ੍ਰੋਜੈਕਟ ਜਿਹੜੇ ਸਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਉਹ ਕੰਮ ਕਰ ਰਹੇ ਆ। ਈਵਨ ਇਹ ਨਹੀਂ ਕਰ ਰਹੇ, ਈਵਨ ਇਸ ਪ੍ਰੋਜੈਕਟ ਨੂੰ ਜੋ ਪੰਜਾਬ, ਹਿਮਾਚਲ ਤੇ ਪੰਜਾਬ, ਹਰਿਆਣਾ ਤੇ ਜਿਹੜਾ ਯੂਪੀ ਨੂੰ ਜਿਹੜਾ ਇਹ ਪ੍ਰੋਜੈਕਟ ਮਿਲਿਆ ਸੀ, ਇਹ ਪ੍ਰੋਜੈਕਟ ਦੀ ਜਿਹੜੀ ਰੂਪ ਰੇਖਾ ਜਾਂ ਕਿਸ ਤਰੀਕੇ ਨਾਲ ਇਹ ਕੰਮ ਕਰਨਾ, ਉਹਦੇ ਵਿੱਚ ਡਾਕਟਰ ਸਾਹਿਬ ਦਾ ਜਦੋਂ ਬਹੁਤ ਵੱਡਾ ਜਿਹੜਾ ਉਹ ਇਹਨਾਂ ਦਾ ਯੋਗਦਾਨ ਰਿਹਾ। ਸੋ ਡਾਕਟਰ ਸਾਹਿਬ,
डॉक्टर साहब, डॉक्टर राजीव मेरा शायद जस्ट ज्वाइन करके लीव कर गया, तो मैं कुछ रिक्वेस्ट करांगा जी जो टाइम कर सके उन्होंने दोबारा उन्होंने ज्वाइन करावांगा। सो इस तो पहले मैं इस ਵੈਬਿਨਾਰ ਨੂੰ ਅੱਗੇ ਤੋਰਦੇ ਹੋਏ ਮੈਂ ਰਿਕੁਐਸਟ ਕਰਾਂਗਾ ਸਾਡੇ ਇੰਜੀਨੀਅਰ ਰੁਪਿੰਦਰ ਚੰਦੇਲ ਜੀ ਨੂੰ ਕਿ ਇਹ ਪਰਾਲੀ ਦੀ ਜੇ ਆਪਾਂ ਸੰਭਾਲਣੀ ਆ ਦੱਸੋ ਕਿਹੜੀਆਂ ਤਕਨੀਕਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀਆਂ ਉਹ ਸਿਫਾਰਸ਼ ਕੀਤੀਆਂ ਨੇ, ਉਹਨਾਂ ਬਾਰੇ ਬਰੀਫ ਹੈ ਜਿਹੜਾ 5-7 ਮਿੰਟ ਦੇ ਵਿੱਚ ਜਿਹੜਾ ਉਹ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਆਪਣੇ ਡਾਕਟਰ ਰੁਪਿੰਦਰ ਚੰਦੇਲ। ਧੰਨਵਾਦ ਡਾਕਟਰ ਸਾਹਿਬ। ਇਸ ਮੀਟਿੰਗ ਦੇ ਵਿੱਚ ਮੌਜੂਦ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪਾਂ ਜਾਣਦੇ ਹਾਂ ਜੀ, ਅੱਗੇ ਝੋਨੇ ਦੀ ਜਿਹੜੀ ਵਾਢੀ ਹੈਗੀ ਆ ਉਹ ਨੇੜੇ ਆ, ਤੇ ਪਰਾਲੀ ਦੇ ਜਿਹੜਾ ਮੁੱਦਾ ਹੈਗਾ ਆ ਵੀ ਉਹ ਆਪਣੇ, ਕਿਉਂਕਿ ਕਾਫੀ ਜ਼ਿਆਦਾ ਝੋਨੇ ਥੱਲੇ ਰਕਬਾ ਹੈਗਾ ਆ ਤੇ ਪਰਾਲੀ ਦੀ ਮਾਤਰਾ ਕਾਫੀ ਜ਼ਿਆਦਾ ਹੋ ਜਾਂਦੀ ਹੈ, ਤੇ ਆਪਾਂ ਸਾਰਿਆਂ ਨੂੰ ਜਿਹੜਾ ਰਲ ਕੇ ਇੱਕ ਹਿੰਮਤ ਕਰਨੀ ਪਏਗੀ, ਹਮਲਾ ਕਰਨਾ ਪਏਗਾ ਇੰਨੀ ਮਾਤਰਾ ਦੇ ਵਿੱਚ ਜਿਹੜੀ ਪਰਾਲੀ ਹੈ ਉਹਨੂੰ ਹੈਂਡਲ ਕਰਨ ਵਾਸਤੇ। ਤੇ ਪਰਾਲੀ ਜੇ ਆਪਾਂ ਦੇਖੀਏ ਕਿ ਕੀ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕਾਂ ਉਪਲਬਧ ਨੇ, ਉਹਨਾਂ ਦੇ ਵਿੱਚੋਂ ਮੁੱਖ ਤੌਰ ਤੇ 3 ਤਰੀਕੇ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਜ਼ਿਆਦਾ ਤਰਜੀਹ ਹੈ ਜਾਂ ਜਿਹੜੀ ਸਾਡੀ ਜਿੰਨੇ ਵੀ ਪ੍ਰੋਜੈਕਟ ਨੇ ਜਿਹੜੇ ਪਰਾਲੀ ਦੇ ਆ ਰਹੇ ਨੇ ਉਹ ਇਹੀ ਨੇ ਕਿ ਤੁਸੀਂ ਪਰਾਲੀ ਨੂੰ ਖੇਤ ਵਿੱਚ ਸੰਭਾਲੋ। ਖੇਤ ਵਿੱਚ ਸੰਭਾਲਣ ਦਾ ਫਾਇਦਾ ਇਹ ਹੈ ਕਿ ਜਦੋਂ ਅਸੀਂ ਲਗਾਤਾਰ ਫਸਲੀ ਚੱਕਰ ਹੈ, ਕਣਕ ਝੋਨਾ ਹੈ ਜਾਂ ਹੋਰ ਵੀ ਕਈ ਜ਼ਿਮੀਂਦਾਰ ਮੱਕੀ ਆਲੂ ਵੀ ਲੈ ਰਹੇ ਨੇ, ਤੇ ਜਦੋਂ ਅਸੀਂ ਪਰਾਲੀ ਨੂੰ ਵਿੱਚ ਮਿਲਾ ਦਿੰਦੇ ਹਾਂ ਜ਼ਮੀਨ 'ਚੋਂ ਜਿੰਨਾ ਅਸੀਂ ਮਾਦਾ ਯੂਜ਼ ਕਰਦੇ ਹਾਂ ਉਨਾ ਮਾਦਾ ਦੁਬਾਰਾ ਆਪਾਂ ਜ਼ਮੀਨ ਦੇ ਵਿੱਚ ਪਾ ਦਿੰਦੇ ਹਾਂ। ਜਿਹੜੀਆਂ ਰਸਾਇਣਿਕ ਖਾਦਾਂ ਨੇ ਉਹ ਇੰਨਾ ਮਤਲਬ ਜਿਹੜਾ ਸਿਰਫ ਫਸਲ ਦੀ ਗਰੋਥ ਵਾਸਤੇ ਨੇ, ਪਰ ਜਿਹੜੀ ਮਿੱਟੀ ਦਾ ਜੈਵਿਕ ਮਾਦਾ ਆ ਉਹ ਜਦੋਂ ਅਸੀਂ ਫਸਲੀ ਰਹਿੰਦ ਖੂੰਹਦ ਨੂੰ ਵਿੱਚ ਮਿਲਾ ਦਿੰਦੇ ਹਾਂ ਉਹਦੇ ਨਾਲ ਵੱਧਦਾ ਹੈ। ਤੇ ਉਹਦੇ ਲਈ ਜੇ ਸਾਰੇ ਕਿਸਾਨ ਵੀਰ ਇੱਕ ਹਮਲਾ ਕਰਨਗੇ ਤਾਂ ਹਮਲਾ ਮਾਰਨਗੇ ਤਾਂ ਉਹਦੇ ਨਾਲ ਜਿਹੜੀ ਮਿੱਟੀ ਦੀ ਸਿਹਤ ਵਿੱਚ ਵਾਧਾ ਹੋਏਗਾ। ਤੇ ਜਿਹੜੀ ਪਰਾਲੀ ਨੂੰ ਖੇਤ ਵਿੱਚ ਮੈਂ ਸੰਭਾਲਣ ਵਾਲੀ ਤਕਨੀਕਾਂ ਬਾਰੇ ਪਹਿਲਾਂ ਗੱਲ ਕਰੂੰਗਾ, ਜਿਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੰਬੇ ਸਮੇਂ ਤੋਂ ਜਿਹੜੀ ਤਜਰਬਿਆਂ ਤੋਂ ਬਾਅਦ ਇੱਕ ਹੈਪੀ ਸੀਡਰ ਮਸ਼ੀਨ ਦੀ ਜਿਹੜੀ ਆਪਣੀ ਕਾਢ ਕੱਢੀ ਗਈ ਸੀ, ਜਿਹਦੇ ਵਿੱਚ ਕਿ ਬਹੁਤ ਹੀ ਘੱਟ ਖਰਚੇ ਦੇ ਵਿੱਚ ਜਿਹੜੀ ਹੈ ਕਣਕ ਦੀ ਬਿਜਾਈ ਹੋ ਜਾਂਦੀ ਹੈ। ਹੁਣ ਜਦੋਂ ਆਪਾਂ ਪਰਾਲੀ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਾਂ, ਮੈਂ ਨਾਲ ਨਾਲ ਖਰਚਿਆਂ ਦੀ ਵੀ ਗੱਲ ਕਰੂੰਗਾ, ਕਿਉਂਕਿ ਖਰਚਿਆਂ ਦੀ ਜਿਹੜੀ ਹੈ ਬਹੁਤ ਇੰਪੋਰਟੈਂਸ ਹੈ ਕਿ ਆਪਾਂ ਕਣਕ ਦੀ ਜਿਹੜੀ ਫਸਲ ਹੈ ਘੱਟ ਤੋਂ ਘੱਟ ਖਰਚੇ ਵਿੱਚ ਆਪਾਂ ਬਿਜਾਈ ਵੀ ਕਰਨੀ ਹੈ ਤੇ ਨਾਲ ਨਾਲ ਆਪਾਂ ਜਿਹੜਾ ਹੈਗਾ ਪਰਾਲੀ ਵੀ ਸੰਭਾਲਣੀ ਹੈ। ਤੇ ਇਸੇ ਦੇ ਅਧੀਨ ਜਿਹੜੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਇੱਕ ਹੈਪੀ ਸੀਡਰ ਮਸ਼ੀਨ ਜਿਹੜੀ ਤਿਆਰ ਕੀਤੀ ਗਈ ਹੈ, ਜੋ ਕਿ ਛੋਟੇ ਅਤੇ ਜਿਹੜੇ ਦਰਮਿਆਨੇ ਕਿਸਾਨ ਨੇ, ਕਿਉਂਕਿ ਉਹ ਮਸ਼ੀਨਰੀ ਜੇ ਆਪਾਂ ਦੇਖੀਏ ਕਿ ਜੇ ਮਸ਼ੀਨਰੀ ਡਿਵੈਲਪ ਕਰਨੀ ਆ ਉਹ ਜੋ ਆਪਣੀ ਟਰੈਕਟਰਸ ਆਪਣੇ ਕਿਸਾਨ ਵੀਰਾਂ ਕੋਲ ਉਪਲਬਧ ਨੇ ਉਹਦੇ ਨਾਲ ਮੈਚ ਵੀ ਹੋਣੀ ਚਾਹੀਦੀ ਹੈ। ਜੇ ਬਹੁਤ ਹੈਵੀ ਮਸ਼ੀਨਾਂ ਵੀ ਆ ਜਾਂਦੀਆਂ ਨੇ ਤੇ ਟਰੈਕਟਰ ਦੀ ਜੇ ਪਾਵਰ ਘੱਟ ਆ ਤੇ ਫਿਰ ਆਪਾਂ ਕੰਪੈਟੀਬਿਲਿਟੀ ਦੀ ਗੱਲ ਹੈ ਕਿ ਮਸ਼ੀਨਰੀ ਉਹ ਜਿਹੜੀ ਆਪਣੀ ਹੈਗੀ ਆ ਉਹ ਨਾਲ ਮੈਚ ਨਹੀਂ ਹੋਏਗੀ। ਫਿਰ ਜਿਹੜੀ ਆਪਣੇ ਕੋਲ ਮਸ਼ੀਨਰੀ ਜਿਹੜੀ ਉਪਲਬਧ ਹੈ ਉਹ ਟਰੈਕਟਰਾਂ ਨਾਲ ਮੈਚ ਹੋਣੀ ਚਾਹੀਦੀ ਆ। ਤੇ ਹੈਪੀ ਸੀਡਰ ਮਸ਼ੀਨ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹਦੀ ਡਿਵੈਲਪ ਕੀਤੀ ਗਈ ਹੈ ਯੂਨੀਵਰਸਿਟੀ ਵੱਲੋਂ। ਉਸ ਤੋਂ ਬਾਅਦ ਉਹਨੂੰ ਰਿਫਾਈਨਮੈਂਟ ਕਰਕੇ 45 ਤੋਂ 50 ਹਾਰਸ ਪਾਵਰ ਦੇ ਟਰੈਕਟਰ ਦੇ ਲਈ ਵੀ ਉਹਨੂੰ ਜਿਹੜਾ ਹੈਗਾ ਉਹ 'ਚ ਸੋਧ ਕੀਤੀ ਗਈ ਹੈ, ਤਾਂ ਕਿ ਜਿਹੜਾ ਆ ਹਰ ਇੱਕ ਜਿਹੜਾ ਜ਼ਿਮੀਂਦਾਰ ਹੈ ਇਸ ਮਸ਼ੀਨ ਦਾ ਫਾਇਦਾ ਲੈ ਸਕੇ। ਇਸ ਮਸ਼ੀਨ ਦੇ ਵਿੱਚ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਤੁਸੀਂ ਕੰਬਾਈਨ ਦੇ ਵਿੱਚ ਜਿਹੜੀ ਇੱਕ ਅਟੈਚਮੈਂਟ ਕੀਤੀ ਗਈ ਹੈ ਸੁਪਰ SMS ਦੀ, ਜਿਹਦੇ ਨਾਲ ਕਿ ਕੰਬਾਈਨ ਦੇ ਜਿਹੜਾ ਪਿੱਛੇ ਕਿਰਨ ਵਾਲਾ ਪਰਾਲ ਹੈ ਉਹਨੂੰ ਨਾਲੋਂ ਨਾਲ ਖਿਲਾਰ ਦਿੰਦੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਪੀ ਸੀਡਰ ਮਸ਼ੀਨ ਆ ਉਸ ਖੇਤ ਵਾਲੀ ਹਾਲਤ ਦੇ ਵਿੱਚ ਜਿਹੜੀ ਆ ਕਣਕ ਦੀ ਸਿੱਧੀ ਬਿਜਾਈ ਕਰ ਦਿੰਦੀ ਆ। ਤੇ ਜਿਹੜੀਆਂ ਖਾਸ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਉਹ ਇਹ ਨੇ ਕਿ ਤੁਸੀਂ ਖੇਤ ਦੇ ਵਿੱਚ ਜਿਹੜਾ ਹੈ ਇੱਕ ਤਾਂ ਦੇ ਵਿੱਚ ਗਿੱਲ ਹੋਣੀ ਜ਼ਰੂਰੀ ਆ ਜਦੋਂ ਕਣਕ ਦੀ ਬਿਜਾਈ ਕਰਨੀ ਹੈ। ਤੇ ਉਹਦੇ ਲਈ ਤੁਸੀਂ ਜਿਹੜਾ ਆਖਰੀ ਰੌਣੀ ਦਾ ਪਾਣੀ ਆ ਝੋਨੇ ਦਾ, ਜਿਵੇਂ ਮੰਨ ਲਓ 30 ਤਰੀਕ ਦੇ ਆਸ-ਪਾਸ ਜਾਂ ਤੁਸੀਂ ਜਦੋਂ ਵੀ ਵਾਢੀ ਕਰਨੀ ਆ, ਉਹ ਪਾਣੀ ਏਦਾਂ ਪਲਾਨ ਕਰੋ ਕਿ ਜਿਹੜਾ ਆ ਤੁਸੀਂ 10-15 ਦਿਨ ਪਹਿਲਾਂ ਪਲਾਨ ਕਰ ਲਓ ਵਾਢੀ ਤੋਂ, ਤਾਂ ਕਿ ਉਸੇ ਹੀ ਗਿੱਲ ਦੇ ਵਿੱਚ ਸੁਪਰ SMS ਵਾਲੀ ਕੰਬਾਈਨ ਨਾਲ ਵੱਢ ਕੇ ਆਪਾਂ ਜਿਹੜੀ ਹੈਪੀ ਸੀਡਰ ਮਸ਼ੀਨ ਵਾਲਾ ਇੱਕ ਅੱਧੇ ਦਿਨ ਦੇ ਵਿੱਚ ਬਿਜਾਈ ਆਪਾਂ ਕਰ ਦਈਏ। ਤੇ ਇਹ ਤਾਂ ਹੋ ਗਿਆ ਜੀ ਗਿੱਲ ਦਾ ਤੇ ਪਰਾਲੀ ਦਾ ਖਿਲਾਰਨ ਦਾ ਜਿਹੜਾ ਹੈਪੀ ਸੀਡਰ ਲਈ ਜ਼ਰੂਰੀ ਚੀਜ਼ ਆ। ਫਿਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਪਰਾਲੀ 'ਚ ਬਿਜਾਈ ਕਰਨੀ ਹੈ ਕਣਕ ਦੀ, ਇਹ ਗੱਲ ਯਾਦ ਰੱਖਿਓ, ਚਾਹੇ ਉਹ ਹੈਪੀ ਸੀਡਰ ਨਾਲ ਕਰਨੀ ਆ ਜਾਂ ਕਈ ਜ਼ਿਮੀਂਦਾਰ MP ਪਲਾਓ ਜਾਂ ਮਲਚਰ ਦੇ ਨਾਲ ਵਿੱਚ ਮਿਲਾ ਕੇ ਕਰਦੇ ਨੇ, ਬੀਜ ਨੂੰ ਦਵਾਈ ਜ਼ਰੂਰ ਲਾਉਣੀ ਆ ਜਿਹੜੀ ਉੱਲੀ ਨਾਸ਼ਕ ਜਾਂ ਹੋਰ ਆ, ਉਹ ਡਾਕਟਰ ਸਾਹਿਬ ਹੋਰ ਦੂਜੇ ਹੈਗੇ ਨੇ ਉਹ ਗੱਲ ਕਰਨਗੇ। ਕਿਉਂਕਿ ਜਦੋਂ ਪਰਾਲੀ ਦੇ ਵਿੱਚ ਆਪਾਂ ਕੋਈ ਫਸਲ ਬੀਜਣੀ ਆ ਤਾਂ ਇਨਫੈਸਟੇਸ਼ਨ ਜਾਂ ਕੋਈ ਬਿਮਾਰੀ ਦਾ ਜਿਵੇਂ ਹੁੰਦਾ ਹੈ ਵੀ ਉਹ ਲੱਗਣ ਦਾ ਆਪਾਂ ਨੂੰ ਜਿਹੜਾ ਉਸ ਚੀਜ਼ ਤੋਂ ਬਚਣ ਵਾਸਤੇ ਦਵਾਈ ਲਾਉਣੀ ਬਹੁਤ ਜ਼ਰੂਰੀ ਆ।
ਅਸੀਂ ਖੇਤਾਂ ਦੇ ਵਿੱਚ ਘੁੰਮਦੇ ਰਹਿੰਦੇ ਪਿੰਡਾਂ ਦੇ ਵਿੱਚ, ਕਈ ਜਿਹੜੇ ਜ਼ਿਮੀਂਦਾਰ ਭਰਾ ਮੈਂ ਬਹੁਤੇ ਦੇਖਿਆ ਕਣਕ ਦੇ ਬੀਜ ਨੂੰ ਜਿਹੜਾ ਨਾ ਟ੍ਰੀਟ ਨਹੀਂ ਕਰਦੇ ਹੈਗੇ, ਤੇ ਉਹਦੇ ਨਾਲ ਵੀ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹ ਵੱਧ ਜਾਂਦੀਆਂ ਨੇ। ਤੇ ਉਹਦੇ ਲਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਤੇ ਹੈਪੀ ਸੀਡਰ ਮਸ਼ੀਨ ਦੇ ਨਾਲ ਜਦੋਂ ਤੁਸੀਂ ਬਿਜਾਈ ਕਰ ਦਿੰਦੇ ਹੋ, ਉਸਦੇ ਬਾਅਦ ਜਿਹੜਾ ਤੁਸੀਂ ਦੇਖੋਗੇ ਕਿ ਇੱਕੋ ਹੀ ਆਪਰੇਸ਼ਨ ਦੇ ਵਿੱਚ ਜਿਹੜਾ ਕਣਕ ਬੀਜੀ ਜਾਂਦੀ ਹੈ ਆਪਣੀ, ਬਹੁਤ ਹੀ ਘੱਟ ਖਰਚੇ ਦੇ ਵਿੱਚ। ਤੇ ਫਿਰ ਇਸ ਤੋਂ ਬਾਅਦ ਜਿਹੜਾ ਤੁਸੀਂ ਖੇਤ ਦੀ ਪਹਿਲਾ ਮਹੀਨਾ ਜਿਹੜੀ ਮੋਨੀਟਰਿੰਗ ਵੀ ਰੱਖਣੀ ਹੈ, ਕਿਉਂਕਿ ਪਰਾਲੀ ਦੇ ਵਿੱਚ ਕਣਕ ਬੀਜੀ ਆ, ਜੇ ਕੋਈ ਚੂਹਿਆਂ ਦੀ ਸਮੱਸਿਆ ਆਉਂਦੀ ਹੈ ਜਾਂ ਖੁੱਡਾਂ ਦਿਖਦੀਆਂ ਨੇ ਉੱਥੇ ਦਵਾਈ ਪਾਉਣੀ ਪਏਗੀ ਤੁਹਾਨੂੰ। ਤੇ ਪਹਿਲਾ ਪਾਣੀ ਜਿਹੜਾ ਲਾਣਾ ਆ ਥੋੜਾ ਹਲਕਾ ਰੱਖਣਾ ਆ, ਕਿਉਂਕਿ ਜਦੋਂ ਕਣਕ ਖੇਤ ਚੋਂ ਨਿਕਲ ਰਹੀ ਹੁੰਦੀ ਹੈ ਉਦੋਂ ਉਹਦੇ ਵਿੱਚ ਜੇ ਤੁਸੀਂ ਜ਼ਿਆਦਾ ਭਾਰੀ ਪਾਣੀ ਲਗਾ ਦੋਗੇ, ਪਰਾਲ ਥੋੜਾ ਭਾਰਾ ਹੋ ਕੇ ਜਿਹੜੀ ਉਹ ਕਣਕ ਦੀ ਗਰੋਥ ਨੂੰ ਸਪਰੈਸ ਕਰ ਸਕਦਾ। ਤੁਸੀਂ ਪਹਿਲਾ ਪਾਣੀ ਹਲਕਾ ਰੱਖਣਾ ਰੌਣੀ ਦਾ। ਜਿਹੜੇ ਅਗਲੇ ਪਾਣੀ ਨੇ ਜਦੋਂ ਕਣਕ ਤੁਹਾਡੀ ਜੰਮ ਖੜੀ ਸਾਰੀ, ਫਿਰ ਤੁਸੀਂ ਪਾਣੀ ਜਿਹੜੇ ਆਪਣੇ ਨਾਰਮਲ ਜਿਵੇਂ ਲਗਾਉਂਦੇ ਉਸੇ ਤਰੀਕੇ ਨਾਲ ਲਾ ਸਕਦੇ ਹੋ। ਤੇ ਇਹਦੇ ਵਿੱਚ ਜਿਹੜੀ ਡਾਇਆ ਖਾਦ ਹੈ ਤੁਸੀਂ ਉਹ ਜਦੋਂ ਹੈਪੀ ਸੀਡਰ ਮਸ਼ੀਨ ਦੇ ਨਾਲ ਹੀ ਜਿਹੜੀ ਗਿਰ ਦੇਣੀ ਆ। ਤੇ ਦੂਸਰਾ ਹੈਗਾ, ਜੇ ਇਹ ਸੀਗਾ ਜੇ ਖੇਤ ਦੇ ਵਿੱਚ ਆਪਾਂ ਪਰਾਲੀ ਨੂੰ ਮਲਚ ਦੇ ਤੌਰ ਤੇ ਰੱਖਦੇ ਹਾਂ, ਆਪਾਂ ਵਿੱਚ ਨਹੀਂ ਮਿਲਾਇਆ, ਉਹਦੇ ਉੱਪਰ ਰੱਖਤਾ, ਤੇ ਇਹਦੇ ਵਿੱਚ ਜਿਹੜੀ ਖੇਤ ਦੀ ਨਮੀ ਵੀ ਲੰਬੇ ਸਮੇਂ ਲਈ ਬਰਕਰਾਰ ਰਹਿੰਦੀ ਆ, ਪਾਣੀ ਦੀ ਵੀ ਬਚਤ ਹੁੰਦੀ ਆ, ਤੇ ਦੂਜਾ ਥੋੜਾ ਖਾਦ ਦਾ ਵੀ ਜਿਹੜਾ ਆ ਉਹ ਕੰਮ ਕਰਦੀ ਹੈ ਪਰਾਲੀ। ਫਿਰ ਇਸੇ ਤਰੀਕੇ ਨਾਲ ਜੇ ਤੁਸੀਂ ਹੁਣ ਸੁਪਰ ਮੈਸ ਜਿਹੜੀ ਹੈਗੀ ਆ ਕੰਬਾਈਨ ਤੋਂ ਬਾਅਦ, ਇੱਕ ਸਾਡੇ ਕੋਲ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਇੱਕ ਜਿਹੜੀ ਸਪੈਸ਼ਲ ਡਰਿਲ ਪਈ ਆ, ਜ਼ੀਰੋ ਡਰਿਲ 'ਚ ਸੋਧ ਕੀਤੀ ਹੋਈ ਆ, ਤੁਸੀਂ ਉਹ ਡਰਿਲ ਦੇ ਨਾਲ ਵੀ ਜਿਹੜੀ ਸਿੱਧੀ ਬਿਜਾਈ ਕਰ ਸਕਦੇ ਹੋ, ਯਾਨੀ ਕਿ ਘੱਟ ਖਰਚੇ ਦੇ ਵਿੱਚ। ਤੇ ਉਹ ਡਰਿਲ ਦੇ ਨਾਲ ਵੀ ਜਿਹੜਾ ਆਪਾਂ ਸਿੱਧੀ ਮਲਚਰ ਕੀਤੇ ਖੇਤ ਦੇ ਵਿੱਚ ਜਾਂ ਸੁਪਰ ਐਸਐਮਐਸ ਵਾਲੇ ਖੇਤ 'ਚ ਬਿਜਾਈ ਕਰ ਸਕਦੇ ਹਾਂ, ਉਹਦੇ ਵਿੱਚ ਵੀ ਕਣਕ ਦੀ ਗਰੋਥ ਵਧੀਆ ਹੁੰਦੀ ਆ। ਜਿਨ੍ਹਾਂ ਕਿਸਾਨ ਵੀਰਾਂ ਨੇ ਜਿਹੜੇ ਪਰਾਲੀ ਨੂੰ ਮੰਨ ਲਓ ਜਿਨ੍ਹਾਂ ਨੇ ਆਲੂ ਬੀਜਣੇ ਜਾਂ ਹੋਰ ਫਸਲਾਂ ਪਰਾਲੀ ਨੂੰ ਵਿੱਚ ਮਿਲਾਉਣਾ ਹੈ, ਤਾਂ ਉਹ ਜਿਹੜੀ ਆਪਣੀ ਮਲਚਰ ਤੇ ਪਲਾਉ ਦੀ ਜਿਹੜੀ ਆ ਮਸ਼ੀਨਰੀ ਯੂਜ਼ ਕਰ ਸਕਦੇ ਆ। ਉਹਦੇ ਵਿੱਚ ਜਿਹੜਾ ਤੁਸੀਂ ਦੇਖਣਾ ਹੈ ਕਿ ਜਦੋਂ ਮਲਚਰ ਖੇਤ ਦੇ ਵਿੱਚ ਜਦੋਂ ਤੁਸੀਂ ਕੰਬਾਈਨ ਜਦੋਂ ਤੁਹਾਡਾ ਝੋਨਾ ਵੱਢ ਦਿੰਦੀ ਆ, ਤਾਂ ਮਲਚਰ ਕੋਸ਼ਿਸ਼ ਕਰੋ ਜਿੰਨੀ ਜਲਦੀ ਮਲਚਰ ਖੇਤ ਦੇ ਵਿੱਚ ਮਤਲਬ ਮਾਰ ਦਿਓ, ਕਿਉਂਕਿ ਪਰਾਲੀ ਜਦੋਂ ਥੋੜੀ ਗਿੱਲੇਪਨ 'ਚ ਹੋਏਗੀ ਜਾਂ ਥੋੜਾ ਹੁੰਦਾ ਆ ਮੋਇਸਚਰ ਹੋਏਗਾ, ਉਹ ਜਲਦੀ ਕੁਤਰੀ ਜਾਂਦੀ ਹੈ, ਤੇ ਜਦੋਂ ਉਹਨੂੰ ਜ਼ਮੀਨ 'ਚ ਜਿੰਨੀ ਜਲਦੀ ਪਲਟਾ ਦਿਓਗੇ ਉਹ ਗਲਣਾ ਸ਼ੁਰੂ ਹੋ ਜਾਏਗੀ। ਜਿਹੜੀ ਪਰਾਲੀ ਆਪਾਂ ਜ਼ਮੀਨ ਦੇ ਵਿੱਚ ਪਲਟਾਉਂਦੇ ਆ, ਤੁਸੀਂ ਮਲਚਰ ਜਾਂ ਪਲਾਉ ਯੂਜ਼ ਕਰ ਸਕਦੇ ਹੋ। ਕਈ ਕਿਸਾਨ ਵੀਰ ਮੈਂ ਦੇਖਿਆ ਸੁਪਰ ਐਸਐਮਐਸ ਵਾਲੀ ਕੰਬਾਈਨ ਤੋਂ ਬਾਅਦ ਡਿਸਕਾਂ ਜਿਹੜੀਆਂ ਨੇ ਤਵੀਆਂ ਸਿੱਧੀਆਂ ਚੱਲ ਜਾਂਦੀਆਂ ਨੇ, ਉਹ ਵੀ ਵਰਤ ਰਹੇ ਨੇ, ਉਸ ਤਰੀਕੇ ਨਾਲ ਵੀ ਕਰ ਸਕਦੇ ਹੋ। ਪਰ ਇਹ ਗੱਲ ਯਾਦ ਰੱਖਣੀ ਹੈ ਕਿ ਉਸ ਦੇ ਵਿੱਚ ਵੀ ਤੁਹਾਨੂੰ ਗਿੱਲ ਹੋਣੀ ਜ਼ਰੂਰੀ ਆ। ਜਦੋਂ ਖੇਤ ਦੇ ਮਿੱਟੀ ਦੇ ਵਿੱਚ ਗਿੱਲ ਹੋਏਗੀ ਤਦੀ ਜਿਹੜੀ ਉਹ ਪਰਾਲੀ ਜਿਹੜੀ ਆ ਗਲਣਾ ਸ਼ੁਰੂ ਹੋਏਗੀ। ਜੇ ਤੁਸੀਂ ਸਮਾਂ ਜਿਹੜਾ ਅਗਲੀ ਫਸਲ ਦਾ ਥੋੜਾ ਆ, ਆਲੂ ਬੀਜਣਾ ਜਾਂ ਕੋਈ ਵੀ ਆ, ਤਾਂ ਤੁਸੀਂ ਪਰਾਲੀ ਨੂੰ ਵਿੱਚ ਪਲਟਾਉਣ ਤੋਂ ਪਹਿਲਾਂ ਜਿਹੜਾ 15 ਤੋਂ 20 ਕਿਲੋ ਜਿਹੜਾ ਯੂਰੀਆ ਦਾ ਬ੍ਰੌਡਕਾਸਟ ਖੇਤ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਉਹਦੇ ਨਾਲ ਨਾਈਟ੍ਰੋਜਨ ਮਿਲ ਜਾਂਦੀ ਆ, ਤੇ ਜਿਹੜਾ ਪਰਾਲੀ ਦੀ ਗਲਣ ਦੀ ਕਿਰਿਆ ਜਿਹੜੀ ਤੇਜ਼ ਹੋ ਜਾਂਦੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਇਹ ਤਰੀਕੇ ਨਾਲ ਪਰਾਲੀ ਜਿਹੜੀ ਵਿੱਚ ਮਿਲਾ ਸਕਦੇ ਆ। ਇੱਕ ਜਿਹੜੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੋਰ ਦੱਸੀ ਗਈ ਹੈ ਕਿ ਜੇ ਆਪਾਂ ਜਦੋਂ ਖੇਤ ਦੇ ਵਿੱਚ ਝੋਨਾ ਵੱਢਣ ਤੋਂ ਬਾਅਦ ਜਿਹੜਾ ਪਰਾਲੀ ਨੂੰ ਆਪਾਂ ਮਲਚ ਕਰ ਲੈਣਾ ਹੈ, ਤੇ ਉਸ ਤੋਂ ਬਾਅਦ ਉਹਨੂੰ ਇੱਕ ਹਲਕਾ ਜਿਹੜਾ ਪਾਣੀ ਲਗਾਉਣਾ ਹੈ। ਠੀਕ ਹੈ ਜੀ। ਤੇ ਫਿਰ ਹਲਕਾ ਰੌਣੀ ਕਰਕੇ ਜਿਵੇਂ ਆਪਾਂ ਕੱਦੂ ਕਰਦੇ ਹਾਂ, ਰੋਟਾਵੇਟਰ ਦੇ ਨਾਲ ਜਿਹੜੀ ਕੁਤਰੀ ਹੋਈ ਪਰਾਲੀ ਆ ਉਸ ਨੂੰ ਆਪਾਂ ਜ਼ਮੀਨ ਦੇ ਵਿੱਚ ਮਿਲਾ ਦੇਣਾ ਹੈ। ਤੇ ਉਸ ਤੋਂ ਬਾਅਦ ਜਿਹੜੀ ਆ ਮਤਲਬ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ, ਤੇ ਉਹ ਜਿਹੜਾ ਬੱਤਰ ਤੁਹਾਡਾ ਹੈਗਾ ਆ 15 ਜਾਂ 20 ਦਿਨਾਂ ਦੇ ਵਿੱਚ ਆ ਜਾਏਗਾ, ਉਹਦੇ ਵਿੱਚ ਪਰਾਲੀ ਸਾਰੀ ਚੰਗੀ ਤਰ੍ਹਾਂ ਗਲ ਜਾਂਦੀ ਆ, ਤੇ ਤੁਸੀਂ ਜਿਹੜੀ ਉਸ ਖੇਤ ਦੇ ਵਿੱਚ ਸਿੱਧਾ ਹੀ ਜਿਹੜੀ ਆਮ ਡਰਿਲ ਜ਼ੀਰੋ ਡਰਿਲ ਦੇ ਨਾਲ ਜਿਹੜੀ ਕਣਕ ਦੀ ਬਿਜਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਜਿਹੜੀਆਂ ਤਕਨੀਕਾਂ ਨੇ ਜਿਹਦੇ ਵਿੱਚ ਆਪਾਂ ਪਰਾਲੀ ਵਿੱਚ ਪਲਟਾਉਂਦੇ ਆ, ਇਹ એનર્ਜੀ ਵੱਧ ਲੈਂਦੀਆਂ ਨੇ, ਕਿਉਂਕਿ ਤੁਸੀਂ ਦੇਖੋ ਮਲਚਰ ਦਾ ਆਪਰੇਸ਼ਨ ਆ, ਐਮਬੀ ਪਲਾਉ ਦਾ ਆਪਰੇਸ਼ਨ ਆ, ਜਾਂ ਤਵੀਆਂ ਦੇ ਆਪਰੇਸ਼ਨ ਹੈ, ਇਹਨਾਂ ਦੇ ਵਿੱਚ ਜਿਹੜੇ ਆ ਜਿਹੜੀ ਆਪਰੇਸ਼ਨਾਂ ਦੀ ਗਿਣਤੀ ਵੀ ਵੱਧ ਗਈ, ਖਰਚਾ ਵੀ ਵੱਧ ਗਿਆ। ਠੀਕ ਹੈ ਜੀ। ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮਿੱਟੀ ਦੀ ਸਿਹਤ 'ਚ ਵਾਧਾ ਹੋਣਾ ਹੈ, ਜਿਹੜੇ ਖਾਦਾਂ ਦੀ ਮਿਕਦਾਰ ਘਟੇਗੀ, ਤੇ ਨਾਲ ਨਾਲ ਜਿਹੜਾ ਤੁਹਾਡਾ ਫਸਲਾਂ ਦੇ ਝਾੜ 'ਚ ਫਾਇਦਾ ਮਿਲੇਗਾ। ਤਾਂ ਉਹ ਸਾਰੇ ਇਨਡਾਇਰੈਕਟ ਫਾਇਦੇ ਨੇ ਜਿਹੜੇ ਤੁਹਾਨੂੰ ਇੱਕਦਮ ਸ਼ੁਰੂ 'ਚ ਨਹੀਂ ਦਿਖਦੇ। ਠੀਕ ਹੈ ਜੀ। ਉਹ ਤੁਹਾਨੂੰ ਬਾਅਦ 'ਚ ਸਾਰੇ ਫਾਇਦੇ ਮਿਲਣਗੇ। ਤੇ ਤੀਸਰਾ ਤਰੀਕਾ ਜਿਹੜਾ ਹੈਗਾ ਕਿ ਆਪਾਂ ਖੇਤ ਦੇ ਵਿੱਚੋਂ ਪਰਾਲੀ ਨੂੰ ਜਿਵੇਂ ਗੱਠਾ ਬਣਾ ਕੇ ਜੇ ਕੱਢ ਲੈਂਦੇ ਆ ਬੇਲਰ ਟੈਕਨੀਕ ਦੇ ਨਾਲ, ਉਹਦੇ ਲਈ ਜਿਹੜੇ 3 ਆਪਰੇਸ਼ਨ ਜ਼ਰੂਰੀ ਨੇ। ਇੱਕ ਤਾਂ ਜਿਹੜਾ ਹੈਗਾ ਪਹਿਲਾਂ ਤੁਸੀਂ ਰੀਪਰ ਦੇ ਨਾਲ ਸਾਰੇ ਮੁੱਢ ਕੱਟਣੇ ਆ, ਫਿਰ ਇੱਕ ਰੇਕ ਮਸ਼ੀਨ ਆਉਂਦੀ ਆ, ਰੇਕ ਮਸ਼ੀਨ ਦੇ ਨਾਲ ਜਿਹੜੀ ਆ ਪਰਾਲੀ ਦੀਆਂ ਜਿਹੜੀ ਕੱਟੇ ਹੋਏ ਜਿਹੜੇ ਪਰਾਲ ਆ ਉਹਦੀਆਂ ਲਾਈਨਾਂ ਬਣ ਜਾਂਦੀਆਂ ਨੇ, ਤੇ ਬੇਲਰ ਮਸ਼ੀਨ ਚਲਾ ਕੇ ਆਪਾਂ ਗੱਠਾ ਬਣਾ ਲੈਂਦੇ ਆ। ਹੁਣ ਗੱਲ ਇਹ ਵੀ ਜਦੋਂ ਪਰਾਲੀ ਦੀਆਂ ਗੱਠਾਂ ਬਣਾ ਲਈਆਂ, ਅੱਗੇ ਆਪਾਂ ਉਹਦਾ ਕੀ ਕਰ ਸਕਦੇ ਆ, ਉਹਦੇ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਮਤਲਬ ਇੱਕ ਤਕਨੀਕਾਂ ਦੇ ਉੱਪਰ ਕੰਮ ਚੱਲ ਰਿਹਾ। ਉਹਦੇ ਵਿੱਚ ਤੁਸੀਂ ਜਿਹੜੀਆਂ ਗੱਠਾਂ ਨੇ ਦੇਖਿਆ ਹੋਣਾ, ਪੰਜਾਬ ਗਵਰਨਮੈਂਟ ਵੱਲੋਂ ਪਹਿਲਾਂ ਹੀ ਜਿਹੜੇ ਪਾਵਰ ਪਲਾਂਟ ਕਈ ਜ਼ਿਲ੍ਹਿਆਂ 'ਚ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ ਪਰਾਲੀ ਦੀ ਜਿਹੜੀ ਵਰਤੋਂ ਹੈ ਬਿਜਲੀ ਪੈਦਾ ਕਰਨ ਲਈ ਹੋ ਰਹੀ ਆ। ਠੀਕ ਹੈ ਜੀ।
ਤੇ ਕੁਝ ਕਿਸਾਨ ਵੀਰ ਜਿਹੜੇ ਆਪਣੇ ਕਰ ਵੀ ਰਹੇ ਨੇ ਕੰਮ ਕਿਰਾਏ ਦੇ ਤੌਰ ਤੇ। ਕਸਟਮ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ, ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਉਹ ਦਿੱਤੀ ਗਈ ਆ, ਕਸਟਮ ਸੈਂਟਰ ਬਣਾ ਕੇ ਆਪਣਾ ਗਰੁੱਪ ਬਣਾ ਕੇ ਜਿਹੜੀ ਮਸ਼ੀਨਰੀ ਚਲਾ ਰਹੇ ਆ ਤੇ ਉਹ ਗੱਠਾਂ ਬਣਾ ਕੇ ਜਿਹੜੀਆਂ ਉੱਥੇ ਦੇ ਰਹੇ ਨੇ। ਤੇ ਇਸ ਤੋਂ ਇਲਾਵਾ ਆਪਾਂ ਇਹਨੂੰ ਪਰਾਲੀ ਤੋਂ ਚੱਲਣ ਵਾਲਾ ਇੱਕ ਬਾਇਓਗੈਸ ਪਲਾਂਟ ਵੀ ਜਿਹੜਾ ਉਹ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ ਟੈਕਨੀਕ ਡਿਵੈਲਪ ਹੋਈ ਹੈ, ਜਿਹੜਾ ਕਿ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵਿਖੇ ਅਸੀਂ ਇਦੋਂ ਜਿਹੜਾ ਇੰਸਟਾਲ ਹੋ ਰਿਹਾ। ਜਿਹੜੇ ਵੀ ਕਿਸਾਨ ਵੀਰ ਆਪਣੇ ਜ਼ਿਲ੍ਹੇ ਦੇ ਹੈਗੇ ਨੇ, ਜੇ ਉਹ ਦੇਖਣਾ ਚਾਹੁੰਦੇ ਨੇ, ਉਹ ਕਦੇ ਵੀ ਆ ਕੇ ਆਪਣਾ ਦੇਖ ਸਕਦੇ ਨੇ। ਇਹਦੇ ਵਿੱਚ ਇੱਕ ਟਾਈਮ ਤੇ 16 ਕੁਇੰਟਲ ਜਿਹੜੀ ਝੋਨੇ ਦੀ ਪਰਾਲੀ ਪੈ ਜਾਂਦੀ ਹੈ ਤੇ 4 ਕੁਇੰਟਲ ਜਿਹੜਾ ਹੈ ਗੋਹਾ ਪੈਂਦਾ ਹੈ, ਤੇ ਲਗਾਤਾਰ ਜਿਹੜੀ 4 ਤੋਂ 5 ਮਹੀਨੇ ਤੱਕ ਤੁਹਾਨੂੰ ਜਿਹੜੀ ਬਾਇਓਗੈਸ ਦੀ ਪ੍ਰੋਡਕਸ਼ਨ ਮਿਲਦੀ ਹੈ। ਤੇ ਇਸ ਤਰੀਕੇ ਨਾਲ ਜੇ ਆਪਾਂ ਦੇਖੀਏ ਵੀ ਇੱਕ ਸਾਲ ਦੇ ਵਿੱਚ ਲਗਭਗ 70 ਤੋਂ 100 ਕੁਇੰਟਲ ਇਹਨੂੰ ਪਰਾਲੀ ਚਾਹੀਦੀ ਹੈ। ਤਾਂ ਛੋਟੇ ਜ਼ਿਮੀਂਦਾਰ ਜਿਹੜੇ 4 ਤੋਂ 5 ਕਿੱਲਿਆਂ ਵਾਲੇ, ਉਹ ਜਿਹੜੇ ਪਰਾਲੀ ਦੀਆਂ ਜੇ ਇਕੱਠਾ ਬਣਾ ਕੇ ਰੱਖ ਲੈਂਦੇ ਆ ਸ਼ੈੱਡ ਥੱਲੇ, ਤਾਂ ਉਹ ਇਸੇ ਦੇ ਵਿੱਚ ਹੀ ਜਿਹੜਾ ਬਾਇਓਗੈਸ ਪਲਾਂਟ ਮੈਂ ਗੱਲ ਕਰ ਰਿਹਾ, ਪਰਾਲੀ ਦੀ ਸਾਰੀ ਜਿਹੜੀ ਖਪਤ ਆ ਇਸੇ ਪਲਾਂਟ 'ਚ ਹੋ ਸਕਦੀ ਆ। ਤੇ ਜਿਹੜੀ ਬਾਅਦ ਚੋਂ ਜਿਹੜੀ ਸਲਰੀ ਬਣਦੀ ਆ ਜਾਂ ਜੋ ਇਹਦੀ ਰਹਿੰਦ ਖੂੰਹਦ 4-5 ਮਹੀਨਿਆਂ ਤੁਸੀਂ ਖਾਲੀ ਕਰੋਗੇ, ਉਹ ਤੁਸੀਂ ਖੇਤਾਂ ਦੇ ਵਿੱਚ ਪਾ ਸਕਦੇ ਹੋ, ਖਾਦ ਦਾ ਕੰਮ ਕਰੇਗੀ। ਤਾਂ ਇਸ ਤਰੀਕੇ ਨਾਲ ਜਿਹੜੇ ਆ ਆਪਾਂ ਪਰਾਲੀ ਦੀ ਜੋ ਵਰਤੋਂ ਇਸ ਬਾਇਓਗੈਸ ਪ੍ਰੋਡਕਸ਼ਨ ਲਈ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਮੈਡਮ ਨੇ ਦੱਸਿਆ ਜਿਵੇਂ ਮਸ਼ਰੂਮ ਪ੍ਰੋਡਕਸ਼ਨ ਦੇ ਲਈ ਆਪਾਂ ਇਹਨੂੰ ਕਰ ਸਕਦੇ ਹਾਂ। ਤੇ ਕਈ ਆਪਣੇ ਜਲੰਧਰ ਜ਼ਿਲ੍ਹੇ ਦੇ ਗਾਂਹ ਵਧੂ ਕਿਸਾਨ ਨੇ, ਉਹ ਇਹ ਤੋਂ ਗੱਤਾ ਵੀ ਤਿਆਰ ਕਰ ਰਹੇ ਨੇ। ਤੇ ਬਹੁਤ ਸਾਰੇ ਹੋਰ ਵਿਕਲਪ ਜਿਹੜੇ ਅਲਟਰਨੇਟਿਵ ਹੈਗੇ ਨੇ, ਜਿਹੜੇ ਕਿਸਾਨ ਵੀਰ ਇਹਨਾਂ ਵੱਲ ਤੁਰ ਸਕਦੇ ਨੇ। ਤੇ ਇਸ ਤੋਂ ਇਲਾਵਾ ਜੀ ਜੇ ਕੋਈ ਵੀ ਕਿਸੇ ਕਿਸਾਨ ਵੀਰ ਨੇ ਪਰਾਲੀ ਦੇ ਜੇ ਕੋਈ ਮਸ਼ੀਨਰੀ ਆ, ਮੈਂ ਗੱਲ ਕਰ ਰਿਹਾ ਸੀ, ਹੈਪੀ ਸੀਡਰ ਹੈ, ਮਲਚਰ ਹੈ, ਪਲਾਓ ਹੈ, ਤੁਸੀਂ ਜੇ ਪ੍ਰਦਰਸ਼ਨੀ ਦੇ ਤੌਰ ਤੇ ਇਹਨਾਂ ਦਾ ਟਰਾਇਲ ਕਰਨਾ ਚਾਹੁੰਦੇ ਹੋ, ਸਾਡੀ ਜਿਹੜੀ KVK ਦੀ ਟੀਮ ਆ ਤੁਹਾਡੀ ਸਪੋਰਟ ਲਈ ਪੂਰੀ ਤਿਆਰ ਹੈ। ਤੇ ਤੁਹਾਨੂੰ ਮਸ਼ੀਨਾਂ ਵੀ ਅਸੀਂ ਪ੍ਰਦਰਸ਼ਨੀ ਦੇ ਲਈ ਦੇ ਸਕਦੇ ਹਾਂ, ਕਿਉਂਕਿ ਅਸੀਂ ਆਪਣਾ ਵੀ ਇੱਥੇ ਇੱਕ ਪ੍ਰੋਜੈਕਟ ਦੇ ਅਧੀਨ ਜਿਹੜਾ ਕਸਟਮ ਹਾਇਰਿੰਗ ਸੈਂਟਰ ਡਿਵੈਲਪ ਹੋਇਆ ਹੈ ਸਾਡੇ ਕੋਲ, ਜਿਹਦੇ ਵਿੱਚ ਸਾਡੇ ਕੋਲ ਮਸ਼ੀਨਰੀ ਹੈਗੀ ਆ। ਤੇ ਪ੍ਰਦਰਸ਼ਨੀ ਦੇ ਲਈ ਜੇ ਤੁਸੀਂ ਵਰਤਣਾ ਚਾਹੁੰਦੇ ਹੋ ਮਸ਼ੀਨ ਨੂੰ, ਤਾਂ ਤੁਸੀਂ ਕਦੇ ਵੀ ਆ ਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਅੱਗੇ ਜਿਹੜੇ ਕਿਸਾਨ ਵੀਰ ਇਸ ਮੀਟਿੰਗ 'ਚ ਜੁਆਇਨ ਕੀਤਾ ਆ, ਉਹ ਹੋਰ ਕਿਸਾਨ ਵੀਰਾਂ ਨੂੰ ਵੀ ਇਹ ਜਿਹੜਾ ਮੈਸੇਜ ਆ ਜ਼ਰੂਰ ਦੇਣ, ਤਾਂ ਕਿ ਜਿਹੜੇ ਵੱਧ ਤੋਂ ਵੱਧ ਕਿਸਾਨ ਵੀਰ ਆ ਇਸ ਪਰਾਲੀ ਨੂੰ ਜਿਹੜੀ ਹੈਗੀ ਆ ਨਾ ਅੱਗ ਲਾਉਣ ਦੀ ਮੁਹਿੰਮ ਦੇ ਵਿੱਚ ਜੁਆਇਨ ਕਰਨ, ਕਿਉਂਕਿ ਇਹ ਜਿਹੜਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ। ਇਹਦੇ ਵਿੱਚ ਜੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ, ਫੇਰ ਹੀ ਆਪਾਂ ਪਰਾਲੀ ਦੀ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਤੇ ਮੈਂ ਉਮੀਦ ਰੱਖਦਾ ਹਾਂ ਕਿ ਆਪਾਂ ਸਾਰੇ ਕਿਸਾਨ ਵੀਰ ਜਿਹੜੇ ਅੱਗੇ ਜਿਹੜੇ ਹੈਗੇ ਪਰਾਲੀ ਦੀ ਸੰਭਾਲ ਵਧੀਆ ਤਰੀਕੇ ਨਾਲ ਕਰਾਂਗੇ। ਤੇ ਇਹਦੇ ਵਿੱਚ ਸਾਨੂੰ ਜਿਹੜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਰੁਪਿੰਦਰ। ਸੋ ਕਾਫੀ ਤੁਸੀਂ ਜੋ ਵੱਖ-ਵੱਖ ਜਿਹੜੇ ਕਿਸ ਤਰੀਕੇ ਨਾਲ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤਕਨੀਕਾਂ ਵਿਕਸਿਤ ਕੀਤੀਆਂ ਨੇ, ਜਿਹਦੇ ਨਾਲ ਆਪਾਂ ਪਰਾਲੀ ਦੀ ਜਿਹੜੀ ਆਪਾਂ ਉਹਦੀ ਸੰਭਾਲ ਕਰ ਸਕਦੇ ਹਾਂ। ਹੋਰ ਜਿਹੜੇ ਆ ਕੰਮਾਂ ਵਾਸਤੇ ਪਰਾਲੀ ਨੂੰ ਜਿਹੜਾ ਆਪਾਂ ਵਰਤ ਸਕਦੇ, ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਗੈਸ ਵੀ ਬਣਾ ਸਕਦੇ ਹਾਂ ਵੀ। ਸੋ ਵੱਖ-ਵੱਖ ਤਰੀਕਿਆਂ ਦੇ ਨਾਲ ਆਪਾਂ ਪਰਾਲੀ ਨੂੰ ਜਿਹੜਾ ਉਹ ਸੰਭਾਲ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਕਿਉਂਕਿ ਮੇਰੇ ਸਾਇੰਸਦਾਨ ਜਿਹੜੇ ਆ ਤੁਹਾਨੂੰ ਅੱਗੇ ਹੋਰ ਜਿਹੜੇ ਇਹਦੇ ਬਾਰੇ ਦੱਸਣ, ਸਾਡੇ ਨਾਲ ਜਿਹੜੇ ਆ ਜਿੱਦਾਂ ਮੈਂ ਦੱਸਿਆ ਵੀ ਸਾਡੇ ਦੋ ਸਾਡੇ ਉੱਘੇ ਕਿਸਾਨ ਜਿਹੜੇ ਆ, ਇੱਕ ਬਾਜਵਾ ਸਾਹਿਬ, ਇੱਕ ਕਿਸਾਨ ਅਮਰਜੀਤ ਸਿੰਘ, ਉਹ ਜੁੜੇ ਆ। ਸੋ ਮੈਂ ਕਿਉਂਕਿ ਬਾਜਵਾ ਸਾਹਿਬ ਬੜੇ ਅੱਜ ਬਿਜ਼ੀ ਸੀਗੇ, ਉਸ ਟਾਈਮ ਮੰਡੀ ਦੇ ਵਿੱਚ ਸੀਗੇ, ਤਾਂ ਫਿਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਉਹ ਸਾਡੇ ਨਾਲ ਜਿਹੜੇ ਜੁੜੇ ਆ। ਸੋ ਉਹਨਾਂ ਦਾ ਮੈਂ ਜ਼ਿਆਦਾ ਨਹੀਂ ਸਮਾਂ ਲੈਣਾ ਚਾਹੁੰਦਾ। ਮੈਂ ਰਿਕੁਐਸਟ ਕਰਾਂਗਾ ਬਾਜਵਾ ਸਾਹਿਬ ਨੂੰ ਕਿ ਉਹ ਆਪਣਾ 5-7 ਮਿੰਟਾਂ ਦੇ ਵਿੱਚ ਜਿਹੜੇ ਆ, ਕਿਉਂਕਿ ਕਾਫੀ ਜਿੱਦਾਂ ਮੈਂ ਪਹਿਲੇ ਦੱਸਿਆ ਬਾਜਵਾ ਸਾਹਿਬ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਕੰਮ ਜਿਹੜੇ ਆ ਉਹ ਆਲਰੇਡੀ ਪਹਿਲੇ ਕਰ ਰਹੇ ਆ। ਉਹ ਆਪਣੇ ਵਿਚਾਰ ਜਿਹੜੇ ਸਾਡੇ ਜਿਹੜੇ ਉਹ ਸਾਂਝੇ ਕਰਨ। ਬਾਜਵਾ ਸਾਹਿਬ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਕੁਲਦੀਪ ਜੀ ਔਰ ਸਾਰੀ KVK ਟੀਮ ਦਾ। ਅਸੀਂ ਆਪਣੀ ਖੇਤੀ ਤੋਂ ਇਲਾਵਾ ਜਿਹੜਾ ਜਿਹਨੂੰ ਖੇਤੀ ਸਾਇੰਸ ਦਾ ਜੋ ਸਬਕ ਸਿੱਖਿਆ ਉਹ ਸਾਰਾ KVK ਨੂਰਮਹਿਲ ਦੀ ਮਿਹਰਬਾਨੀ ਆ। ਬੜੀ ਸ਼ਾਨਦਾਰ ਟੀਮ ਹੈ ਔਰ ਇਸ ਗੱਲ ਦੀ ਗਵਾਹੀ ਬਿਲਕੁਲ ਇੱਕ ਬੇਰੌਣਕੀ ਜਿਹਾ KVK ਅੱਜ ਇਸ ਵੇਲੇ ਪੰਜਾਬ ਦੇ ਸਭ ਤੋਂ ਸ਼ਾਨਦਾਰ KVK ਦੇ ਵਿੱਚ ਤਬਦੀਲ ਹੋ ਗਿਆ, ਤੇ ਉਹ ਇਹਨਾਂ ਲੋਕਾਂ ਦੀ ਮਿਹਨਤ ਦੀ ਆਪਣੇ ਆਪ ਹੀ ਗਵਾਹੀ ਦਿੰਦਾ ਆ। ਉਹਦੀ ਕੋਈ ਕਿਸੇ ਨੂੰ ਝੂਠੀ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ ਪੈਂਦੀ। ਤੇ ਇੱਕ ਤੇ ਤੁਸੀਂ ਜਿਹੜਾ ਇਸਦਾ ਵਿਸ਼ਾ ਚੁਣ ਲਿਆ ਵਾ, ਇਹ ਬਹੁਤ ਮੌਕੇ ਮੁਤਾਬਕ ਤੇ ਬੜਾ ਉਚਿਤ ਹੈ। ਇਹਦੇ ਤੇ ਹੁਣੀ ਗੱਲ ਹੋ ਜਾਣੀ ਚਾਹੀਦੀ ਸੀ, ਕਿਉਂਕਿ ਸਮਾਂ ਆ ਗਿਆ ਹੈ ਔਰ ਸਾਡੇ ਇਲਾਕੇ ਦੇ ਵਿੱਚ 1509 ਦੀ ਵਾਢੀ ਹੋਣ ਤੋਂ ਬਾਅਦ ਜਿੰਨਾ ਵੀ ਵੀਰਾਂ ਦਾ ਦਾ ਲੱਗ ਰਿਹਾ, ਉਹ ਅੱਗ ਲਾ ਕੇ ਉਹਨੂੰ, ਜਿਨ੍ਹਾਂ ਨੇ ਮਟਰ ਜਾਂ ਤੀਜੀ ਫਸਲ ਲੈਣੀ ਹੁੰਦੀ ਉਹ ਲੱਗੇ ਵੀ ਹੋਏ ਆ। ਪਰ ਇਸ ਵਾਰ ਜਿਹੜੇ ਹਾਲਾਤ ਇਸ ਕਰਕੇ ਮਾੜੇ ਆ, ਜਾਂ ਮੈਂ ਆਪਣੇ ਕਿਸਾਨ ਸਾਥੀਆਂ ਨੂੰ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਜਿਹੜੀ ਮਹਾਂਮਾਰੀ ਇਹ ਫੈਲੀ ਆ ਕਰੋਨਾ ਦੀ,
ਵੈਸੇ ਤਾਂ ਚਲੋ ਪਹਿਲਾਂ ਵੀ ਭਾਵੇਂ ਦਮੇ ਵਾਲੇ ਬੰਦੇ ਜਾਂ ਦੂਜੀਆਂ ਬਿਮਾਰੀਆਂ ਵਾਲੇ ਸੀਜ਼ਨ 'ਚ ਆ ਕੇ ਪਰਾਲੀ ਦੇ ਧੂਏ ਕਰਕੇ ਤੰਗ ਹੋ ਹੀ ਜਾਂਦੇ ਆ, ਪਰ ਜਿਹੜਾ ਕਰੋਨਾ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇੱਕ ਰੈਸਪੀਰੇਟਰੀ ਪ੍ਰੋਬਲਮ ਹੈ, ਇਹ ਸਿੱਧੀ ਸਾਹ ਨਾਲ ਛਾਤੀ ਨਾਲ ਫੇਫੜਿਆਂ ਨਾਲ ਜੁੜੀ ਹੋਈ ਸਮੱਸਿਆ। ਪਰ ਕਿਤੇ ਆਪਾਂ ਇਹਦੇ ਵਿੱਚ ਭਾਗੀ ਨਾ ਬਣ ਜਾਈਏ, ਜਿਹੜੇ ਹੁਣ ਤੱਕ ਬਚੇ ਨੇ ਉਹ ਇਸ ਮਾੜੇ ਪਲੀਤ ਵਾਤਾਵਰਨ ਕਰਕੇ ਤੇ ਉਹਨਾਂ ਨੂੰ ਸਮੱਸਿਆ ਹੋਵੇ ਤੇ ਉਹ ਨਾ ਹੁੰਦੇ ਹੋਏ ਵੀ ਇਸ ਚੀਜ਼ ਦਾ ਸ਼ਿਕਾਰ ਬਣਨ ਤੇ ਉਹ ਸਾਡੇ ਖਾਤੇ ਪੈਣਾ। ਤੇ ਤੀਜੀ ਗੱਲ, ਅਸੀਂ ਜਿਹੜਾ ਗੱਲਾਂ ਦੀ ਅੱਜ ਚਰਚਾ ਹੋ ਰਹੀ ਹੈ ਜਾਂ ਲੋਕ ਕਰ ਰਹੇ ਆ, ਭਗ ਦਾ ਵਿਸ਼ਾ ਬਣਿਆ ਵਾ, ਇਹ ਗੱਲਾਂ ਸਾਰੀਆਂ ਅਸੀਂ 2005 ਦੇ ਵਿੱਚ ਕੇ ਨੂਰਮਹਿਲ ਵਾਲਿਆਂ ਦੀ ਰਹਿਨੁਮਾਈ 'ਚ ਸਾਰਾ ਕੁਝ ਅਸੀਂ ਕਰ ਚੁੱਕੇ ਹਾਂ। ਉਦੋਂ ਤੋਂ ਹੀ ਸ਼ੁਰੂ ਕੀਤਾ ਹੋਇਆ ਕਿ ਅੱਗ ਲਾਉਣ ਦੀ ਨਹੀਂ ਜ਼ਰੂਰਤ। ਖਾਸ ਕਰਕੇ ਜਿਹੜੇ ਕਣਕ ਬੀਜਣ ਵਾਲੇ ਕਿਸਾਨ ਆ ਉਹ ਜਦੋਂ ਅੱਗ ਲਾਉਂਦੇ ਆ ਤੇ ਕਿਸਾਨ ਹੋਣ ਦੇ ਨਾਤੇ ਬਹੁਤ ਜ਼ਿਆਦਾ ਦੁੱਖ ਹੁੰਦਾ। ਔਰ ਲਗਾਤਾਰ ਅਸੀਂ 15 ਸਾਲ ਤੋਂ ਇਹਨੂੰ ਗੱਲ ਸਮਝਾਉਣ ਤੇ ਲੱਗੇ ਹੋਏ ਆ ਕਿ ਇਹ ਪਰਾਲੀ ਨੂੰ ਸੰਭਾਲਣ ਦੀਆਂ ਤਕਨੀਕਾਂ ਬਾਰੇ ਮਤਭੇਦ ਹੋ ਸਕਦੇ ਆ, ਉਹਦੇ ਤੌਰ ਤਰੀਕਿਆਂ ਬਾਰੇ ਮਤਭੇਦ ਹੋ ਸਕਦੇ ਆ, ਪਰ ਪਰਾਲੀ ਦੀ ਅਹਿਮੀਅਤ ਜਿਹੜੀ ਆ ਉਹ ਘੱਟ ਕਰਕੇ ਨਹੀਂ ਆਖੀ ਜਾ ਸਕਦੀ। ਪਰਾਲੀ ਨੇ ਪਰਾਲੀ ਰਹਿਣਾ ਆ, ਉਹਨੂੰ ਚਾਹੇ ਅਸੀਂ ਪਸ਼ੂਆਂ ਦੇ ਖਾਣੇ ਵਾਸਤੇ ਵਰਤੀਏ, ਮਲਚਿੰਗ ਵਾਸਤੇ ਵਰਤੀਏ, ਜਿੱਦਾਂ ਸਾਰੇ ਮਾਹਿਰਾਂ ਨੇ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਹੈ, ਜਾਂ ਫਿਰ ਉਹਨੂੰ ਇਨਕਾਰਪੋਰੇਟ ਕਰ ਦਈਏ, ਵਾਪਸ ਜ਼ਮੀਨ ਨੂੰ ਦੇ ਦਈਏ। ਅਸਲ ਦੇ ਵਿੱਚ ਹੈ ਤੇ ਉਹ ਜ਼ਮੀਨ ਦੀ ਇਮਾਨਤ ਆ। ਜਿੰਨੀਆਂ ਕਿ ਸਾਡੇ ਕੋਲ ਅੱਜ ਕੱਲ੍ਹ ਰੂੜੀਆਂ ਘਰਾਂ ਦੇ ਵਿੱਚ, ਉਹ ਵੀ ਸਾਰਿਆਂ ਨੂੰ ਪਤਾ ਆ। ਤੇ ਜੇ ਅਸੀਂ ਆਪਣੀ ਜ਼ਮੀਨ ਨੂੰ ਰਹਿੰਦ ਖੁੰਦੀ ਨਾ ਦੇ ਸਕੇ, ਖਾਸ ਕਰਕੇ ਜਿਹੜੇ ਵੱਡੇ ਜ਼ਿਮੀਂਦਾਰ ਆ, ਛੋਟੇ ਜ਼ਿਮੀਂਦਾਰਾਂ ਦੀ ਇੱਕ ਮਜਬੂਰੀ ਕਹਿੰਦੇ ਆ ਜੀ, ਉਹਨਾਂ ਨੂੰ ਮਜਬੂਰੀ ਹੁੰਦੀ ਆ, ਪਰ ਛੋਟੇ ਜ਼ਿਮੀਂਦਾਰਾਂ ਵਾਸਤੇ ਵੀ ਅਸੀਂ ਇੱਥੇ ਜੋ ਕੁਝ ਸਿੱਖਿਆ ਕਿ ਨੂਰਮਹਿਲ ਤੋਂ ਉਹਨੂੰ ਸਾਰਾ ਲਾਗੂ ਕੀਤਾ ਗੁਰਦਾਸਪੁਰ 'ਚ ਆ ਕੇ, ਕਿ ਛੋਟੇ ਜਿਹੇ ਕਿਸਾਨਾਂ ਦਾ ਸਾਡਾ ਗਰੁੱਪ ਬਣਿਆ ਹੋਇਆ। ਔਰ ਉਹਦੇ ਵਿੱਚ 3 ਸਾਲ ਦੇ ਤਜਰਬਿਆਂ ਤੋਂ ਬਾਅਦ ਤਕਰੀਬਨ ਜਿੰਨੇ ਵੀ ਸਾਡੇ ਸਰਕਲ 'ਚ ਬੰਦੇ ਆ ਉਹ ਸਾਰੇ ਇਹ ਗੱਲ ਸਮਝ ਗਏ ਆ ਕਿ ਇਹਨੂੰ ਬਗੈਰ ਬਹੁਤੇ ਖਰਚੇ ਤੋਂ ਜਿਹੜੀ ਪਰਾਲੀ ਆ ਉਹਨੂੰ ਆਪਾਂ ਮੈਨੇਜ ਕਰ ਸਕਦੇ ਹਾਂ, ਚਾਹੇ ਕਣਕ ਬੀਜਦੀ ਹੋਵੇ ਜਾਂ ਫਿਰ ਸਬਜ਼ੀ, ਜਿੱਦਾਂ ਸਾਡੇ ਇਲਾਕੇ ਦੇ ਵਿੱਚ ਆਲੂ ਜਾਂ ਜ਼ਿਆਦਾਤਰ ਮਟਰ ਬੀਜਿਆ ਜਾਂਦਾ। ਸਿਰਫ ਜੇ ਕਿਸੇ ਦਾ ਰੁਝਾਨ ਹੀ ਨਹੀਂ ਜਾਂ ਕੋਈ ਸਿੱਖਣਾ ਨਹੀਂ ਚਾਹੁੰਦਾ, ਪ੍ਰਚਾਰ ਪ੍ਰਸਾਰ ਦੀ ਕਮੀ ਹੋ ਸਕਦੀ ਆ, ਕਮੀਆਂ ਹਮੇਸ਼ਾ ਰਹਿੰਦੀਆਂ ਹੀ ਨੇ, ਪਰ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਕਮ ਸੇ ਕਮ, ਜਿਹੜੇ ਉਹਨਾਂ ਦੇ ਸਾਥੀ ਜ਼ਿਮੀਂਦਾਰ ਆ ਜਿਹੜੇ ਅੱਗ ਨਹੀਂ ਲਾ ਰਹੇ, ਅੱਗ ਲਾਏ ਬਗੈਰ ਕਣਕ ਦੀ ਬਿਜਾਈ ਕਰ ਰਹੇ ਆ, ਜਿਸ ਤਰ੍ਹਾਂ ਤੁਸੀਂ ਸਾਰਾ ਦੇਖਿਆ ਵਾ, ਅਸੀਂ 2009 ਦੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾ ਕੇ ਤੇ ਦੇਖ ਲਿਆ ਵੀ ਇਹ ਵੀ ਬਹੁਤ ਵਧੀਆ। ਹੁਣ ਲੋਕ ਤਾਂ ਕਣਕ ਬੀਜਣ ਵਾਸਤੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਅਸੀਂ ਸੋਚ ਰਹੇ ਹਾਂ ਕਿ ਅਗਲੇ ਸਾਲ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਆ ਉਹ ਵੀ ਅਸੀਂ ਮਲਚ ਦੇ ਨਾਲ ਕਰੀਏ, ਇਸੇ ਦੀ ਨਾੜ ਦੀ ਨਾਲ ਹੀ, ਕਿਉਂਕਿ ਉਹਦੇ ਨਤੀਜੇ ਇੰਨੇ ਵਧੀਆ ਆ ਰਹੇ ਆ। ਜਿੱਦਾਂ ਡਾਕਟਰ ਜੁਪਿੰਦਰ ਦੱਸ ਰਹੇ ਸੀਗੇ, ਇੱਕ ਹੈਪੀ ਸੀਡਰ ਜਿਹੜੀ ਆ, ਬਸ਼ਰਤੇ ਤੁਹਾਨੂੰ ਇੱਕ ਅੱਛੀ ਕੰਪਨੀ ਦੀ ਵਧੀਆ ਲੋਹੇ ਦੀ ਵਧੀਆ ਤਕਨੀਕ ਦੀ ਮਸ਼ੀਨ ਮਿਲ ਜਾਵੇ। ਤਕਨੀਕ ਮਾੜੀ ਨਹੀਂ ਹੁੰਦੀ, ਬਣਾਉਣ ਵਾਲਾ ਕਈ ਵਾਰੀ ਉਹਦੇ ਵਿੱਚ ਗੜਬੜ ਕਰਦਾ ਤੇ ਕੁਝ ਚਲਾਉਣ ਵਾਲੇ ਦੀ ਲਾਪਰਵਾਹੀ ਜਾਂ ਅਣਜਾਣਪੁਣੇ ਕਰਕੇ ਤਕਨੀਕ ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਅਸੀਂ ਸਾਡਾ 3 ਸਾਲਾਂ ਦਾ ਤਜਰਬਾ ਇਹੀ ਆ ਕਣਕ ਬੀਜਣ ਦਾ ਕਿ ਸਭ ਤੋਂ ਜਿਹੜੀ ਬੈਸਟ ਟੈਕਨੋਲੋਜੀ ਆ, ਜਿਹੜੀ ਕਿ ਨਾ ਸਿਰਫ ਤੁਹਾਡਾ ਪਾਣੀ ਬਚਾਉਂਦੀ ਆ, ਤੁਹਾਡੇ ਸਾਰੀ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਹੀ ਦਿੰਦੀ ਆ, ਬਲਕਿ ਜਿਹੜੀ ਤੁਹਾਡੀ ਫਸਲ ਦੀ ਕੁਆਲਿਟੀ ਆ ਉਹਨੂੰ ਅਸ਼ੋਕਲੇ ਜਿਹੜੀ 80% ਆਰਗੈਨਿਕ ਕਰ ਦਿੰਦੀ ਆ। ਹੈਪੀ ਸੀਡਰ ਵਾਲੀ ਜਿਹੜੀ ਕਣਕ ਆ, ਜਿਹਨੂੰ ਕਟਰ ਕਮ ਸਪਰੈਡਰ ਮਾਰ ਕੇ ਤੇ ਇਹਦੇ ਉੱਤੇ ਜਿਹਨੂੰ ਹੈਪੀ ਸੀਡਰ ਨਾਲ ਆਪਾਂ ਫਰੈਸ਼ ਨੀਲ ਵਾਲੀ ਨਾਲ ਕਣਕ ਬੀਜਦੇ ਆ, ਔਰ ਅਗਰ ਉਹਦੇ ਉੱਤੇ ਪਹਿਲੇ ਪਾਣੀ ਦੇ ਨਾਲ ਜਾਂ ਸਿੱਧੀਆਂ ਹਾਲਾਤਾਂ ਦੇ ਵਿੱਚ ਵੇਸਟ ਡੀਕੰਪੋਜ਼ਰ ਦਾ ਇਸਤੇਮਾਲ ਕਰ ਲਿਆ ਜਾਏ, ਹੁਣ ਤੇ ਬਹੁਤ ਜ਼ਿਆਦਾ ਰੌਲਾ ਪੈ ਗਿਆ। ਇੱਧਰ ਪੂਸਾ ਵਾਲਿਆਂ ਨੇ ਵੀ ਇੱਕ ਹੈ ਤਾਂ ਵੇਸਟ ਡੀਕੰਪੋਜ਼ਰ ਹੀ ਆ ਜਿਹੜਾ ਉਹਨਾਂ ਨੇ ਕੈਪਸੂਲ ਜਾਂ ਲਿਕੁਇਡ ਬਣਾਇਆ ਹੈ, ਪਰ ਜਿਨ੍ਹਾਂ ਨੂੰ ਪਤਾ ਲੱਗ ਗਿਆ ਜਾਂ ਜਿਨ੍ਹਾਂ ਦੇ ਵਿੱਚ ਇੱਛਾ ਤੇ ਵੈਸੇ ਵੀ ਪੈਦਾ ਕਰਨੀ ਪੈਣੀ ਆ। ਜਿਹੜੇ ਹੁਣ ਖੇਤੀ ਬਿੱਲਾਂ ਦੇ ਕਾਨੂੰਨ ਬਣਨ ਤੋਂ ਬਾਅਦ ਦੇ ਹਾਲਾਤ ਆ, ਜਦੋਂ ਗੱਲ ਹੀ ਸਾਰੀ ਕੁਆਂਟੀਟੀ ਨਹੀਂ ਕੁਆਲਿਟੀ ਮੈਟਰ ਕਰਨੀ ਆ, ਤੇ ਸਾਨੂੰ ਥੋੜਾ ਜਿਹਾ ਇਸ ਪਾਸੇ ਮੁੜਨਾ ਪੈਣਾ ਹੈ। ਜਿਹੜੇ ਸਟਰਕ ਮਾਈਂਡ ਵਾਲੇ ਆ, ਜਿਹੜੇ ਕਣਕ ਝੋਨੇ ਨੂੰ ਏਦਾਂ ਹੀ ਭਿਆਨਕ ਵਿਧੀਆਂ ਦੇ ਨਾਲ ਹੀ ਬੀਜੀ ਜਾ ਰਹੇ, ਉਹਨਾਂ ਨੂੰ ਸੋਚਣਾ ਪੈਣਾ। ਔਰ ਇਸ ਵਾਰੀ ਜਿਹੜੇ ਸਿੱਧੀ ਬਿਜਾਈ ਦੇ ਨਤੀਜੇ ਵੀ ਆ ਰਹੇ ਆ ਝੋਨੇ ਦੇ, ਉਹਦੇ ਵਿੱਚ ਸਭ ਤੋਂ ਵੱਡਾ ਫਰਕ ਇਹ ਨਿਕਲ ਕੇ ਆ ਰਿਹਾ ਕਿ ਝਾੜ ਬਰਾਬਰ ਆ ਕੱਦੂ ਵਾਲੇ ਦੇ ਨਾਲ, ਤੇ ਔਰ ਪਾਣੀ ਦੀ ਜਿਹੜੀ 35% ਬਚਤ ਹੋਈ ਆ ਉਹਦੇ ਨਾਲ ਦਾ ਕੋਈ ਕਿਸੇ ਤਰ੍ਹਾਂ ਉਹਦੀ ਤੁਲਨਾ ਹੀ ਨਹੀਂ ਗਈ। ਔਰ ਉਹਦੇ ਉੱਤੇ ਜਿਹੜੀ ਕਣਕ ਬੀਜੀ ਜਾਣੀ ਆ, ਡੈਫੀਨੇਟਲੀ ਉਹਦਾ ਵੀ 1 ਕੁਇੰਟਲ 1.5 ਕੁਇੰਟਲ ਝਾੜ ਵੱਜਣਾ, ਕਿਉਂਕਿ ਜ਼ਮੀਨ ਜ਼ਿਆਦਾ ਧੁਰਪ ਰਹੀ ਆ, ਉਹਦੇ ਵਿੱਚ ਪਾਣੀ ਰੀਚਾਰਜ ਹੋਇਆ ਜਾਂ ਰੀਚਾਰਜ ਕਰਨ ਦੀ ਸਮਰੱਥਾ ਹੈ। ਇਹ ਗੱਲਾਂ ਜੇ ਆਪਾਂ ਅਜੇ ਵੀ ਨਹੀਂ ਸਮਝ ਰਹੇ, ਔਰ ਇਹ ਕੁਆਲਿਟੀ ਵੀ ਪੈਦਾ ਕਰਦੀਆਂ ਕਿ ਨਾਲ ਤੁਹਾਡਾ ਜਿਹੜਾ ਆਪਣਾ ਸਰਮਾਇਆ ਹੈ ਜਾਂ ਜਿਹੜੇ ਕੁਦਰਤੀ ਸਰੋਤ ਹੈ ਪਾਣੀ ਦੇ ਰੂਪ ਦੇ ਵਿੱਚ, ਉਹ ਵੀ ਬਚਦੇ ਆ। ਫਿਰ ਵੀ ਜੇ ਆਪਾਂ ਕਿਸੇ
ਖਾਸ ਮਜਬੂਰੀ ਤੋਂ ਗੈਰ ਜ਼ਰੂਰੀ ਕਾਰਨ ਕਰਕੇ ਅੱਗ ਲਾਉਂਦੇ ਆ, ਜਾਂ ਕਈਆਂ ਨੇ ਇਹਨੂੰ ਇੱਕ ਵਿਰੋਧ ਦਾ ਕਾਰਨ ਹੀ ਬਣਾ ਲਿਆ ਵਾ, ਉਹ ਵੀ ਮੈਂ ਸਮਝਦਾ ਕਿ ਬੜੀ ਬਦਕਿਸਮਤੀ ਆ। ਅਸਲ ਦੇ ਵਿੱਚ ਉਹ ਸਾਡੀ ਆਪਣੀ ਸੋਚ ਦੇ ਜਲੂਸ ਆ। ਲਵਾਉਣ ਵਾਲਿਆਂ ਨੇ ਲਵਾ ਕੇ ਚੱਲ ਜਾਣਾ ਹੁੰਦਾ, ਜਿਹੜੇ ਅੱਗਾਂ ਲਵਾਉਣ ਵਾਲੇ ਆ ਉਹਨਾਂ ਦਾ ਕੰਮ ਹੈ ਅੱਗਾਂ ਲਾਉਣਾ, ਪਰ ਉਹ ਅੱਗ ਜੀ ਸਾਡੇ ਘਰ ਨੂੰ ਸੇਕ ਦਿੰਦੀ ਆ। ਮੈਂ ਜੇ ਜ਼ਿਆਦਾ ਲੰਬੀ ਗੱਲ ਨਾ ਕਰਾਂ ਤੇ ਆਪਾਂ ਹੁਣ ਕਣਕ ਦੀ ਗੱਲ ਕਰ ਲਈਏ। ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਕਣਕਾਂ ਸਪਰੈਡਰ ਮਾਰ ਕੇ ਹੈਪੀ ਸੀਡਰ ਦੇ ਨਾਲ ਕਣਕ ਬੀਜੀ ਗਈ ਆ, ਉਹ ਸਾਡੇ ਸਾਰਿਆਂ ਤੋਂ ਵਧੀਆ ਨਤੀਜੇ ਰਹੇ ਆ। ਥੋੜਾ ਖਾਦ ਦਾ ਇਸਤੇਮਾਲ ਵੀ ਹੁਣ ਘਟ ਗਿਆ। ਪਹਿਲੇ ਸਾਲ ਯੂਰੀਆ ਜ਼ਰੂਰ ਥੋੜੀ ਵੱਧ ਪਾਉਣੀ ਪਈ ਸੀ, ਹੁਣ ਲੋਕਾਂ ਨੂੰ ਵੇਸਲੀ ਕਬੂਤਰ ਵੀ ਉੱਤੇ ਪਾਉਣ ਦਾ ਪਤਾ ਲੱਗ ਗਿਆ, ਤੇ ਉਹਦੇ ਤੇ ਅਸੀਂ ਕਦੀ ਵੀ ਤੇਲੇ ਦੀ ਜਾਂ ਟਿੱਲ ਦੀ ਸਪਰੇਅ ਅਸੀਂ ਕਦੀ ਕੀਤੀ ਨਹੀਂ। ਉਹ ਅਸੀਂ ਆਪਣੇ ਝੋਨੇ ਦੇ ਵੀ ਨਹੀਂ ਕਰਦੇ, ਉਹ ਕੁਦਰਤ ਨੂੰ ਕੰਮ ਕਰਨ ਦੇਈਦਾ। ਉਹ ਆਪਣੇ ਆਪ ਜਿਹੜੇ ਮਿੱਤਰ ਕੀੜੇ ਆ ਕੁਛ ਉਹ ਕੰਮ ਕਰਦੇ ਆ। ਪਰ ਜੇ ਅਸੀਂ ਬੁਨਿਆਦੀ ਗੱਲ ਹੀ ਨਹੀਂ ਸਮਝਣੀ ਤੇ ਸਾਰਾ ਕੁਝ ਜ਼ਮੀਨ ਦੇ ਵਿੱਚ ਪੈਦਾ ਹੋਇਆ, ਜੋ ਵੀ ਉਹਦੇ ਜਿਹੜੇ ਸਾਡੇ ਜ਼ਮੀਨ ਨੂੰ ਉਪਜਾਊ ਕਰਨ ਵਾਲੇ ਤੱਤ ਆ, ਤੇ ਪਲੱਸ ਖਾਸ ਕਰਕੇ ਜਿਹੜੇ ਮਿੱਤਰ ਕੀੜੇ ਆ, ਉਹ ਅੱਗ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਨਸ਼ਟ ਹੁੰਦੇ ਆ। ਜਿਹੜੀ ਪਰਾਲੀ ਨੂੰ ਅੱਗ ਲੱਗਣ ਕਰਕੇ ਵਾਤਾਵਰਨ ਦੇ ਵਿੱਚ ਜਿਹੜਾ ਮੋਨੋਕਾਰਬਨ ਜਿਹੜੀ ਜਾਂਦੀ ਆ, ਉਹ ਤੇ ਆਪਣੀ ਥਾਂ ਆ। ਉੱਤੋਂ ਤਰੇਲ ਪੈ ਰਹੀ ਹੁੰਦੀ ਆ, ਥੱਲੇ ਉਹ ਅੱਗ ਲੱਗਦੀ ਆ, ਉਹ ਉੱਪਰ ਜਾ ਕੇ ਉਹ ਧੂੰਆਂ ਰਲਦਾ ਨਹੀਂਗਾ, ਤੇ ਉਹ ਇੱਕ ਤਹਿ ਜਿਹੀ ਵੱਜ ਜਾਂਦੀ ਆ, ਜਿਹਦੇ ਵਿੱਚ ਸਾਹ ਲੈਣਾ ਬੜਾ ਔਖਾ ਹੋ ਜਾਂਦਾ ਹੈ। ਮੁੜ ਕੇ ਖੰਘ ਖਾਂਸੀ ਦਮਾ ਸਾਰਾ ਬੱਚੇ ਅਸੀਂ ਜਿੰਨੀ ਉਨੀ ਕੁ ਬਚਣੀ ਕੀਤੀ ਹੁੰਦੀ, ਜਿੰਨੀ ਕੁ ਬਾਅਦ ਚ ਹਸਪਤਾਲਾਂ 'ਚ ਦਿੰਦੇ ਆ। ਕੁੱਲ ਮਿਲਾ ਕੇ ਇਹ ਸਾਰੀ ਜਿਹੜੀ ਹੁਣ ਗੱਲ ਹੈ, ਇਹ ਸੋਚ ਨਾਲ ਜੁੜੀ ਆ ਜਾਂ ਸਾਡੀ ਦੂਰਦਰਸ਼ਤਾ ਦੇ ਨਾਲ ਜੁੜੀ ਆ। ਤੇ ਮੈਂ ਉਹ ਬੇਨਤੀ ਕਰ ਰਿਹਾ ਵੀ ਜਿਹੜੇ ਹੁਣ ਹਾਲਾਤ ਬਣ ਰਹੇ ਆ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਸਾਰਾ ਜਿਹੜਾ ਦਾਰੋਮਦਾਰ ਆ ਉਹ ਕਿਸਾਨੀ ਏਕਤਾ ਤੇ ਜਾਂ ਉਹਨਾਂ ਦੇ ਇਕੱਠ ਦੇ ਸਮੂਹ ਤੇ ਘੁੰਮ ਰਿਹਾ ਸਾਰਾ, ਜਿਹੜੇ ਬਣਾ ਕੇ ਚੱਲਣਗੇ ਉਹਨਾਂ ਨੂੰ ਇਹ ਗੱਲਾਂ ਜ਼ਿਆਦਾ ਸਮਝਣੀਆਂ ਪੈਣੀਆਂ। ਆਪਾਂ ਨੂੰ ਕਿਸੇ ਸੰਸਥਾਵਾਂ ਦਾ ਜਾਂ ਵਪਾਰਕ ਘਰਾਣਿਆਂ ਦਾ ਇਕੱਲਾ ਬਾਈਕਾਟ ਕੀਤਿਆਂ ਗੱਲ ਨਹੀਂ ਬਣਨੀ। ਬਾਈਕਾਟ ਜਿਹੜੀ ਇਹ ਸੋਚ ਆ ਅੱਗ ਲਾਉਣ ਵਾਲੀ ਜਾਂ ਆਪਣੇ ਸਾਧਨਾਂ ਦੇ ਨਾਲ ਕੁਦਰਤੀਆਂ ਨਾਲ ਛੇੜਛਾੜ ਹੈ, ਇਹਦਾ ਵੀ ਬਾਈਕਾਟ ਕਰਨਾ ਬਣਦਾ ਹੈ। ਜਿਹੜਾ ਆਪਸੀ ਨਿੱਕੀ ਗੱਲ ਤੋਂ ਆਪਾਂ ਸ਼ਰੀਕਾ ਕਰਦੇ ਆ ਤੇ ਵਿਗਿਆਨੀਆਂ ਦੀਆਂ ਗੱਲਾਂ ਨਹੀਂ ਸਮਝਦੇ, ਉਹ ਜਿਹੜੀ ਸੋਚ ਆ, ਜਿਹੜਾ ਉਹ ਆਪ ਉਧਰਾ ਪਾਣਿਆ, ਉਹਦਾ ਪਹਿਲਾਂ ਬਾਈਕਾਟ ਕਰਾਂਗੇ ਤੇ ਫੇਰ ਕਿਤੇ ਸਰਵਾਈਵ ਹੋਣੀ ਆ। ਨਹੀਂ ਤੇ ਆ ਕੁਝ ਦੇਰ ਬਾਅਦ ਰੌਲੇ ਰਹਿ ਜਾਣੇ ਆ ਕਿ ਕੰਪਨੀਆਂ ਨੇ ਟੇਕ ਓਵਰ ਕਰਨਾ, ਜੇ ਉਹ ਕਰਨਾ, ਉਹ ਫਿਰ ਜਿੰਨਾਂ ਵਾਸਤੇ ਸਾਧਗਰ ਮਾਹੌਲ ਹੋਏਗਾ ਉਹੀ ਕਰਨਗੇ। ਪਰ ਇਹ ਜਿਹੜੀ ਆਪਣੀ ਭੋਜਨ ਸੁਰੱਖਿਆ ਆ, ਔਰ ਭੋਜਨ ਵੀ ਉਹ ਜਿਹੜਾ ਤੁਹਾਨੂੰ ਬਿਮਾਰ ਨਾ ਕਰੇ, ਫਿਰ ਆਪਾਂ ਨੂੰ ਪਰਾਲੀ ਜਿਹੜੀ ਆ, ਬਲਕਿ ਪਰਾਲੀ ਹਰ ਕਿਸਮ ਦੀ ਰਹਿੰਦ ਖੂੰਹਦ, ਕਿਉਂਕਿ ਸਾਡੇ ਗੰਨਾ ਵੀ ਲੱਗਦਾ, ਮੈਂ ਨਾਲ ਖੋਰੀ ਵੀ ਐਡ ਕਰਾਂਗਾ, ਤੇ ਨਾੜ ਸਾਡੇ ਬੰਦੇ ਬਿਲਕੁਲ ਨਹੀਂ ਅੱਗ ਲਾਉਂਦੇ ਕਣਕ ਨੂੰ, ਉਹਨੂੰ ਤੇ ਪਟਾਮੀ ਹਲ ਦੇ ਨਾਲ ਵਿੱਚ ਦੇ ਦਿਓ, ਤੇ ਉਹਦੇ ਨਤੀਜੇ ਜਿਹੜੇ ਇਸ ਵਾਰ ਆ ਉਹ ਸਿੱਧੀ ਬਿਜਾਈ ਦੇ ਵਿੱਚ ਉਹਦਾ ਝਾੜ ਜਿਹੜਾ ਆ ਰਿਹਾ ਉਹ ਕੁਇੰਟਲ 1.5 ਕੁਇੰਟਲ ਵੱਧ ਆ ਰਿਹਾ ਵਾ, ਜਿਨ੍ਹਾਂ ਨੇ ਉਹਨੂੰ ਇਨਕਾਰਪੋਰੇਟ ਕੀਤਾ ਸੀ ਨਾੜ ਨੂੰ ਉਹਦੇ ਵਿੱਚ ਆਪਣੇ ਝੋਨੇ ਦੀ ਬਿਜਾਈ ਤੋਂ ਪਹਿਲਾਂ। ਇਸੇ ਤਰ੍ਹਾਂ ਜਿਹੜੇ ਇੱਕ ਜ਼ਰੂਰ ਗੱਲ ਦੇਖਣੀ ਬਣਦੀ ਆ, ਜਦੋਂ ਕੁਝ ਚੀਜ਼ਾਂ ਜਾਂ ਦਵਾਈਆਂ ਜਾਂ ਕੁਝ ਸੰਦ ਯੂਨੀਵਰਸਿਟੀਆਂ ਦੇ ਅਪਰੂਵਲ ਤੋਂ ਬਗੈਰ ਹੀ ਸਿੱਧੇ ਮਾਰਕੀਟ 'ਚ ਆ ਜਾਂਦੇ ਆ, ਉਹ ਬੜਾ ਸ਼ਸ਼ੂਪੰਜ ਤੇ ਭੰਬਲ ਭੂਸਾ ਪਾਉਂਦੇ ਆ। ਉਹ ਕਿਸਾਨਾਂ ਨੂੰ ਉਹਨਾਂ ਦੀ ਟ੍ਰੇਨਿੰਗ ਨਹੀਂ ਹੁੰਦੀ, ਉਹਦੇ ਬਾਰੇ ਕੁਝ ਮਾਪਦੰਡ ਵੀ ਸਪਸ਼ਟ ਨਹੀਂ ਹੁੰਦੇ, ਤੇ ਜਿੰਨੇ ਪਹਿਲੀ ਵਾਰੀ ਵਰਤਿਆ ਜੋ ਵੀ ਉਹਦੇ ਬਾਰੇ ਉਹ ਵਿਚਾਰ ਬਣਾ ਦਿੰਦਾ, ਬਾਕੀ ਉਹਦੇ ਮਗਰ ਭੇਡ ਚਾਲ ਲੱਗ ਜਾਂਦੀ ਆ। ਹੈਪੀ ਸੀਡਰ ਨਾਲ ਵੀ ਇਦਾਂ ਹੀ ਹੋਇਆ। ਮੈਨੂੰ ਲੱਗਦਾ ਕਿ ਅਲਟੀਮੇਟ ਜਿਹੜੀ ਟੈਕਨੋਲੋਜੀ ਆ ਸੌਖੀ ਤੇ ਸਸਤੀ, ਕਿਉਂਕਿ ਇੱਧਰ ਕੰਬਾਈਨ ਬਾਹਰ ਨਿਕਲੇ ਤੇ ਤੁਸੀਂ ਸਿੱਧੀ ਜਾ ਕੇ ਹੈਪੀ ਸੀਡਰ ਨਾਲ ਕਣਕ ਖੇਤ ਸਕਦੇ ਜੇ, ਉਹ ਦੂਜੀ ਕੋਈ ਟੈਕਨੋਲੋਜੀ ਨੂੰ ਮੈਚ ਨਹੀਂ ਕਰਦੀ। ਮੈਂ ਕਿਸੇ ਸੰਦ ਦੇ ਉੱਤੇ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਜੇ ਕੋਈ ਤੁਸੀਂ ਗੈਰ ਜ਼ਰੂਰੀ ਹੈਵੀ ਸੰਦ ਆਪਣੇ ਟਰੈਕਟਰ ਪਿੱਛੇ ਪਾਇਆ ਆ, ਉਹਨੇ ਤੁਹਾਡੇ ਟਰੈਕਟਰ ਦਾ ਵੀ ਸਤਿਆਨਾਸ਼ ਮਾਰਨਾ ਆ, ਤੇ ਅਲਟੀਮੇਟਲੀ ਕੰਮ ਉਹੀ ਕਰ ਰਿਹਾ ਉਹ। ਜੇ ਆਪਾਂ ਸੁਪਰ ਸੀਡਰ ਨਾਲ ਕਣਕ ਬੀਜ ਕੇ ਖੁਸ਼ ਹੋ ਰਹੇ ਆ, ਤੇ ਉਹ ਤਾਂ ਤੁਹਾਡੇ ਘਰਾਂ 'ਚ ਸਾਰਿਆਂ ਦੇ ਰੋਟਾਵੇਟਰ ਵੀ ਹੈਗਾ। ਇਹਨਾਂ ਤੇ ਆਪਾਂ ਨੂੰ ਸੋਚਣਾ ਪੈਣਾ ਨਾ ਕਿ ਕੋਈ ਏਦਾਂ ਦਾ ਸੰਦ ਜਿਹੜਾ ਹੈ ਜ਼ਿਆਦਾ ਮਹਿੰਗਾ, ਜ਼ਿਆਦਾ ਭਾਰੀ, ਜ਼ਿਆਦਾ ਵੱਡੇ ਟਰੈਕਟਰ ਦੀ ਜਾਨ ਮਾਰਨ ਵਾਲਾ ਕੋਈ ਇੰਟਰੋਡਿਊਸ ਕਰ ਰਿਹਾ, ਤੇ ਉਸ ਤੋਂ ਬਚ ਕੇ ਆਪਣੇ ਸਾਡੇ ਕੋਲ ਘਰਾਂ 'ਚ ਜਿਹੜੇ ਸੰਦ ਆ ਉਹਨਾਂ ਦੇ ਨਾਲ ਹੀ, ਤੇ ਕੁਝ ਵਿਗਿਆਨੀਆਂ ਦੇ ਨਾਲ ਤਾਲਮੇਲ ਬਣਾਈਏ, ਉਹ ਕੀ ਕਹਿ ਰਹੇ ਉਹਨਾਂ ਦੇ ਤਜਰਬੇ ਆ। ਦੋਵੇਂ ਚੀਜ਼ਾਂ ਬਿਲਕੁਲ ਨਾਲ ਹੋਣਗੀਆਂ, ਕਿਸਾਨ ਤੇ ਵਿਗਿਆਨੀ ਇਕੱਠੇ ਹੋ ਕੇ ਇੱਕ ਜਗ੍ਹਾ ਲਾਗੂ ਹੋਏਗਾ ਕੰਮ, ਤੇ ਉੱਥੋਂ ਨਤੀਜੇ ਬਿਲਕੁਲ ਆਉਂਦੇ ਆ। ਸਾਡਾ ਤੇ ਇਹ ਤਜਰਬਾ ਹੈ, ਮੇਰਾ ਤੇ ਆਪਣੇ ਸਾਥੀਆਂ ਨੂੰ ਇਹ ਤਜਰਬਾ ਕਿ ਇਸ ਵਾਰ ਨਾ ਸਿਰਫ ਇਨਸਾਨੀਅਤ ਦੀ ਖਾਤਰ, ਚਲੋ ਪਿਛਲੀ ਵਾਰੀ ਤੇ ਅਸੀਂ ਬਾਬੇ ਨਾਨਕ ਦੇ 550 ਸਾਲਾਂ 'ਚ ਦਾਖਲ ਹੋਏ ਹਾਂ, ਉਹਦਾ ਹੁਕਮ ਤੇ ਹਮੇਸ਼ਾ ਹੀ ਮੰਨਦੇ ਰਹਿਣਾ ਚਾਹੀਦਾ, ਪਰ ਕਮ ਸੇ ਕਮ ਹੁਣ ਕਰੋਨਾ ਕਰਕੇ, ਕਿਉਂਕਿ ਲੋਕੀ ਅਜੇ ਵੀ ਲਾਈ ਜਾ ਰਹੇ ਆ, ਖਾਸ ਕਰਕੇ ਜਿਹਨੇ ਕਣਕ ਬੀਜਣੀ ਆ ਉਹ ਤੇ ਗੁਨਾਹ ਬਿਲਕੁਲ ਨਾ ਕਰੇ। ਛੋਟੇ ਜ਼ਿਮੀਂਦਾਰ ਦੀ ਮੈਂ ਇੱਕ ਮਜਬੂਰੀ ਸਮਝਦਾ ਹਾਂ, ਪਰ ਇੱਥੇ ਇੱਕ ਛੋਟੀ ਜਿਹੀ ਗੱਲ ਕਰਾਂ, ਪਰ ਸ਼ਾਇਦ ਕਿਸੇ ਨੂੰ ਜਸੇ ਵੀ ਨਾ। ਈਵਨ
ਸਰਕਾਰ ਨੇ ਜਿੱਦਾਂ ਡਾਕਟਰ ਬਲਵੀਰ ਕਹਿ ਰਹੇ ਸੀ, ਜਿਨ੍ਹਾਂ ਨੇ ਮਲਚਿੰਗ ਦੇ ਤੌਰ ਤੇ ਜਾਂ ਉਹਦੇ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਪਰਾਲੀ ਨੂੰ ਵਰਤਣਾ ਆ, ਉਹਨਾਂ ਨੂੰ ਵੀ ਪਹਿਲਾਂ ਗੁੱਡ ਐਗਰੀਕਲਚਰ ਪ੍ਰੈਕਟਿਸਿਸ ਜਿਹੜੀਆਂ ਆ ਉਹ ਕਰਨੀਆਂ ਪੈਣਗੀਆਂ। ਮਤਲਬ ਫਾਲਤੂ ਖਾਦਾਂ ਸਪਰੇਆਂ ਨਾ ਕਰੋਗੇ, ਸੀਜ਼ਨ ਤੱਕ ਨਹੀਂ ਹੋਏਗਾ ਝੋਨੇ ਦੇ, ਤੇ ਜਾਨਵਰ ਖਾਂਦੇ ਬੜੇ ਖੁਸ਼ ਹੋ ਕੇ, ਪੈਲਟਸ ਵੀ ਬਣ ਜਾਣਗੇ, ਕੱਲ ਨੂੰ ਬਣਾਉਣ ਵਾਲਿਆਂ ਬਣਾ ਲੈਣੇ, ਆ ਵੀ ਜਾਣਾ ਉਹਨਾਂ ਨੇ। ਪਰ ਗੱਲ ਇਹੀ ਆ ਕਿ ਤੁਸੀਂ ਬਗੈਰ ਕਿਸੇ ਕਾਰਨ ਤੋਂ, ਹੁਣ ਇੱਕ ਛੋਟਾ ਜ਼ਿਮੀਦਾਰ ਕਹਿ ਰਿਹਾ ਸੀਗਾ SMS ਸਰਕਾਰ ਨੇ ਲਾਉਣੇ ਜ਼ਰੂਰੀ ਕੀਤੇ ਆ, ਤੇ ਜੇ ਕੋਈ SMS ਨਾਲ ਨਹੀਂ ਬਣਾਉਣਾ ਚਾਹੁੰਦਾ ਉਹਦੇ ਵਾਸਤੇ ਸਰਕਾਰ ਨੇ ਪਰਮਿਸ਼ਨ ਵੀ ਜਾਰੀ ਕੀਤੀ ਆ ਮਹਿਕਮੇ ਦੇ ਥਰੂ, ਜਿੱਦਾਂ ਦੀ ਤੁਹਾਡੀ ਲੋੜ ਹੈ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਜੇ। ਪਰ ਕੁਛ ਵੀ ਨਹੀਂ ਕਿ ਸਾਰੀ ਪਰਾਲੀ ਨੂੰ ਕਟਰ ਫੇਰ ਕੇ ਅੱਗ ਨਾ ਲਾਓ, ਹੱਥ ਜੋੜ ਕੇ ਬੇਨਤੀ ਆ। ਉਹ ਜਿਹੜੀ ਕੰਬਾਈਨ ਦੇ ਲੱਗ ਰਿਹਾ, ਉਹ ਜਿਹੜੀ ਚੀੜੀ ਆ ਜਾਂ ਫੂਸ ਹੁੰਦਾ ਆ, ਉਹ ਜਦੋਂ 2-4 ਦਿਨ ਬਾਅਦ ਸੁੱਕ ਜਾਂਦਾ ਆ, ਉਹ ਅਸੀਂ ਦੇਖਿਆ ਕਿ ਉਹਨੂੰ ਜੇ ਕਿਤੇ ਉਹ ਕੱਲੀ ਲੈਣ ਨੂੰ ਜਿਹੜਾ ਕਿ ਤਵੇਂ ਆ ਕੇ ਹਟਦਾ, ਉਹਨੂੰ ਤੁਸੀਂ ਕੱਲੀ ਨੂੰ ਮਾੜਾ ਜਿਹਾ ਸਾੜ ਵੀ ਲਓ, ਕਿਉਂਕਿ ਨੋਮੀਨਲ ਉਹ 5-6% ਹੁੰਦਾ ਸਾਰੇ ਦਾ ਹਿੱਸਾ, ਉਹ ਉਸੇ ਲਈ ਸਵਾਹ ਬਣ ਕੇ ਥੱਲੇ ਹੋ ਜਾਂਦਾ, ਉਹਦਾ ਧੂਆਂ ਵੀ ਨਹੀਂ ਬਣਦਾ। ਉਸ ਤੋਂ ਬਾਅਦ ਕੋਈ ਬਹਾਨਾ ਨਹੀਂ ਹੈ, ਕਿਉਂਕਿ ਜਿਹੜੇ ਦੁੱਥੇ ਆ ਉਹਨਾਂ ਨੂੰ ਤਵੀਆਂ ਨਾਲ, ਰੋਟਾਵੇਟਰ ਨਾਲ ਬੜੇ ਵਧੀਆ ਤਰੀਕੇ ਨਾਲ ਕੁਤਰਿਆ ਜਾ ਸਕਦਾ। ਗੱਲ ਸਾਰੀ ਸੋਚ ਤੇ ਮੁੱਕਦੀ ਆ। ਜੇ ਅਸੀਂ ਲੰਬੇ ਰੇਸ ਦੇ ਘੋੜੇ ਬਣਨਾ ਆ, ਹੁਣ ਆਪਣੇ ਆਪ ਨੂੰ ਬਚਾਉਣਾ ਆ ਤੇ ਬਿਮਾਰੀਆਂ ਨੂੰ ਵੀ ਬਚਾਉਣਾ ਆ, ਤੇ ਫਿਰ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ, ਮੈਂ ਜਾਂਦੇ ਜਾਂਦੇ ਗੱਲ ਕਰ ਜਾਵਾਂ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ, ਡਾਕਟਰ ਸਾਹਿਬ ਵੀ ਦੋਹਰੀ ਮਾਰ ਸਾਨੂੰ ਵੱਜ ਗਈ ਅੱਜ ਤਾਂ। ਝਾੜ ਜਿਹੜੇ ਆ ਉਹ ਮੌਸਮੀ ਹਾਲਾਤਾਂ ਕਰਕੇ ਝਾੜ ਵੀ ਘਟ ਗਿਆ ਤੇ ਰੇਟ ਵੀ ਬਹੁਤ ਘਟ ਗਿਆ, ਖਾਸ ਕਰਕੇ 1509 ਦਾ। ਪਿਛਲੇ ਸਾਲ ਸਾਡਾ ਝਾੜ 24 ਕੁਇੰਟਲ ਸੀਗਾ ਤੇ ਰੇਟ ਉਹਦਾ ਸੀਗਾ 2600, ਤੇ ਹੁਣ ਉਹਦਾ ਝਾੜ ਆ ਗਿਆ ਜੀ ਤਕਰੀਬਨ ਲੋਕਾਂ ਦਾ ਤੇ 10 ਵੀ 12 ਕੁਇੰਟਲ ਵੀ ਨਿਕਲ ਰਿਹਾ ਵਾ। ਸਾਡਾ ਚਲੋ ਫਿਰ ਵੀ ਸਿੱਧੀ ਬਿਜਾਈ ਦਾ 19 ਕੁਇੰਟਲ ਨਿਕਲ ਆਇਆ, ਪਰ ਰੇਟ ਉਹਦਾ ਸਾਰਾ 1750 ਮਿਲਿਆ ਆ। ਇਹ ਦੋਹਰੀਆਂ ਮਾਰਾਂ ਦੇ ਵਿੱਚੋਂ ਜੇ ਆਪਾਂ ਸਰਵਾਈਵ ਕੀਤਾ ਤੇ ਕੁਛ ਨਾ ਕੁਛ ਸਾਡੀ ਬਚਤ ਹੀ ਆ। ਤੇ ਇਹ ਪਰਾਲੀ ਨੂੰ ਸਾਂਭਣ ਲੱਗਿਆ ਜਿਹੜੇ ਤਰੀਕੇ ਆਪਾਂ ਅਪਣਾ ਰਹੇ ਆ, ਇਹ ਬਚਤ ਵੀ ਆ, ਤੇ ਜ਼ਮੀਨ ਨੂੰ ਕੁਛ ਉਹਦਾ ਹਿੱਸਾ ਵੀ ਮਿਲ ਜਾਏਗਾ, ਫਸਲ ਉਨੀ ਹੋ ਜਾਂਦੀ ਆ। ਇਹ ਇਸ ਗੱਲ ਦਾ ਭੁਲੇਖਾ ਨਾ ਕਰੋ, ਜੇ ਕਿਸੇ ਨੂੰ ਇਹਦੇ ਬਾਰੇ ਕੋਈ ਭੁਲੇਖਾ ਵੀ ਹੋਵੇ ਤੇ ਉਹ ਕੁਲਦੀਪ ਹੋਣਾ ਦੇ ਰਾਹੀਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਓ, ਤੁਹਾਨੂੰ ਬੜੀ ਸਸਤੀ ਕੰਬੀਨੇਸ਼ਨ ਦੱਸ ਦਾਂਗਾ। ਇੱਥੇ ਹੁਣ ਇੰਨਾ ਸਮਾਂ ਨਹੀਂਗਾ ਕਿ ਤੁਹਾਨੂੰ ਦੱਸਿਆ ਜਾਵੇ ਕਿ ਕਿਹੜੀ ਵਿਧੀ ਵਾਸਤੇ ਕਿਹੜਾ ਸਸਤਾ ਤੇ ਛੋਟੇ ਟਰੈਕਟਰ ਤੇ ਛੋਟੇ ਸੰਦ ਨਾਲ ਤੁਸੀਂ ਸਾਰਾ ਕੁਝ ਕਰ ਸਕਦੇ ਜੇ। ਉਹ ਸਾਰਾ ਸਾਡੇ ਕੋਲ ਇੱਕ ਪੂਰੇ ਦਾ ਪੂਰਾ ਹੀ ਜਿਹਨੂੰ ਕਹਿ ਲਓ ਵੀ ਡਰਾਫਟ ਬਣਿਆ ਹੋਇਆ ਵਾ, ਜੋ ਕਿ ਅਸੀਂ ਪ੍ਰੈਕਟੀਕਲ ਆਪਣੇ ਛੋਟੇ ਵੱਡੀ ਜ਼ਿਮੀਂਦਾਰਾਂ ਦੇ ਖੇਤਾਂ 'ਚ ਕੀਤਾ ਹੈ। ਮੈਨੂੰ ਉਮੀਦ ਹੈ ਕਿ ਜਿੰਨੇ ਇੱਥੇ ਬੜੇ ਸੂਝਵਾਨ ਬੰਦੇ ਨੇ, ਅਮਰਜੀਤ ਭੰਗੂ ਵਰਗੇ, ਆਪਾਂ ਕਮ ਸੇ ਕਮ ਆਪਣੇ ਆਲੇ ਦੁਆਲੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੀਏ, ਨਹੀਂ ਤੇ ਇਹ ਸਾਰੇ ਸਿਸਟਮ ਦੇ ਸਾਨੂੰ ਐਸਾ ਜ਼ਿਆਦਾ ਪਰੇਸ਼ਾਨ ਕਰਨਾ, ਕਿਉਂਕਿ ਉੱਤੇ ਸਾਡੇ ਮੂੰਹ ਤੇ ਮਾਸਕ ਵੀ ਲੱਗੇ ਹੋਏ ਆ, ਤੇ ਉਤੋਂ ਹਵਾ ਦੇ ਵਿੱਚ ਜ਼ਹਿਰ ਘੁਲ ਗਿਆ ਤੇ ਔਖੇ ਹੋਵਾਂਗੇ ਤੇ ਕਿਸੇ ਦਾ ਕੁਝ ਨਹੀਂ ਜਾਣਾ। ਅਖੀਰ ਅਲਟੀਮੇਟਲੀ ਨੁਕਸਾਨ ਜਿਹੜਾ ਆ ਉਹ ਭਾਵੇਂ ਖਰਬੂਜਾ ਛੁਰੀ ਤੇ ਡਿੱਗੇ ਤੇ ਭਾਵੇਂ ਛੁਰੀ ਖਰਬੂਜੇ ਤੇ ਡਿੱਗੇ, ਖਰਬੂਜੇ ਦਾ ਹੁੰਦਾ ਵਾ। ਮੈਂ ਬੜਾ ਧੰਨਵਾਦੀ ਹਾਂ KDK ਨੂਰਮਹਿਲ ਦਾ, ਡਾਕਟਰ ਕੁਲਦੀਪ ਹੋਣਾ ਦਾ, ਤੇ ਇਹ ਹਮੇਸ਼ਾ ਸਾਡੇ ਦਿਲ 'ਚ ਹੈਗੇ ਨੇ, ਇਹਨਾਂ ਨੇ ਰਹਿਣਾ ਵਾ, ਤੇ ਅਸੀਂ ਇਹਨਾਂ ਸਾਰਿਆਂ ਦੀ ਤਰੱਕੀ ਚਾਹੁੰਦੇ ਆ, ਇਹਨਾਂ ਦੀ ਸੁੱਖ ਸਾਂਦ ਚਾਹੁੰਦੇ ਆ ਹਮੇਸ਼ਾ। ਤੇ ਸਾਰੇ ਫਾਰਮਰ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਕੁਛ ਵੀ ਨਹੀਂ ਹੁੰਦਾ ਜੇ 200-400 ਦਾ ਡੀਜ਼ਲ, ਜੇ ਝਾੜ ਘਟ ਕੇ ਰੇਟ ਘਟ ਗਿਆ ਫਿਰ ਵੀ ਤੇ ਸਫਰ ਕੀਤਾ ਹੀ ਆ। ਤੇ ਇਹਨੂੰ ਪਰਾਲੀ ਨੂੰ ਨਾ ਯਾਰ ਮੇਰੇ ਪਲੀਜ਼ ਅੱਗ ਲਾਓ, ਚੰਗੇ ਰਵਾਂਗੇ ਆਪਾਂ। ਤੇ ਥੋੜਾ ਜਿਹਾ ਕਣਕ ਝੋਨੇ ਦੇ ਸਰਕਲ ਤੋਂ ਵੈਸੇ ਵੀ ਸਾਨੂੰ ਬਾਹਰ ਨਿਕਲਣਾ ਪੈਣਾ, ਹਾਲਾਤ ਉਦਾਂ ਦੇ ਬਣ ਗਏ ਆ। ਬਹੁਤ ਬਹੁਤ ਧੰਨਵਾਦ ਡਾਕਟਰ ਕੁਲਦੀਪ ਜੀ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਬਾਕੀ ਬੜੇ ਅੱਛੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਜਿਹੜੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤੇ ਆ, ਤੇ ਇਹ ਵੀ ਦੱਸਿਆ ਵੀ ਪਰਾਲੀ ਨੂੰ ਜੀ ਆਪਾਂ ਕਿੰਨੇ ਇਹਦੇ ਫਾਇਦੇ ਆ। ਸੋ ਕਿਸਾਨਾਂ ਨੂੰ ਸਾਡੇ ਵੱਲੋਂ, ਤੁਹਾਡੇ ਆਪਣੇ ਵੱਲੋਂ ਤੁਸੀਂ ਅਪੀਲ ਵੀ ਕੀਤੀ ਹੈ ਵੀ ਆਪਾਂ ਜਿਹੜੀ ਆ ਪਰਾਲੀ ਨੂੰ ਅੱਗ ਜਿਹੜਾ ਨਾ ਲਾਈਏ। ਸੋ ਇਹਦੇ ਬਹੁਤ ਜ਼ਿਆਦਾ ਜਿਹੜੇ ਸਾਨੂੰ ਜਿਹੜੇ ਨੁਕਸਾਨ ਜਿਹੜੇ ਆ ਉਹ ਸਾਡੀ ਇਕੱਲਾ ਖੇਤਾਂ 'ਚ ਨਹੀਂ, ਜਿਹੜੇ ਸਾਡੇ ਹੈਲਥ ਦੇ ਵੀ ਜਿਹੜੇ ਆ ਸਾਨੂੰ ਜਿਹੜੇ ਆ ਨੁਕਸਾਨ ਹੋ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ, ਤੁਸੀਂ ਆਪਣੇ ਬੜੇ ਬਿਜ਼ੀ ਸ਼ਡਿਊਲ 'ਚ ਜਿਹੜਾ ਉਹ ਸਮਾਂ ਕੱਢਿਆ, ਸਾਡੀ ਬੇਨਤੀ ਨੂੰ ਸਵੀਕਾਰ ਕੀਤਾ, ਸਾਡੇ 'ਚ ਜਿਹੜੇ ਆ ਉਹ ਸ਼ਾਮਲ ਹੋਏ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਸੋ ਇਸ ਘੜੀ ਨੂੰ ਅੱਗੇ ਤੋਰਦੇ ਹੋਏ, ਜਿੱਦਾਂ ਬਾਜਵਾ ਸਾਹਿਬ ਨੇ ਦੱਸਿਆ ਵੀ ਪਰਾਲੀ ਨੂੰ ਜੇ ਆਪਾਂ ਖੇਤਾਂ ਦੇ ਵਿੱਚ ਕਰਦੇ ਹਾਂ ਤੇ ਕਾਫੀ ਜਿਹੜੇ ਫਾਇਦੇ ਜਿਹੜੇ ਆ ਉਹ ਹੋ ਸਕਦੇ ਆ। ਸੋ ਸਾਡੇ ਹੋਰ ਵੀ ਕਿਸਾਨ ਜਿਹੜੇ ਆ, ਭਾਵੇਂ ਉਹ ਆਰਗੈਨਿਕ ਖੇਤੀ ਕਰ ਰਹੇ ਆ, ਭਾਵੇਂ ਇਹ ਤਕਨੀਕਾਂ ਨੂੰ ਅਪਣਾ ਕੇ ਫਸਲਾਂ ਦੀ ਕਾਸ਼ਤ ਕਰ ਰਹੇ ਆ, ਸੋ ਬਹੁਤ ਅੱਛਾ ਜਿਹੜਾ ਉਹ ਮੁਨਾਫਾ ਵੀ ਲੈ ਰਿਹਾ। ਸੋ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਅਗਾਂਹ ਵਧੂ ਕਿਸਾਨ ਸਰਦਾਰ ਅਮਰਜੀਤ ਸਿੰਘ ਚਾੜਕੇ, ਸੋ ਜਿਹੜੇ ਪਰਾਲੀ ਨੂੰ ਕਾਫੀ ਸਾਲਾਂ ਤੋਂ ਜਿਹੜਾ ਉਹਨੂੰ ਸੰਭਾਲ ਵੀ ਰਹੇ ਆ, ਨਾਲ ਨਾਲ ਜਿਹੜੇ ਆਰਗੈਨਿਕ ਖੇਤੀ ਨੂੰ ਜਿਹੜਾ ਉਹਨੂੰ ਪ੍ਰਮੋਟ ਜਿਹੜੀ ਆ ਉਹ ਕਰ ਰਹੇ ਆ।
ਸੋ ਮੈਂ ਬੇਨਤੀ ਕਰਾਂਗਾ ਸਰਦਾਰ ਅਮਰਜੀਤ ਸਿੰਘ ਨੂੰ ਕਿ ਉਹ 5-10 ਮਿੰਟਾਂ ਦੇ ਵਿੱਚ ਜਿਹੜਾ ਆਪਣੇ ਜਿਹੜੇ ਵਿਚਾਰ ਜਿਹੜੇ ਸਾਡੇ ਨਾਲ ਜਿਹੜੇ ਉਹ ਸਾਂਝੇ ਕਰਨ। ਸਰਦਾਰ ਅਮਰਜੀਤ ਸਿੰਘ। ਹਾਂਜੀ, ਮੇਰੇ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਔਰ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਸਿੰਘ ਭੰਗੂ, ਪਿੰਡ ਚਾੜਕੇ, ਬਲਾਕ ਭੋਗਪੁਰ ਦੀ, ਜ਼ਿਲ੍ਹਾ ਜਲੰਧਰ ਤੋਂ ਜੀ। ਸੋ ਅਸੀਂ ਜਿਵੇਂ ਸਨ 2006 ਤੋਂ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਡਿਪਾਰਟਮੈਂਟ ਔਰ PAU ਵੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ। ਸਾਨੂੰ ਵੀ ਮੈਂ ਪਹਿਲੀ ਵਾਰ ਜਿੱਦਾਂ ਥੋੜਾ ਔਖਾ ਲੱਗਦਾ ਸੀ ਕਿ ਕਿਉਂਕਿ ਖਾਦਾਂ ਅਸੀਂ ਬਹੁਤ ਜ਼ਿਆਦਾ ਪਾਉਂਦੇ ਸੀ, ਜ਼ਹਿਰਾਂ ਪਾਉਂਦੇ ਸੀ, ਅੱਗ ਵੀ ਲਾਉਂਦੇ ਸੀ। ਸੋ ਉਸ ਕੁਦਰਤੀ ਖੇਤੀ ਨੂੰ ਅਪਣਾਉਣ ਤੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਅਸੀਂ ਅਗਾਂਹ ਵਧਦੇ ਗਏ ਤਾਂ ਇਹ ਵੀ ਸਾਨੂੰ ਦਿਮਾਗ ਵਿੱਚ ਆਈ ਸਾਡੇ ਪਰਿਵਾਰ ਦੀ ਗੱਲ ਕਿ ਮਤਲਬ ਜਿਹੜੀ ਆਪਾਂ ਪਰਾਲੀ ਨੂੰ ਅੱਗ ਲਾਉਂਦੇ ਹਾਂ, ਕਣਕ ਦੇ ਨਾੜ ਨੂੰ ਆ ਖੋਰੀ ਅੱਗ ਨੇ ਜੀ, ਵੀ ਇਹ ਵੀ ਜਿਹੜੀ ਜੇ ਅਸੀਂ ਅੱਗ ਲਾਉਣ ਦੀ ਬਜਾਏ ਖੇਤਾਂ ਦੇ ਵਿੱਚ ਰਲਾਈਏ ਤਾਂ ਸਾਡਾ ਜਿਹੜਾ ਹੈਗਾ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਹੈ ਨਾ ਉਹ ਵਧੇਗੀ। ਕਿਉਂਕਿ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਖੇਤਾਂ ਦੇ ਵਿੱਚ ਅੱਗ ਲਾਉਣ ਦਾ ਕਰਕੇ ਜਿਹੜੀ ਬਾਇਓਮਾਸ ਦੀ, ਆਰਗੈਨਿਕ ਮੈਟਰ ਦੀ ਕਮੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਈ ਹੈ। ਕਿਉਂਕਿ ਲਗਾਤਾਰ ਕਿਸਾਨਾਂ ਨੇ ਕਣਕ ਝੋਨਾ ਔਰ ਅੱਗ ਲਾ ਕੇ ਜਿਹੜਾ ਖੇਤਾਂ ਦੇ ਵਿੱਚ ਆਰਗੈਨਿਕ ਮੈਟਰ ਤਕਰੀਬਨ ਖਤਮ ਹੋ ਚੁੱਕਾ। ਹੁਣ ਗੱਲ ਇਹ ਹੈ ਕਿ ਇਕੱਲਾ ਉਹਦੇ ਵਿੱਚ ਆਰਗੈਨਿਕ ਮੈਟਰ ਹੀ ਨਹੀਂ ਖਤਮ ਹੋਇਆ, ਉਹਦੇ ਵਿੱਚ ਅਸੀਂ ਮਿੱਤਰ ਕੀੜੇ ਵੀ ਜਿਹੜੇ ਆ ਉਹ ਮਾਰ ਲਏ, ਜਿਹੜੇ ਸਾਡੇ ਫਸਲਾਂ ਨੂੰ ਟਾਈਮ ਤੇ ਸਮੇਂ ਤੇ ਆਪਣਾ ਯੋਗਦਾਨ ਪਾ ਕੇ ਸਾਡੇ ਦੂਸਰੇ ਕੀੜਿਆਂ ਨੂੰ ਖਾ ਕੇ ਸਾਨੂੰ ਬਿਨਾਂ ਜ਼ਹਿਰਾਂ ਤੋਂ ਖੇਤੀ ਕਰਨ ਦੇ ਵਿੱਚ ਮਦਦ ਕਰਦੇ ਆ। ਸੋ ਇਹ ਗੱਲ ਵੀ ਸਮਝਣੀ ਬਹੁਤ ਜ਼ਰੂਰੀ ਆ। ਜਿਵੇਂ ਡਾਕਟਰ ਬਲਵੀਰ ਕੌਰ ਜੀ ਨੇ ਪਹਿਲਾਂ ਦੱਸਿਆ ਕਿ ਹਲਦੀ ਦੇ ਵਿੱਚ ਆਪਾਂ ਮਲਚਿੰਗ ਕਰ ਸਕਦੇ ਹਾਂ। ਇਹ ਬਹੁਤ ਵਧੀਆ ਗੱਲ ਆ ਕਿਉਂਕਿ ਅਸੀਂ ਤਾਂ ਆਪਣੀ ਸਾਰੀ ਫਸਲਾਂ ਦੇ ਵਿੱਚ ਮਲਚਿੰਗ ਕਰਦੇ ਹਾਂ। ਅਸੀਂ ਇਸ ਟਾਈਮ 1 ਏਕੜ ਹਲਦੀ ਜਿਹੜੀ ਆ ਉਹਦੀ ਬਿਜਾਈ ਕੀਤੀ ਹੈ। ਸਾਨੂੰ PAU ਨੇ ਵੀ ਇਸ ਵਾਰੀ ਸੀਡ ਦਿੱਤਾ ਸੀ। ਸੋ ਅਸੀਂ ਸਾਰੀ ਹਲਦੀ ਨੂੰ ਮਲਚ ਕੀਤਾ ਜੀ। ਮੇਰੇ ਆਪਣੇ ਕੋਲ ਥੋੜੀ ਪਰਾਲੀ ਦੀ ਘਾਟ ਸੀ ਮਈ ਮਹੀਨੇ ਦੇ ਵਿੱਚ, ਤਾਂ ਸੋ ਮੈਂ ਆਪਣੇ ਜਿਹੜੇ ਸਾਥੀ ਲਾਗਲੇ ਪਿੰਡ ਸੀਗੇ ਜਮਾਲਪੁਰ ਔਰ ਸਿੰਘਪੁਰ ਤੋਂ, ਮੈਂ ਉੱਥੋਂ 2 ਟਰਾਲੀਆਂ ਉਹਨਾਂ ਕੋਲੋਂ ਪਰਾਲੀ ਦੀਆਂ ਲਿਆਂਦੀਆਂ ਔਰ ਆਪਣੇ ਕੋਲ ਜਿਹੜੀ ਸੀ ਗੰਨੇ ਦੀ ਖੋਰੀ ਸੀ, ਆਗ ਸੀ, ਉਹ ਖੇਤ ਦੇ ਵਿੱਚ ਮਲਚ ਕੀਤੇ। ਔਰ ਮਲਚਿੰਗ ਦਾ ਇੰਨਾ ਕੁ ਜ਼ਿਆਦਾ ਫਾਇਦਾ ਹੈਗਾ ਕਿਉਂਕਿ ਉਹਦੇ ਨਾਲ ਸਾਨੂੰ ਕਈ ਫਾਇਦੇ ਹੁੰਦੇ ਆ। ਜਿਵੇਂ ਸਭ ਤੋਂ ਪਹਿਲਾ ਫਾਇਦਾ ਇਹ ਆ ਕਿ ਹਲਦੀ ਨੂੰ ਗੁਡਾਈਆਂ ਦੀ, ਵੈਸੇ ਜੇ ਮਲਚ ਨਹੀਂ ਕਰਦੇ ਤਾਂ ਗੁਡਾਈਆਂ ਦੀ ਬਹੁਤ ਲੋੜ ਪੈਂਦੀ ਆ। ਸੋ ਉਹਨੂੰ ਜਿਹੜਾ ਨਦੀਨ ਆ ਨਾ, ਨਦੀਨ ਘੱਟ ਉੱਗਦਾ। ਨੰਬਰ 2 ਤੇ ਜਿਹੜਾ ਅਸੀਂ ਦੇਖਦੇ ਹਾਂ ਹਰ ਸਾਲ ਕਿ ਸਾਡੀ ਹਲਦੀ ਆਮ ਹਲਦੀ ਦੇ ਨਾਲੋਂ 15 ਦਿਨ ਘੱਟੋ ਘੱਟ ਪਹਿਲਾਂ ਉੱਗਦੀ ਆ। ਤੇ ਅਗਲੀ ਗੱਲ, ਜਿਹੜੇ ਸਾਡੇ ਪਾਣੀ ਲਾਉਣ ਦੇ ਟਾਈਮ ਪੀਰੀਅਡ ਕਹਿ ਲਓ ਕਿ ਜਲਦੀ ਪਾਣੀ ਲਾਉਣਾ ਪੈਂਦਾ। ਜੇ ਅਸੀਂ ਮਲਚਿੰਗ ਨਹੀਂ ਕਰਦੇ ਤਾਂ ਪਾਣੀ ਬਹੁਤ ਲਾਉਣੇ ਪੈਂਦੇ ਕਿਉਂਕਿ ਮਈ ਜੂਨ ਮਹੀਨੇ ਵਿੱਚ ਤਪਸ਼ ਇੰਨੀ ਜ਼ਿਆਦਾ ਹੁੰਦੀ ਆ ਕਿ ਹਰ ਚੌਥੇ ਦਿਨ 5ਵੇਂ ਦਿਨ ਫਸਲ ਜਿਹੜੀ ਆ ਉਹ ਪਾਣੀ ਮੰਗਦੀ ਆ। ਤੇ ਇਹ ਹਲਦੀ ਦੀ ਬਿਜਾਈ ਕਰਨ ਤੋਂ ਬਾਅਦ ਜ਼ਮੀਨ ਨੰਗੀ ਹੋਣ ਕਰਕੇ ਉਹ ਹੋਰ ਵੀ ਜਲਦੀ ਸੁੱਕਦੀ ਆ ਤੇ ਉਹਨੂੰ ਗੋਡੀਆਂ ਵੀ ਜਿੰਨੇ ਜ਼ਿਆਦਾ ਪਾਣੀ ਲਾਵਾਂਗੇ ਗੋਡੀਆਂ ਵੀ ਜ਼ਿਆਦਾ ਕਰਨੀਆਂ ਪੈਂਦੀਆਂ। ਸੋ ਇਹਦੇ ਨਾਲ ਅਸੀਂ ਜਿਹੜਾ ਸਾਰਾ ਜੋ ਸਾਡੇ ਤਜਰਬੇ 'ਚ ਨਿਕਲ ਕੇ ਆਇਆ ਕਿ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਆ। ਔਰ ਜਿਹੜਾ ਅਸੀਂ ਹਲਦੀ ਨੂੰ ਉਗਣ ਵਾਸਤੇ ਜਾਂ ਕਿਸੇ ਵੀ ਫਸਲ ਨੂੰ ਉਗਣ ਵਾਸਤੇ ਉਹਨੂੰ ਨਮੀ ਦੀ ਜ਼ਰੂਰਤ ਹੁੰਦੀ ਆ, ਉਹਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਸੋ ਮਲਚਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਨਮੀ ਬਣਾਈ ਰੱਖਦੀ ਆ ਖੇਤ ਦੇ ਵਿੱਚ ਤੇ ਫਸਲ ਜਿਹੜੀ ਉੱਪਰੋਂ ਹੀਟ ਮਿਲਦੀ ਆ, ਥੱਲੇ ਨਮੀ ਬਰਕਰਾਰ ਰਹਿੰਦੀ ਆ ਔਰ ਫਸਲ ਜਿਹੜੀ ਸਾਡੀ ਉਹ ਜਲਦੀ ਉੱਗਦੀ ਆ। ਉਸ ਤੋਂ ਅਗਲੀ ਗੱਲ, ਮੈਂ ਗਰੁੱਪ ਦੇ ਵਿੱਚ ਫੋਟੋਆਂ ਵੀ ਸਾਂਝੀਆਂ ਕਰਾਂਗਾ ਬਾਅਦ ਵਿੱਚ, ਇਸ ਪ੍ਰੋਗਰਾਮ ਤੋਂ ਬਾਅਦ 'ਚ ਹਲਦੀ ਦੀਆਂ। ਹਲਦੀ ਬਹੁਤ ਵਧੀਆ ਫਸਲ ਸਾਡੇ ਖੇਤ ਵਿੱਚ ਖੜੀ ਆ। ਔਰ ਜਿਹੜੇ ਸਾਡੇ ਮਿੱਤਰ ਕੀਟ ਆ, ਉਹ ਮਿੱਤਰ ਕੀਟ ਜਿਵੇਂ ਅਸੀਂ ਹਲਦੀ ਉਹ ਮਲਚਿੰਗ ਨੂੰ ਪਰਾਂ ਕਰਕੇ ਦੇਖਦੇ ਆ ਨਾ, ਪਤਾ ਨਹੀਂ ਕਿੰਨੇ ਕੁ ਜਿਹੜੇ ਕੀਟ ਆ ਥੱਲੇ ਤੁਰੇ ਫਿਰਦੇ ਆ। ਔਰ ਸਾਡੀ ਜ਼ਮੀਨ ਜਿਹੜੀ ਆ ਐ ਮੁੱਠ ਫੜ ਕੇ ਐ ਕਰੋ ਤਾਂ ਬਰੀਕ ਪਈ ਆ ਭੁਰਭਰੀ ਜੀ। ਔਰ ਜਿਹੜੀ ਸਾਡੇ ਮਲਚਿੰਗ ਕੀਤੀ ਹੋਈ ਬਾਇਓਮਾਸ ਸੀਗਾ, ਚਾਹੇ ਉਹ ਪਰਾਲੀ ਸੀ ਚਾਹੇ ਉਹ ਖੋਰੀ ਸੀਗੀ, ਇਸ ਵੇਲੇ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਬੇਜਾਨ ਹੋ ਗਈ। ਯਾਨੀ ਕਹਿ ਲਓ ਕਿ ਗਲ ਗਈ ਆ। ਉਹ ਖਾਦ ਉੱਤੋਂ ਖਾਦ ਜਿਹੜੀ ਬਣ ਚੁੱਕੀ ਆ। ਉਹਨੇ ਇਸ ਫਸਲ ਨੂੰ ਤਾਂ ਫਾਇਦਾ ਕੀਤਾ ਹੀ ਕੀਤਾ, ਸਾਡੀ ਆਉਣ ਵਾਲੀ ਜਿਹੜੀ ਫਸਲ ਆ ਉਹਦੇ ਵਾਸਤੇ ਉਹ ਇੱਕ ਖਾਦ ਵੀ ਤਿਆਰ ਹੋ ਗਈ। ਉਹ ਆਰਗੈਨਿਕ ਮੈਟਰ ਤਿਆਰ ਹੋ ਗਿਆ ਸਾਡੀ ਜ਼ਮੀਨ ਦੇ ਵਿੱਚ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਮਲਚਿੰਗ ਹੈਗੀ ਆ, ਤੁਸੀਂ ਚਾਹੇ ਸਬਜ਼ੀਆਂ ਨੂੰ ਕਰਦੇ ਆ, ਚਾਹੇ ਗੰਨੇ ਨੂੰ ਕਰਦੇ ਆ, ਚਾਹੇ ਕਿਸੇ ਚੀਜ਼ ਨੂੰ ਕਰਦੇ ਆ, ਇੱਕ ਵਾਰੀ ਥੋੜੀ ਜਿਹੀ ਪਹਿਲਾਂ ਮਿਹਨਤ ਜ਼ਰੂਰ ਆਉਂਦੀ ਆ।
ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਗੋਡੀਆਂ ਦਾ ਖਰਚਾ ਬਚਦਾ, ਤੁਹਾਨੂੰ ਪਾਣੀ ਲਾਉਣ ਦਾ ਖਰਚਾ ਬਚਦਾ, ਤੁਹਾਡੀ ਫਸਲ ਦਾ ਝਾੜ ਵੱਧਦਾ। ਫਾਇਦੇ ਕਿੰਨੇ ਆ ਉਹ ਆਪਾਂ ਜ਼ਰੂਰ। ਇਹਦੇ ਨਾਲ ਮੈਂ ਸ਼ੁਰੂਆਤੀ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਸੰਨ 2006 ਦੇ ਵਿੱਚ, ਤਾਂ ਉਸ ਟਾਈਮ ਦੇ ਵਿੱਚ ਇੱਕ ਡੈਕਸਾਂ ਜਿਹਨੂੰ ਹੈਰੋ ਕਹਿੰਦੇ ਨੇ ਆਪਾਂ, ਉਹ ਤੋਂ ਇਲਾਵਾ ਕਿਸਾਨਾਂ ਦੇ ਕੋਲ ਕੋਈ ਹੋਰ ਸੰਦ ਨਹੀਂ ਸੀ ਹੁੰਦੇ। ਰੋਟਾਵੇਟਰ ਕਿਸੇ ਕਿਸਾਨ ਕੋਲ ਹੀ ਹੁੰਦਾ ਸੀ। ਗੱਲ ਸੋਚਦੀ ਆ ਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਆ ਗਈ ਕਿ ਅਸੀਂ ਅੱਗ ਨਹੀਂ ਲਾਉਣੀ, ਇਹਦੇ ਸਾਨੂੰ ਫਾਇਦੇ ਆ ਜ਼ਮੀਨ ਦੇ ਵਿੱਚ ਫਸਲ ਦਾ ਬਾਇਓਮਾਸ ਮਿਲਾਉਣ ਨਾਲ, ਤਾਂ ਕਿਸਾਨ ਕੁਝ ਵੀ ਕਰ ਲਊਗਾ ਜੀ, ਜਿਹਦੇ ਇਹ ਸਮਝ ਦਾ ਹਿੱਸਾ ਬਣ ਗਿਆ। ਅਸੀਂ ਉਦੋਂ ਕੰਬਾਈਨ ਨਾਲ ਜਦੋਂ ਝੋਨਾ ਕਟਾਉਂਦੇ ਸੀ ਤੇ ਅਸੀਂ ਕਰੰਡੀ ਬਣਾਈ ਜੀ। ਉਹ ਆਮ ਇੱਧਰ ਨਕੋਦਰ ਸਾਈਡ ਜਾਂ ਜਿੰਨੇ ਵੀ ਆਲੂ ਬੀਜਦੇ ਉਹਨਾਂ ਕੋਲ ਕਰੰਡੀਆਂ ਉਹ ਹੈਗੀਆਂ ਵਾ, ਆਲੂਆਂ ਦੀ ਪਾੜ ਦੋੜ ਚੁਗਣ ਵਾਸਤੇ ਉਹ ਵਰਤਦੇ ਆ। ਮੈਂ ਵੀ ਉੱਦਾਂ ਦੀ ਇੱਕ ਕਰੰਡੀ ਬਣਾਈ, ਉਹਦੇ ਨਾਲ ਜਿਹੜਾ ਉੱਪਰ ਫੂਸ ਬਚਦਾ ਕੰਬਾਈਨ ਦੇ ਨਾਲ ਮਗਰ ਜਿਹੜਾ ਡਿੱਗਦਾ ਨਾ, ਕਿਉਂਕਿ ਉਹ ਵੀ ਵਾਹੁਣਾ ਔਖਾ ਥੋੜ੍ਹਾ ਜਿਹਾ। ਬਾਜਵਾ ਸਾਹਿਬ ਵੀ ਦੱਸ ਰਹੇ ਸੀਗੇ ਕਿ ਉਹਨੂੰ ਆਪਾਂ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਵਾਹੁਣਾ। ਅਸੀਂ ਉਹਨੂੰ ਇਕੱਠਾ ਕਰ ਲੈਂਦੇ ਸੀ ਕਰੰਡੀ ਨਾਲ, ਖੇਤ ਦੇ ਇੱਕ ਪਾਸੇ। 1 ਘੰਟੇ ਦੇ ਵਿੱਚ ਅਸੀਂ ਇੱਕ ਖੇਤ ਜਿਹੜਾ 3 ਜਾਣੇ ਆ ਉਹ ਸਾਂਭ ਲੈਂਦੇ ਸੀ। ਤੇ ਅਸੀਂ ਉਹਨੂੰ ਮਲਚਿੰਗ ਵਾਸਤੇ ਬੜਾ ਵਧੀਆ ਸੌਖੇ ਤਰੀਕੇ ਨਾਲ ਉਸ ਫੂਸ ਨੂੰ ਵਰਤ ਲੈਣਾ। ਬਾਕੀ ਮੁੱਢ ਜਿਹੜੇ ਹੈਗੇ ਆ ਅਸੀਂ ਤਵੀਆਂ ਦੇ ਨਾਲ ਕੁਦਰ ਕੇ ਆਲੂ ਵੀ ਬੀਜਦੇ ਰਹੇ ਆ। ਹੁਣ ਚਲੋ ਥੋੜ੍ਹੇ ਬੀਜਦੇ ਆ ਆਲੂ, ਤੇ ਠੇਕੇ ਵਾਲੀਆਂ ਪੈਲੀਆਂ ਜ਼ਮੀਨਾਂ ਦੇ ਵਿੱਚ ਵੀ ਅਸੀਂ ਕਦੀ ਅੱਗ ਨਹੀਂ ਸੀ ਲਾਈ। ਸੋ ਸਾਨੂੰ ਸਾਰੇ ਕਿਸਾਨਾਂ ਨੂੰ ਇਹ ਸਮਝਣਾ ਪਊਗਾ ਕਿ ਮਤਲਬ ਜੇਕਰ ਇਹਦੇ ਤੇ ਪਰਾਲੀ ਤੇ ਥੋੜ੍ਹਾ ਖਰਚਾ ਪਹਿਲਾਂ ਆਉਂਦਾ ਆ ਤੇ ਸਾਡਾ ਉਹਦੇ ਨਾਲ ਝਾੜ ਵੀ ਵਧਣਾ, ਸਾਡੀ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਸੁਧਰੇਗੀ, ਸਾਡੇ ਜਿਹੜੇ ਮਿੱਤਰ ਕੀਟ ਆ ਉਹ ਵੀ ਬਚਣਗੇ। ਸੋ ਇਹਦੇ ਨਾਲ ਫਾਇਦਾ ਹੀ ਫਾਇਦਾ ਜੀ। ਤੇ ਅਸੀਂ ਜਿਵੇਂ ਕਣਕ ਦਾ ਨਾੜ ਆ ਉਹ ਵੀ ਵਿੱਚ ਵਾਹੀਦਾ। ਗੰਨੇ ਦੀ ਖੋਰੀ ਆ, ਹੁਣ ਸਾਡੇ ਕੋਲ ਗੰਨਾ ਜੀ, ਅਸੀਂ ਗੁੜ ਬਣਾਉਂਦੇ ਆ। ਉੱਪਰੋਂ ਮੋਟੀ ਮੋਟੀ ਖੋਰੀ ਅਸੀਂ ਜਿਹੜੀ ਹੈਗੀ ਆ ਬਾਲਣ ਵਾਸਤੇ ਚੁੱਕ ਲੈਂਦੇ ਆ। ਬਾਕੀ ਜਿੰਨੀ ਵੀ ਖੋਰੀ ਹੈਗੀ ਆ ਉਹ ਸਾਰੀ ਖੇਤ ਦੇ ਵਿੱਚ ਹੀ ਵਾਹੁੰਦੇ ਆ। ਜੇਕਰ ਸਨਵਾ ਗੰਨਾ ਤੇ ਅਸੀਂ ਕੀ ਕਰਦੇ ਆ, ਕਿਉਂਕਿ ਗੰਨਾ ਅਸੀਂ 4 ਫੁੱਟ ਤੇ ਲਾਈਨ ਤੋਂ ਲਾਈਨ ਬੀਜਦੇ ਆ, ਤੇ ਸਾਨੂੰ ਮਲਚਿੰਗ ਦਾ ਇੰਨਾ ਕੁ ਜ਼ਿਆਦਾ ਫਾਇਦਾ ਹੁੰਦਾ। ਮੈਂ ਉਹ ਦੱਸਣ ਲੱਗਾ। ਗੰਨੇ ਦੇ ਵਿੱਚ ਜਦੋਂ ਸਨਵਾ ਗੰਨਾ ਅਸੀਂ ਕੱਟ ਲੈਂਦੇ ਆ ਨਾ, ਕੱਟਣ ਤੋਂ ਬਾਅਦ ਦੇ ਵਿੱਚ ਜਦੋਂ ਖੋਰੀ ਮੋਟੀ ਮੋਟੀ ਚੁੱਕ ਲਈ, ਬਾਕੀ ਖੋਰੀ ਨੂੰ ਐਨ ਬੈੱਡਾਂ ਤੇ ਵਿਛਾ ਦਿੱਤਾ, ਜਿੱਥੇ ਮੋਟੀ ਆ ਉਹਨੂੰ ਪਤਲੀ ਕਰਕੇ ਐਨ ਬੈਲੈਂਸ ਦੇ ਵਿੱਚ ਵਿਛਾ ਕੇ ਅਸੀਂ ਮੋਢੇ ਕਮਾਦ ਨੂੰ ਗੋਡੀ ਨਹੀਂ ਕਰਦੇ, ਕੋਈ ਵੀ ਸਾਨੂੰ ਲੋੜ ਨਹੀਂ ਪੈਂਦੀ। ਜਿਹੜਾ ਕਿਉਂਕਿ ਆਮ ਕਿਸਾਨ ਕਹਿੰਦੇ ਕਿ ਮੋਢੇ ਨੂੰ ਫਿਰ ਸਾਨੂੰ ਤੰਫਾਲੀ ਫੇਰਨੀ ਆ, ਫਿਰ ਉਹ ਇਹ ਕਰਨਾ ਉਹ ਕਰਨਾ। ਅਸੀਂ 4 ਫੁੱਟ ਤੇ ਗੰਨਾ ਬੀਜਣ ਕਰਕੇ ਉਹਨੂੰ ਤਵੇ ਵਾਲੇ ਜਿੰਦਾ ਜਿਹੜਾ ਹੈਗਾ, ਆਪਾਂ ਵੱਟਾਂ ਪਾਉਨੇ ਤਵੇ ਵਾਲਾ ਜਿੰਦਾ, ਉਹਦੇ ਨਾਲ ਹਲਕੀ ਹਲਕੀ ਮਿੱਟੀ ਥੱਲਿਓਂ ਮਤਲਬ ਮਾੜੀ ਮਾੜੀ ਬੈਡਾਂ ਦੇ ਉੱਤੇ ਚੜਾ ਦਿੰਦੇ ਆ। ਉਹ ਜਿੰਨੀ ਖੋਰੀ ਆ ਉਹਦੇ ਉੱਤੇ ਮਿੱਟੀ ਮਾੜੀ ਮਾੜੀ ਪੈ ਜਾਂਦੀ ਆ, ਔਰ ਜਿਉਂ-ਜਿਉਂ ਆਉਣ ਵਾਲੇ ਸਮੇਂ 'ਚ ਬਰਸਾਤਾਂ ਹੁੰਦੀਆਂ ਸਾਰੀ ਦੀ ਸਾਰੀ ਖੋਰੀ ਗਲ ਜਾਂਦੀ, ਔਰ ਫਸਲ ਇਉਂ ਤੁਹਾਨੂੰ ਦੇਖਣ ਨੂੰ ਲੱਗੂਗੀ ਕਿ ਜਿਵੇਂ ਇਹਨੂੰ ਨਾਈਟ੍ਰੋਜਨ ਪਾਤੀ। ਪਹਿਲਾਂ ਫਸਲ ਜ਼ਰੂਰ ਥੋੜ੍ਹੀ ਪੀਲੀ ਹੁੰਦੀ ਆ, ਲੇਕਿਨ ਬਾਅਦ ਦੇ ਵਿੱਚ ਉਹ ਫਸਲ ਜਿਹੜੀ ਜਿਉਂ-ਜਿਉਂ ਮਲਚਿੰਗ ਦਾ ਅਸਰ ਹੁੰਦਾ ਆ ਤੇ ਜਿਹੜਾ ਗੰਨਾ ਹੈਗਾ ਸਾਡਾ ਐਟੋਮੈਟਿਕ ਹੀ ਦੂਸਰੇ ਗੰਨਿਆਂ ਦੇ ਦੂਸਰੇ ਖੇਤਾਂ ਜਿਵੇਂ ਆਮ ਕਿਸਾਨਾਂ ਦੇ ਹੈਗਾ ਉਹ ਬਰਾਬਰ ਹੋ ਜਾਂਦੀ ਫਸਲ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮਲਚਿੰਗ ਜਿਹੜੀ ਹੈਗੀ ਆ ਨਾ, ਇਹਦਾ ਬਹੁਤ ਜ਼ਿਆਦਾ ਫਾਇਦਾ ਆ। ਤੇ ਆਪਾਂ ਨੂੰ ਇੱਕ ਜਿਹੜੀ ਇਹ ਸੋਚ ਹੈ ਨਾ, ਸੋਚ ਬਦਲਣੀ ਪਊਗੀ। ਇੱਕ ਵਾਰੀ ਆਪਣੇ ਵਾਈਸ ਚਾਂਸਲਰ ਜੀ ਆਪਣੇ ਢਿੱਲੋਂ ਜੀ ਹੁਣਾਂ ਨਾਲ ਵੀ ਗੱਲਬਾਤ ਹੋਈ ਮੇਰੀ, ਐਵੇਂ KVK ਵਿੱਚ ਸਟਾਲ ਲਾਇਆ ਸੀ, ਤੇ ਉਹ ਸਰ ਕਹਿ ਰਹੇ ਸੀ ਕਿ ਸੰਦ ਕਿਸਾਨਾਂ ਨੂੰ ਜਿਹੜੇ ਹੈਗੇ ਨਾ ਉਹ ਵੀ ਲੈਣੇ ਪੈਣਗੇ। ਤੇ ਮੈਂ ਕਿਹਾ ਸੰਦਾਂ ਦੇ ਨਾਲ ਨਾਲ ਆਪਾਂ ਨੂੰ ਜਿਹੜੀ ਸੋਚ ਹੈ ਨਾ, ਉਹ ਸੋਚ ਪਹਿਲਾਂ ਸਹੀ ਦਿਸ਼ਾ ਵੱਲ ਖਾਣੀ ਪਊਗੀ। ਸੰਦ ਜ਼ਰੂਰੀ ਆ, ਪਰ ਉਹ ਮਹਿੰਗੇ ਬਹੁਤ ਆ। ਚਲੋ ਸਰਕਾਰ ਨੇ ਹੁਣ ਸਬਸਿਡੀ ਦਿੱਤੀ ਆ, ਪਿਛਲੀ ਵਾਰ ਵੀ ਦਿੱਤੀ ਆ, ਇਸ ਵਾਰੀ ਥੋੜ੍ਹੀ ਉਹਨਾਂ ਨੇ ਇਹਦੇ ਵਿੱਚ ਦਿੱਕਤ ਆਈ, ਘੱਟ ਕਰ ਦਿੱਤੀ ਆ। ਸੋ ਉਹ ਉਹਨਾਂ ਦਾ ਇੱਕ ਵੱਖਰਾ ਵਿਸ਼ਾ ਹੈਗਾ। ਸੋ ਜਿਹੜੇ ਕਿਸਾਨ ਨਹੀਂ ਲੈ ਸਕਦੇ ਉਹਨਾਂ ਨੂੰ ਇਹ ਪ੍ਰੋਵਾਈਡ ਕਰਾਉਣਾ ਚਾਹੀਦਾ। ਜਿਵੇਂ ਇਸ ਵਾਰੀ ਇੱਕੋ ਸੰਦ 'ਤੇ ਸਬਸਿਡੀ ਦਿੱਤੀ ਸੀ ਸਿਰਫ, ਬਟ ਮੈਂ ਕਹਿੰਦਾ ਕਿ ਜੇ ਸੰਦ ਲੈਣੇ ਆ ਤੇ ਵੱਡੇ ਟਰੈਕਟਰ ਵੀ ਚਾਹੀਦੇ ਆ। ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਕੋਲ ਵੱਡਾ ਟਰੈਕਟਰ ਵੀ ਹੈ ਨਹੀਂਗਾ, ਫਾਰਮਟੈਕ 60 ਆ, ਔਰ ਮੈਂ ਇੱਕ ਰੋਟਾਵੇਟਰ ਹੈ ਤੇ ਇੱਕ ਤਵੀਆਂ ਮੇਰੇ ਕੋਲ, ਕੋਈ ਹੋਰ ਉਹ ਸੰਦ ਨਹੀਂ ਰੱਖਿਆ ਆਲਤੂ ਫਾਲਤੂ ਕੋ ਵੱਡਾ। ਸੋ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਕਰ ਰਹੇ ਹਾਂ ਸਾਰਾ ਜੀ। ਤੇ ਅਸੀਂ ਤਾਂ ਘਰ ਜਿਹੜੇ ਹੈਗੇ ਫਲ ਫਰੂਟਾਂ ਦੇ ਜਿਹੜੇ ਰੁੱਖਾਂ ਦੇ ਪੱਤੇ ਵੀ ਆ, ਉਹਨਾਂ ਨੂੰ ਵੀ ਕਦੇ ਅੱਗ ਨਹੀਂ ਲਾਈ, ਉਹ ਵੀ ਖੇਤ ਦੇ ਵਿੱਚ ਖਿਲਾਰੀ ਦੇ ਆ, ਔਰ ਉਹਦਾ ਜਿਹੜਾ ਰਿਜ਼ਲਟ ਮਿਲਦਾ ਉਹ ਸਾਨੂੰ ਬਹੁਤ ਵਧੀਆ ਮਿਲਦਾ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਮਾਪਤੀ ਕਰਦਾ ਜੀ। ਧੰਨਵਾਦ। ਬਹੁਤ ਬਹੁਤ ਧੰਨਵਾਦ ਸਰਦਾਰ ਅਮਰਜੀਤ ਸਿੰਘ, ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਜਿਹੜੀ ਫਸਲਾਂ ਦੇ ਰਹਿੰਦ ਖੂੰਹਦ ਨੂੰ ਜਿਹੜੇ ਆ ਉਹ ਫਸਲਾਂ 'ਚ ਵਰਤ ਰਹੇ ਆ, ਅਤੇ ਇਹਨਾਂ ਨੂੰ ਅੱਛੇ ਜਿਹੜੇ ਉਹਦੇ ਜਿਹੜੇ ਰਿਜ਼ਲਟ ਵੀ ਜਿਹੜੇ ਮਿਲਦੇ ਆ। ਸੋ ਬਹੁਤ ਬਹੁਤ ਧੰਨਵਾਦ ਮੈਂ ਸਰਦਾਰ ਅਮਰਜੀਤ ਸਿੰਘ ਦਾ ਕਰਦਾ।
ਸੋ ਇਸ ਨੂੰ ਅੱਗੇ ਲੜੀ ਨੂੰ ਤੋਰਦੇ ਹੋਏ ਜਦੋਂ ਆਪਾਂ ਵਾਤਾਵਰਨ ਦੀ ਗੱਲ ਕਰਦੇ ਹਾਂ ਤਾਂ ਵਾਤਾਵਰਨ ਦੇ ਇੱਕ ਤਾਂ ਸਾਡੇ ਕੋਲ ਜਦੋਂ ਆਪਾਂ ਜਿਹਦੇ ਡਿਸਕਸ ਕਰ ਰਹੇ ਹਾਂ ਵੀ ਜਦੋਂ ਆਪਾਂ ਰਹਿੰਦ ਖੂੰਹਦ ਨੂੰ ਜਾਂ ਫੈਕਟਰੀਆਂ ਦਾ ਧੂੰਆਂ ਜਾਂ ਜਿਹੜੇ ਵੱਖ-ਵੱਖ ਪੋਲਿਊਸ਼ਨ ਜਿਹੜਾ ਹਵਾ ਦੇ ਵਿੱਚ ਹੁੰਦਾ ਹੈ ਜਿਹਦੇ ਨਾਲ ਵਾਤਾਵਰਨ ਸਾਡਾ ਖਰਾਬ ਹੁੰਦਾ। ਉਸ ਤੋਂ ਇਲਾਵਾ ਜਿਹੜੇ ਕੁਛ ਜਿਹੜੇ ਅਸੀਂ ਖੇਤੀ ਦੇ ਵਿੱਚ ਵੱਖ-ਵੱਖ ਜਿਹੜੀਆਂ ਖਾਦਾਂ ਵਰਤਦੇ ਹਾਂ, ਕਈ ਕਿਸਾਨ ਜਿਹੜੇ ਆ ਦੇਖੋ ਦੇਖੀ ਕਈ ਵਾਰੀ ਐਕਸੈਸ ਪਾਉਂਦੇ ਆ, ਸੋ ਉਹ ਵੀ ਇੱਕ ਕਹਿ ਲਓ ਵੀ ਸਾਡਾ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ, ਨਾਲ ਨਾਲ ਜਿਹੜੇ ਜਦੋਂ ਪਾਣੀ ਦੇ ਵਿੱਚ ਜਿਹੜੇ ਕੈਮੀਕਲ ਜਦੋਂ ਜਾਂਦੇ ਆ ਤਾਂ ਸਾਡਾ ਪਾਣੀ ਵੀ ਜਿਹੜਾ ਪ੍ਰਦੂਸ਼ਿਤ ਹੁੰਦਾ। ਸੋ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਖਾਦਾਂ ਦੀ ਸਹੀ ਵਰਤੋਂ ਕਰ ਸਕਦੇ ਹਾਂ, ਪਾਣੀ ਨੂੰ ਜਿਹੜਾ ਪ੍ਰਦੂਸ਼ਿਤ ਤੋਂ ਕਿਸ ਤਰੀਕੇ ਨਾਲ ਬਚਾ ਸਕਦੇ ਹਾਂ। ਸੋ ਮੈਂ ਰਿਕੁਐਸਟ ਕਰਾਂਗਾ ਸਾਡੇ ਸਾਇੰਟਿਸਟ ਡਾਕਟਰ ਅਰਪਨਦੀਪ ਨੂੰ ਕਿ ਕੁਛ ਟਿਪਸ ਜਿਹੜੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਆ ਉਹ ਜ਼ਰੂਰ ਇਸ ਵਿਸ਼ੇ ਤੇ ਜਿਹੜੇ ਸਾਂਝੇ ਕਰਨ। ਸੋ ਡਾਕਟਰ ਅਰਪਨ। ਹਾਂਜੀ, ਥੈਂਕ ਯੂ ਸਰ। ਸੋ ਸਾਰੇ ਕਿਸਾਨ ਵੀਰਾਂ ਨੂੰ ਤੇ ਅਫੀਸ਼ੀਅਲਸ ਦਾ ਮੈਂ ਸਵਾਗਤ ਕਰਦੀ ਹਾਂ ਇਸ ਵੈਬੀਨਾਰ ਵਿੱਚ। ਸੋ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਕਿ ਖਾਦਾਂ ਦੀ ਅਸੀਂ ਸੁਚੱਜੀ ਵਰਤੋਂ ਕਿਵੇਂ ਕਰ ਸਕਦੇ ਹਾਂ। ਸੋ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ, ਜਿਵੇਂ ਕਿ ਪਰਾਲੀ ਬਾਰੇ ਅਸੀਂ ਗੱਲ ਕਰ ਰਹੇ ਹਾਂ, ਮੈਂ ਉਹਦੇ ਰਿਲੇਟਿਡ ਕੁਝ ਟਿਪਸ ਦੱਸਣਾ ਚਾਹਾਂਗੀ ਸਾਰੇ ਕਿਸਾਨ ਵੀਰਾਂ ਨੂੰ, ਕਿਉਂਕਿ ਆਪਣੀ ਹੁਣ ਹਾੜੀ ਦੀ ਫਸਲ ਸ਼ੁਰੂ ਹੋਣ ਵਾਲੀ ਹੈ ਤਾਂ ਮੈਂ ਜ਼ਿਆਦਾਤਰ ਇੱਥੇ ਗੱਲ ਹਾੜੀ ਦੇ ਜਿਹੜੀਆਂ ਖਾਦਾਂ ਦੀ ਵਰਤੋਂ ਹੈ ਉਸ ਬਾਰੇ ਹੀ ਕਰਾਂਗੀ। ਸੋ ਸਭ ਤੋਂ ਪਹਿਲਾਂ ਕਿਸਾਨ ਵੀਰੋ, ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਖਾਦਾਂ ਦੀ ਸਹੀ ਵਰਤੋਂ ਕਰਨ ਲਈ ਜਿਹੜੇ ਕਿ ਆਪਣੀ ਮਿੱਟੀ ਦੀ ਪਰਖ ਜ਼ਰੂਰ ਕਰਵਾਈਏ। ਮਿੱਟੀ ਦੀ ਪਰਖ ਜਿਹੜੀ ਆ ਉਹ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਖੇ ਵੀ ਕਰਦੇ ਹਾਂ ਤੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਕਰਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਵੱਖ-ਵੱਖ ਬਲਾਕ ਲੈਵਲ ਤੇ ਖੇਤੀਬਾੜੀ ਦਫ਼ਤਰ ਨੇ ਉਹਨਾਂ ਵਿੱਚ ਵੀ ਕਿਸੇ ਬਲਾਕ ਵਿੱਚ ਜਿਹੜੀ ਮਿੱਟੀ ਦੀ ਪਰਖ ਹੈ ਉਹ ਵੀ ਹੁੰਦੀ ਹੈ। ਸੋ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਮਿੱਟੀ ਪਰਖ ਕਰਵਾ ਕੇ ਉਸਦੇ ਆਧਾਰ ਤੇ ਹੀ ਆਪਣੀ ਜਿਹੜੀ ਖਾਦਾਂ ਦੀ ਸਹੀ ਵਰਤੋਂ ਕਰੋ। ਜਿਹੜਾ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਸਭ ਤੋਂ ਪਹਿਲੀ ਜਿਹੜੀ ਆਪਣੀ ਮੁੱਖ ਖਾਦ ਹੈ ਉਹ ਹੈ ਯੂਰੀਆ। ਯੂਰੀਆ ਦੀ ਜੇਕਰ ਗੱਲ ਕਰੀਏ ਤਾਂ ਯੂਰੀਆ ਦੀ ਵਰਤੋਂ ਹੀ ਆਪਣੀ ਖੇਤੀ ਵਿੱਚ ਸਭ ਤੋਂ ਵੱਧ ਹੋ ਰਹੀ ਹੈ, ਜਿਸ ਵਿੱਚ ਕਿ ਆਪਣਾ ਕਣਕ ਤੇ ਝੋਨੇ ਵਿੱਚ ਸਭ ਤੋਂ ਵੱਧ ਯੂਰੀਆ ਦੀ ਵਰਤੋਂ ਹੋ ਰਹੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਯੂਰੀਆ ਦੀ ਸਹੀ ਵਰਤੋਂ ਕਰੀਏ, ਕਿਉਂਕਿ ਯੂਰੀਆ ਨਾ ਹੀ ਇੱਕ ਤਾਂ ਆਪਣਾ ਜਿਹੜਾ ਖੇਤੀ ਖਰਚਾ ਵਧਾਉਂਦਾ ਹੈ, ਉਸ ਤੋਂ ਬਾਅਦ ਜਿਹੜਾ ਯੂਰੀਆ ਉਹ ਨੀਚੇ ਥੱਲੇ ਵਾਲੇ ਪਾਣੀ ਵਿੱਚ ਮਿਲ ਕੇ ਉਸ ਨਾਲ ਉਸਨੂੰ ਦੂਸ਼ਿਤ ਵੀ ਕਰਦਾ ਹੈ। ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਨਾਲ ਆਪਣਾ ਜਿਹੜਾ ਵਾਤਾਵਰਨ ਵੀ ਬਚਾ ਸਕਦੇ ਹਾਂ। ਇਹਦੇ ਨਾਲ ਹੀ ਜੇਕਰ ਜਿੱਥੇ ਵੀ ਯੂਰੀਆ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਚਾਹੇ ਝੋਨੇ ਵਿੱਚ ਹੈ ਜਾਂ ਕਣਕ ਵਿੱਚ ਹੈ ਜਾਂ ਕਿਸੇ ਵੀ ਫਸਲ ਵਿੱਚ ਹੈ, ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਮਾਦਾ ਹੈ ਬੂਟਿਆਂ ਦਾ ਉਹ ਜ਼ਿਆਦਾ ਵੱਧ ਜਾਂਦਾ ਹੈ ਤੇ ਉਸ ਨਾਲ ਜਿਹੜਾ ਕੀੜੇ ਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ। ਸੋ ਜਿੱਥੇ ਇੱਕ ਪਾਸੇ ਤੁਹਾਡਾ ਯੂਰੀਆ ਦਾ ਖਰਚਾ ਜ਼ਿਆਦਾ ਹੋਇਆ, ਉਸ ਨਾਲ ਹੀ ਤੁਹਾਡਾ ਜਿਹੜਾ ਦਵਾਈਆਂ ਦਾ ਖਰਚਾ ਹੈ ਉਹ ਵੀ ਜ਼ਿਆਦਾ ਹੋਏਗਾ। ਤੇ ਬਹੁਤ ਜ਼ਰੂਰੀ ਹੈ ਕਿ ਯੂਰੀਆ ਦੀ ਸਹੀ ਵਰਤੋਂ ਕੀਤੀ ਜਾਏ। ਤੇ ਜਿਹੜੇ ਕਿਸਾਨ ਵੀਰ ਆਪਣੀ ਪਰਾਲੀ ਨੂੰ ਵਿੱਚ ਵਾਹ ਕੇ ਆਪਣਾ ਅੱਗੇ ਕਣਕ ਜਾਂ ਕੋਈ ਹੋਰ ਬਿਜਾਈ ਕਰਦੇ ਨੇ, ਜਿਵੇਂ ਕਿ ਡਾਕਟਰ ਰੁਪਿੰਦਰ ਨੇ ਦੱਸਿਆ ਕਿ ਉਹ ਉਸ ਟਾਈਮ ਤੇ ਜਦੋਂ ਪਰਾਲੀ ਨੂੰ ਵਿੱਚ ਵਾਹਿਆ ਤਾਂ 15 ਤੋਂ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਰੂਰ ਪਾਉਣ। ਉਸਦਾ ਫਾਇਦਾ ਇਹ ਹੋਏਗਾ ਕਿ ਇੱਕ ਤਾਂ ਜਿਹੜਾ ਤੁਹਾਡਾ ਪਰਾਲੀ ਹੈ ਉਹ ਜਲਦੀ ਗਲ ਜਾਏਗੀ, ਦੂਸਰਾ ਜਦੋਂ ਤੁਸੀਂ ਕਣਕ ਦਾ ਆਪਣਾ 20-21 ਦਿਨ ਦੀ ਕਣਕ ਹੁੰਦੀ ਹੈ ਤਾਂ ਉਸ ਵਿੱਚ ਨਾਈਟ੍ਰੋਜਨ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਉਸਦਾ ਕਾਰਨ ਇਹ ਹੁੰਦਾ ਕਿ ਜਿਹੜੀ ਯੂਰੀਆ ਅਸੀਂ ਉਹਦੇ ਲਈ ਬੂਟੇ ਲਈ ਪਾਈ ਹੁੰਦੀ ਹੈ ਉਹ ਅਸਲ ਵਿੱਚ ਪਰਾਲੀ ਗਲਣ ਦੇ ਕੰਮ ਆ ਰਹੀ ਹੁੰਦੀ ਹੈ। ਸੋ ਉਸ ਨਾਲ ਕੀ ਹੁੰਦਾ ਕਿ ਯੂਰੀਆ ਦੀ ਕਮੀ ਆ ਜਾਂਦੀ ਹੈ ਤੇ ਤੁਹਾਡਾ ਜਿਹੜਾ ਫਸਲ ਹੈ ਉੱਥੇ ਹੀ ਦੱਬ ਜਾਂਦੀ ਹੈ। ਸੋ ਉਸ ਨੂੰ ਸਹੀ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਦੋਂ ਪਰਾਲੀ ਵਿੱਚ ਵਾਓ ਤਾਂ ਆਪਣਾ 15 ਤੋਂ 20 ਕਿਲੋ ਯੂਰੀਆ ਜ਼ਰੂਰ ਪਾਓ, ਜਿਸ ਨੂੰ ਕਿ ਤੁਸੀਂ ਬਾਅਦ ਵਿੱਚ ਆਪਣਾ ਘਟਾ ਵੀ ਸਕਦੇ ਹੋ। ਇਸ ਤੇ ਮੈਂ ਇੱਕ ਚੀਜ਼ ਹੋਰ ਜ਼ਰੂਰ ਦੱਸਣਾ ਚਾਹਾਂਗੀ ਕਿ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਂ ਸਿਫਾਰਿਸ਼ ਵੀ ਆਈ ਹੈ ਕਿ ਜਿਹੜੇ ਕਿਸਾਨ ਵੀਰ 3 ਸਾਲ ਤੋਂ ਲਗਾਤਾਰ ਆਪਣੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ, ਉਹ ਆਪਣੇ ਚੌਥੇ ਸਾਲ ਵਿੱਚ 20 ਕਿਲੋ ਯੂਰੀਆ ਘਟਾ ਸਕਦੇ ਨੇ। ਸੋ ਜਿੱਥੇ ਅਸੀਂ ਪਰਾਲੀ ਦੀ ਸਾਂਭ ਸੰਭਾਲ ਨਾਲ ਵਾਤਾਵਰਨ ਨੂੰ ਬਚਾ ਰਹੇ ਹਾਂ, ਉੱਥੇ ਹੀ ਆਪਣਾ ਤੁਸੀਂ ਖੇਤੀ ਖਰਚਾ ਵੀ ਘਟਾ ਸਕਦੇ ਹੋ ਤੇ ਨਾਲ ਹੀ ਯੂਰੀਆ ਦੀ ਜਿਹੜੀ ਵਰਤੋਂ ਹੈ, ਜਿਸ ਨਾਲ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ, ਉਸ ਦੀ ਵੀ ਸਹੀ ਵਰਤੋਂ ਤੁਸੀਂ ਕਰ ਸਕਦੇ ਹੋ। ਦੂਸਰੀ ਜਿਹੜੀ ਆਪਣੀ ਜ਼ਰੂਰੀ ਖਾਦ ਹੈ ਉਹ ਹੈ ਡਾਇਆ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਹੁਤ ਦੇਰ ਤੋਂ ਇਹੀ ਸਿਫਾਰਿਸ਼ ਚੱਲ ਰਹੀ ਹੈ ਕਿ ਆਪਣੀ ਜਿਹੜੀ ਡਾਇਆ ਦੀ ਵਰਤੋਂ ਹੈ ਉਹ ਸਿਰਫ ਹਾੜੀ ਦੀਆਂ ਫਸਲਾਂ ਵਿੱਚ ਕਰੋ, ਤੇ ਜੇਕਰ ਤੁਸੀਂ ਹਾੜੀ ਦੀ ਫਸਲ ਵਿੱਚ ਉਸ ਦੀ ਵਰਤੋਂ ਕੀਤੀ ਹੈ ਤਾਂ ਸਾਉਣੀ ਦੀ ਫਸਲ ਵਿੱਚ ਉਸ ਦੀ ਵਰਤੋਂ ਦੀ ਜ਼ਰੂਰਤ ਨਹੀਂ ਹੈ। ਪਰ ਇੱਥੇ ਵੀ ਇੱਕ ਚੀਜ਼ ਮੈਂ ਜ਼ਰੂਰ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗੀ ਕਿ ਜੇਕਰ ਉਹਨਾਂ ਦੇ
ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਦੀ ਜਿਹੜੀ ਘਾਟ ਆ ਰਹੀ ਹੈ ਤਾਂ 2-3 ਸਾਲ ਉਹਨਾਂ ਨੂੰ ਲਗਾਤਾਰ ਆਪਣੇ ਖੇਤ ਵਿੱਚ ਫਾਸਫੋਰਸ ਦੀ ਯਾਨੀ ਕਿ ਡਾਇਆ ਦੀ ਵਰਤੋਂ ਵੀ ਕਰਨੀ ਪਵੇਗੀ, ਜਿਸ ਨਾਲ ਕਿ ਉਹਨਾਂ ਦੇ ਝਾੜ ਵਿੱਚ ਕੋਈ ਫਰਕ ਨਾ ਪਵੇ। ਸੋ ਇਹ ਜਿਹੜੀ ਤੁਸੀਂ ਝੋਨੇ ਦੀ ਫਸਲ ਵਿੱਚ ਡਾਇਆ ਦੀ ਵਰਤੋਂ ਕਰਨੀ ਹੈ, ਉਹ ਸਿਰਫ ਮਿੱਟੀ ਪਰਖ ਦੇ ਆਧਾਰ ਤੇ ਹੀ ਕਰੋ, ਉਂਝ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ, ਉਸ ਨਾਲ ਤੁਸੀਂ ਆਪਣਾ ਕਾਫੀ ਖਰਚਾ ਜਿਹੜਾ ਘਟਾ ਸਕਦੇ ਹੋ। ਤੀਸਰੀ ਜਿਹੜੀ ਆਪਣੀ ਲਘੂ ਤੱਤਾਂ ਵਿੱਚ ਗੱਲ ਕਰੀਏ ਤਾਂ ਮੇਨ ਜਿਹੜੀ ਆਪਣੀ ਜ਼ਰੂਰੀ ਜਿਹੜੀ ਆਪਣੇ ਛੋਟੇ ਤੱਤ ਹੈ ਉਹ ਹੈ ਮੈਂਗਨੀਜ਼, ਜਿਹਦੀ ਕਿ ਸਭ ਤੋਂ ਜ਼ਿਆਦਾ ਘਾਟ ਕਣਕ ਵਿੱਚ ਆਉਂਦੀ ਹੈ। ਸੋ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਜਿਹੜੀ ਕਣਕ ਇਸ ਦੀ ਮੈਂਗਨੀਜ਼ ਦੀ ਘਾਟ ਲਈ ਆਪਣੀ ਮਿੱਟੀ ਜ਼ਰੂਰ ਟੈਸਟ ਕਰਾਓ, ਕਿਉਂਕਿ ਜਿਹੜੀ ਮੈਂਗਨੀਜ਼ ਦੀ ਘਾਟ ਹੈ ਉਹਦੀ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਪਹਿਲਾ ਪਾਣੀ ਲਾਉਂਦੇ ਹੋ ਕਣਕ ਨੂੰ, ਤਾਂ ਜਿਹੜਾ ਮੈਂਗਨੀਜ਼ ਆ ਉਸਦੀ ਜਿਹੜੀਆਂ ਨਿਸ਼ਾਨੀਆਂ ਹੈ ਉਹ ਪਹਿਲੇ ਪਾਣੀ ਤੋਂ ਬਾਅਦ ਨਜ਼ਰ ਆਉਂਦੀਆਂ ਹੈ। ਸੋ ਪਹਿਲੇ ਪਾਣੀ ਤੋਂ ਬਾਅਦ ਨਜ਼ਰ ਆਉਣ ਕਾਰਨ ਜਦੋਂ ਅਸੀਂ ਉਸਦੀ ਰੋਕਥਾਮ ਕਰਦੇ ਹਾਂ ਤਾਂ ਉਸ ਵਿੱਚ ਥੋੜ੍ਹੀਆਂ ਮੁਸ਼ਕਲਾਂ ਆਉਂਦੀਆਂ ਤੇ ਚੰਗੀ ਤਰ੍ਹਾਂ ਉਹਦੀ ਰੋਕਥਾਮ ਨਹੀਂ ਹੋ ਪਾਉਂਦੀ। ਸੋ ਜੇਕਰ ਤੁਹਾਡੇ ਮਿੱਟੀ ਪਰਖ ਦੇ ਆਧਾਰ ਤੇ ਮੈਂਗਨੀਜ਼ ਦੀ ਘਾਟ ਆ ਰਹੀ ਹੈ ਤਾਂ ਉਸਦੀ ਸਪਰੇਅ ਪਹਿਲੇ ਪਾਣੀ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਸਪਰੇਅ ਪਹਿਲੇ ਪਾਣੀ ਤੋਂ ਪਹਿਲਾਂ ਕਰੋ ਤੇ ਉਸ ਤੋਂ ਬਾਅਦ ਹਫ਼ਤੇ ਦੇ ਵਕਫੇ ਤੇ 2 ਸਪਰੇਆਂ ਕਰੋ, ਜਿਸ ਨਾਲ ਕਿ ਤੁਹਾਡਾ ਜਿਹੜਾ ਝਾੜ ਹੈ ਉਹ ਵਧੀਆ ਆਏਗਾ ਤੇ ਤੁਹਾਡੀ ਜਿਹੜੀ ਫਸਲ ਹੈ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਸੋ ਇੱਕ ਚੀਜ਼ ਬੇਨਤੀ ਮੈਂ ਹੋਰ ਕਰਨਾ ਚਾਹਾਂਗੀ ਕਿ ਜਿਹੜੇ ਵੀ ਕਿਸਾਨ ਵੀਰ ਜੇਕਰ ਮੈਂਗਨੀਜ਼ ਦੀ ਘਾਟ ਆ ਰਹੀ ਹੈ ਤਾਂ ਉਹ ਕਦੀ ਵੀ ਕਿਸੇ ਵੀ ਦੁਕਾਨ ਵਾਲੇ ਜਾਂ ਡੀਲਰ ਦੇ ਕਹਿਣ ਉੱਤੇ ਕਦੀ ਵੀ ਆਪਣੀ ਮਿੱਟੀ ਵਿੱਚ ਇਸ ਦੀ ਵਰਤੋਂ ਨਾ ਕਰੋ। ਇਸ ਨੂੰ ਹਮੇਸ਼ਾ ਹੀ ਸਪਰੇਅ ਦੇ ਤੌਰ ਤੇ ਵਰਤੋ ਤਾਂ ਕਿ ਜਿਹੜਾ ਆਪਣਾ ਇਸ ਦਾ ਫਾਇਦਾ ਲੈ ਸਕੀਏ। ਇਸ ਦੇ ਨਾਲ ਹੀ ਇਹੀ ਚੀਜ਼ ਜਿਹੜੀ ਹੈ ਲੋਹੇ ਦੇ ਵਿੱਚ ਵੀ ਇਹੀ ਅਸੀਂ ਹਮੇਸ਼ਾ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਕਿ ਲੋਹੇ ਦੀ ਵੀ ਹਮੇਸ਼ਾ ਸਪਰੇਅ ਹੀ ਕਰਨੀ ਹੈ, ਕਦੇ ਵੀ ਉਸਨੂੰ ਮਿੱਟੀ ਵਿੱਚ ਨਹੀਂ ਪਾਉਣਾ, ਕਿਉਂਕਿ ਉਸਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਹ ਜਿਹੜੀਆਂ ਆਪਣੀ ਹਾੜੀ ਦੀ ਫਸਲ ਵਿੱਚ ਮੁੱਖ ਫਸਲ ਹੈ ਕਣਕ, ਉਸ ਦੀਆਂ ਜ਼ਰੂਰੀ ਜਿਹੜੀਆਂ ਖਾਦਾਂ ਹੈ ਉਸ ਬਾਰੇ ਥੋੜ੍ਹੀ ਜਾਣਕਾਰੀ ਸੀ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜੇ ਕਿਸੇ ਵੀ ਕਿਸਾਨ ਵੀਰ ਦਾ ਹੋਰ ਕੋਈ ਕੁਐਸਚਨ ਹੈ ਤਾਂ ਉਹ ਮੈਨੂੰ ਪੁੱਛ ਸਕਦੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਅਰਪਨ ਜੀ, ਕਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਆਪਾਂ ਖਾਦਾਂ ਦੀ ਜਿਹੜੀ ਸੁਚੱਜੀ ਵਰਤੋਂ ਜਿਹੜੀ ਕਰ ਸਕਦੇ ਹਾਂ, ਕਿਉਂਕਿ ਜੇ ਆਪਾਂ ਐਕਸੈਸ ਕਰਦੇ ਹਾਂ ਉਹਦੇ ਨਾਲ ਫਸਲ ਦਾ ਵਾਧਾ ਹੋ ਜਾਂਦਾ ਹੈ, ਆਪਾਂ ਨੂੰ ਕੀੜੇ ਬਿਮਾਰੀ ਦਾ ਹਮਲਾ ਵੀ ਜ਼ਿਆਦਾ ਹੁੰਦਾ, ਸਪਰੇਆਂ ਕਰਨੀਆਂ ਪੈਂਦੀਆਂ। ਸੋ ਜ਼ਿਆਦਾ ਜੇ ਆਪਾਂ ਲੋੜ ਅਨੁਸਾਰ ਜਾਂ ਮਿੱਟੀ ਪਰਖ ਦੇ ਆਧਾਰ 'ਤੇ ਜੇ ਆਪਾਂ ਖਾਦਾਂ ਦੀ ਵਰਤੋਂ ਕਰਦੇ ਹਾਂ, ਨਾ ਕੇਵਲ ਆਪਾਂ ਪੈਸੇ ਬਚਾ ਸਕਦੇ ਹਾਂ, ਸੋ ਸਾਡੀ ਮਿੱਟੀ ਦੀ ਜਿਹੜੀ ਸਿਹਤ ਵੀ ਉਹ ਸਾਡੀ ਜਿਹੜੀ ਹੈ ਉਹ ਠੀਕ ਰਹਿੰਦੀ ਹੈ। ਸੋ ਬਹੁਤ ਬਹੁਤ ਧੰਨਵਾਦ। ਸੋ ਹੁਣ ਇਸ ਕੜੀ ਨੂੰ ਅੱਗੇ ਆਪਾਂ ਤੋਰਦੇ ਹਾਂ, ਕਿਉਂਕਿ ਖੇਤੀ ਦੇ ਵਿੱਚ ਜਿਹੜੀਆਂ ਆਪਾਂ ਵੱਖ ਵੱਖ ਜਿਹੜੀ ਦਵਾਈਆਂ ਦੀ ਵਰਤੋਂ ਜਿਹੜੀ ਆ ਉਹ ਕਰਦੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਆ ਵੱਖ ਵੱਖ ਜਿਹੜੀਆਂ ਤਕਨੀਕਾਂ ਜਿਹੜੀਆਂ ਜਾਂ ਸਿਫਾਰਸ਼ਾਂ ਯੂਨੀਵਰਸਿਟੀ ਕੀਤੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੀ ਸਾਡੀ ਪੈਸਟੀਸਾਈਡ ਆ ਉਹਨਾਂ ਦੀ ਆਪਾਂ ਜੁਡੀਸ਼ੀਅਲ ਯੂਜ਼ ਜਿਹੜੀ ਵਰਤੋਂ ਜਿਹੜੀ ਉਹ ਕਰ ਸਕਦੇ ਹਾਂ। ਸੋ ਇਸ ਵਿਸ਼ੇ 'ਤੇ ਮੈਂ ਬੇਨਤੀ ਕਰਾਂਗਾ ਸਾਡੇ ਮਾਹਰ ਡਾਕਟਰ ਸੰਜੀਵ ਕਟਾਰੀਆ ਜੀ ਨੂੰ ਕਿ ਉਹ ਕੁਛ ਟਿਪਸ ਜਿਹੜੇ ਸਾਡੇ ਨਾਲ ਸਾਂਝੇ ਕਰਨ ਕਿਸਾਨਾਂ ਨੂੰ, ਤਾਂ ਜੋ ਕਿਸਾਨ ਜਿਹੜੇ ਆ ਉਹਨਾਂ ਦਾ ਫਾਇਦਾ ਜਿਹੜਾ ਉਹ ਲੈ ਸਕਣ। ਡਾਕਟਰ ਸੰਜੀਵ। ਥੈਂਕ ਯੂ ਸਰ। ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਵੱਖ-ਵੱਖ ਕਿਸਾਨ ਥਾਵਾਂ ਤੋਂ ਕਿਸਾਨ ਵੀਰ, ਸਾਡੇ ਸਾਇੰਸਦਾਨ ਸਾਥੀ, ਉਹਨਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਮੇਰੀ ਡਿਊਟੀ ਲਗਾਈ ਹੈ ਕਿ ਮੈਂ ਜੁਡੀਸ਼ੀਅਸ ਯੂਜ਼ ਆਫ ਪੈਸਟੀਸਾਈਡ ਤੇ ਜਿਹੜਾ ਹੈਗਾ ਉਹ ਦੱਸਣਾ ਹੈ। ਸੋ ਉਹਦੇ ਬਾਬਤ ਮੈਂ ਇਹੀ ਦੱਸਣਾ ਚਾਹੂੰਗਾ ਕਿ ਅਸੀਂ ਜੁਡੀਸ਼ੀਅਸ ਯੂਜ਼ ਜਿਹੜਾ ਪੈਸਟੀਸਾਈਡ ਦਾ ਹੈ ਉਹ ਉਦੋਂ ਹੀ ਕਰ ਸਕਾਂਗੇ ਜਦੋਂ ਤੱਕ ਸਾਨੂੰ 3-4 ਚੀਜ਼ਾਂ ਜਿਹੜੀਆਂ ਉਹ ਪਤਾ ਹੋਣ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਨੂੰ ਜਿਹੜਾ ਸਰਵੇਖਣ ਹੈ ਉਹ ਕਰਨਾ ਬਹੁਤ ਜ਼ਰੂਰੀ ਹੈ। ਜੇ ਸਰਵੇਖਣ ਕਰਾਂਗੇ ਤਾਂ ਹੀ ਉਹ ਚੀਜ਼ਾਂ ਸਾਨੂੰ ਖੇਤ ਦੇ ਵਿੱਚ ਦਿਖਾਈ ਦੇਣਗੀਆਂ ਤਾਂ ਫਿਰ ਅਸੀਂ ਉਹਨਾਂ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਰੋਕਥਾਮ ਉਹ ਕਰਾਂਗੇ। ਸੋ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਟਿਪ ਹੈ ਉਹ ਹੈਗਾ ਕਿ ਸਰਵੇਖਣ ਜਿਹੜਾ ਖੇਤ ਦਾ ਹੈਗਾ ਉਹ ਜ਼ਰੂਰ ਕਰਨਾ। ਉਸ ਤੋਂ ਬਾਅਦ ਆ ਜਾਂਦਾ ਫਿਰ ਅਸੀਂ ਜਿਹੜੀ ਦਵਾਈ ਹੈ, ਜੇ ਕੀੜਾ ਆ ਗਿਆ ਜਾਂ ਕੋਈ ਬਿਮਾਰੀ ਆ ਗਈ ਤਾਂ ਉੱਥੇ ਆ ਜਾਂਦਾ ਵੀ ਅਸੀਂ ਹੁਣ ਕਿਹੜੇ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੀ ਜਿਹੜੀ ਹੈਗੀ ਆ ਉਹਦਾ ਅਸੀਂ ਸਿਲੈਕਸ਼ਨ ਕਰੀਏ, ਮਤਲਬ ਕਿਹੜੀ ਜਿਹੜੀ ਹੈ ਸਾਨੂੰ ਦਵਾਈ ਹੈ ਉਹ ਪਾਉਣੀ ਚਾਹੀਦੀ ਹੈ। ਉਸ ਦੇ ਲਈ ਸਾਨੂੰ ਜਿਹੜਾ ਲਿਟਰੇਚਰ ਹੈਗਾ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਾਇਆ ਹੋਇਆ, ਜਿਹੜਾ ਕਿ ਹਾੜੀ ਤੇ ਸਾਉਣੀ ਦੋਨੇ ਕਿਤਾਬਾਂ ਜਿਹੜੀਆਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਦਿੱਤਾ ਹੋਇਆ ਹੈ। ਅਤੇ ਇਹ ਜਿਹੜੀਆਂ ਸਾਡੇ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਦਵਾਈਆਂ ਨੇ, ਇਹਨਾਂ ਦੇ ਉੱਤੇ ਟੈਸਟਿੰਗ ਹੁੰਦੀ ਹੈ ਪ੍ਰੋਪਰ। ਉਸ ਤੋਂ ਬਾਅਦ ਉਹਦੇ ਨਤੀਜੇ ਦੇਖੇ ਜਾਂਦੇ ਆ ਤਾਂ ਫਿਰ ਹੀ ਜਿਹੜੇ ਕਿਸਾਨਾਂ ਨੂੰ ਉਹਦੇ ਬਾਬਤ ਜਿਹੜਾ ਉਹ ਦੱਸਿਆ ਜਾਂਦਾ। ਇਸ ਤੋਂ ਬਾਅਦ ਜਿਹੜੀ ਤੀਜੀ ਗੱਲ, ਜਿਹੜਾ ਤੀਸਰਾ ਮੇਜਰ ਟਿਪ ਹੈ ਉਹ ਹੈਗਾ, ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਕਿ ਅਸੀਂ ਡੀਲਰਾਂ ਕੋਲ ਜਾਂਦੇ ਹਾਂ, ਉਹ ਕਹਿੰਦੇ ਆ ਕਿ ਹਾਂਜੀ ਜੀ ਬਈ ਅਸੀਂ ਕਹਿੰਦੇ ਹਾਂ 20 ml ਦੀ ਸਿਫਾਰਿਸ਼ ਹੈ, ਪਰ ਉਹ 50 ml ਤੱਕ ਜਿਹੜੀ ਹੈਗੀ ਆ ਉਹ ਸਾਨੂੰ ਸਿਫਾਰਿਸ਼ ਕਰ ਦਿੰਦੇ ਆ ਵੀ ਇੱਥੇ ਜਿਹੜਾ ਤੁਹਾਡਾ ਰਿਜ਼ਲਟ ਆਊਗਾ।
ਸੋ ਇੱਥੇ ਜਿਹੜੀ ਹੈਗੀ ਆ ਦੋ ਚੀਜ਼ਾਂ ਦੀ, ਇੱਕ ਤਾਂ ਸਾਡਾ ਨੁਕਸਾਨ ਹੁੰਦਾ, ਇੱਕ ਤਾਂ ਇਕਨੋਮਿਕਲੀ ਵੀ ਸਾਡਾ ਲਾਸ ਹੋ ਗਿਆ ਵੀ ਸਾਡੇ ਪੈਸੇ ਖਰਾਬ ਹੋਏ। ਦੂਜੀ ਗੱਲ ਇਹ ਹੈ ਵੀ ਜਿਹੜਾ ਕੀੜਾ ਹੈਗਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਆ ਜਾਂਦੀ ਆ, ਉਹ ਫਿਰ ਉਨੀ ਡੋਜ਼ ਨੂੰ ਜਿਹੜਾ ਹੈਗਾ ਉਹ ਰਜਿਸਟੈਂਟ ਹੋ ਜਾਂਦਾ ਹੈ ਤੇ ਅਗਲੀ ਵਾਰ ਉਨੀ ਵੀ ਦਵਾਈ ਜਿਹੜੀ ਆ ਉਹ ਕੰਮ ਨਹੀਂ ਕਰਦੀ। ਸੋ ਇੱਥੇ ਮੇਰੀ ਇਹ ਜਿਹੜੀ ਗੁਜ਼ਾਰਿਸ਼ ਹੈ ਕਿ ਜਿਹੜਾ ਤੀਸਰਾ ਟਿਪ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਹਨੂੰ ਜਿਹੜਾ ਹੈਗਾ ਉਹ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਜਿੰਨੀ ਮਿਕਦਾਰ ਜਾਂ ਜਿੰਨੀ ਮਾਤਰਾ ਜਿਹੜੀ ਹੈ ਯੂਨੀਵਰਸਿਟੀ ਨੂੰ ਸਿਫਾਰਿਸ਼ ਹੈ ਉਨੀ ਹੀ ਅਸੀਂ ਜਿਹੜੀ ਆ ਉਹ ਪਾਉਣੀ ਹੈ, ਕਿਉਂਕਿ ਇਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਜਿਹੜੀ ਆ ਪ੍ਰਤੀਰੋਧਕ क्षमता ਉਹ ਨਹੀਂ ਵਧੇਗੀ, ਕੀੜਾ ਜਿਹੜਾ ਉਹ ਜਲਦੀ ਮਰ ਜਾਏਗਾ। ਦੂਜੀ ਗੱਲ ਇਹ ਹੈ ਵੀ ਜਿਹੜਾ ਇਕਨੋਮਿਕਲ ਲਾਸ ਹੁੰਦਾ ਸਾਨੂੰ ਉਹ ਬਚ ਜਾਏਗਾ। ਚੌਥੀ ਗੱਲ ਜਿਹੜੀ ਮੇਜਰ ਹੈ ਜੁਡੀਸ਼ੀਅਸ ਯੂਜ਼ ਆਫ ਪੈਸਟੀਸਾਈਡ ਦੇ ਵਿੱਚ, ਉਹ ਹੈ ਕਿ ਸਾਡੀ ਜਿਹੜੀ ਸਪਰੇਅ ਟੈਕਨੋਲੋਜੀ ਆ, ਜਿਹੜੀ ਅਸੀਂ ਸਪਰੇਅ ਕਰਨ ਦਾ ਢੰਗ ਜਿਹਨੂੰ ਕਹਿੰਦੇ ਆ, ਉਹ ਥੋੜਾ ਜਿਹਾ ਹੁਣ ਫਾਲਟੀ ਤਰੀਕੇ ਵੱਲ ਹੋ ਗਿਆ, ਕਿਉਂਕਿ ਅਸੀਂ ਹਰ ਇੱਕ ਜਿਹੜਾ ਕਿਸਾਨ ਵੀਰ ਹੈ ਉਹ ਅੱਜ ਕੱਲ੍ਹ ਗੰਨ ਜਿਹੜੀ ਆਉਂਦੀ ਹੈ, ਜਿਹੜਾ ਗੰਨ ਵਾਲੀ ਨੋਜ਼ਲ ਹੈ ਉਹਦਾ ਇਸਤੇਮਾਲ ਕਰਦਾ। ਸੋ ਇੱਥੇ ਕਿਸਾਨਾਂ ਨੂੰ ਇਹ ਜਾਗਰੂਕ ਹੋਣ ਦੀ ਲੋੜ ਹੈ ਵੀ ਜਿਹੜੀ ਜਿੰਨੇ ਵੀ ਕੀਟਨਾਸ਼ਕ ਹੈ, ਜਿਹੜੇ ਕੀੜੇ ਮਾਰ ਦਵਾਈਆਂ ਜਾਂ ਫਿਰ ਉੱਲੀਨਾਸ਼ਕ ਹੈ, ਉਹਨਾਂ ਦੇ ਲਈ ਹੋਲੋਕੋਨ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਹੋਈ ਹੈ ਤੇ ਉਹ ਵੀ ਜਿਹੜੀ ਹੈ ਜਿਹੜੀ ਨੋਜ਼ਲ ਦਾ ਮੂੰਹ ਹੈ ਉਹ ਬਿਲਕੁਲ ਪੌਦੇ ਵੱਲ ਨੂੰ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਕੋਈ ਬਿਮਾਰੀ ਲੱਗੇਗੀ, ਉੱਲੀਆਂ ਨਾਲ ਬਿਮਾਰੀ ਲੱਗਦੀ ਉਹ ਮਿੱਟੀ ਤੋਂ ਲੱਗਦੀ ਹੈ, ਉਹ ਤਾਂ ਨੂੰ ਜਾਂਦੀ ਹੈ। ਇਸ ਲਈ ਉੱਥੇ ਤੱਕ ਟਾਰਗੇਟ ਤੱਕ ਮਤਲਬ ਜਿਹੜੀ ਬਿਮਾਰੀ ਹੈ ਉੱਥੇ ਤੱਕ ਦਵਾਈ ਪਹੁੰਚਣੀ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਜਿਹੜੇ ਕੀੜੇ ਆ ਉਹ ਵੀ ਜਿਹੜਾ ਹੈਗਾ ਉਹ ਪੌਦੇ ਦੇ ਉੱਤੇ ਹੀ ਜਿਹੜਾ ਹੈਗਾ ਉਹ ਰਹਿੰਦੇ ਆ, ਉੱਥੇ ਖਾਂਦੇ ਆ ਤੇ ਉੱਥੇ ਹੀ ਨੁਕਸਾਨ ਕਰਦੇ ਆ। ਸੋ ਇੱਥੇ ਜਿਹੜੀ ਸਾਡੀ ਸਪਰੇਅ ਟੈਕਨੋਲੋਜੀ ਆ ਉਹਨੂੰ ਵੀ ਜਿਹੜੀ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਇਹ ਚਾਰ ਮੁੱਖ ਜਿਹੜੇ ਆਪਣੇ ਕੋਲ ਟਿਪਸ ਹੈਗੇ ਆ ਵੀ ਅਸੀਂ ਇਹ ਚਾਰ ਚੀਜ਼ਾਂ ਦਾ ਪੱਕਾ ਧਿਆਨ ਰੱਖਣਾ। ਇਹ ਧਿਆਨ ਤਾਂ ਇਹ ਆਊਗਾ ਜੇ ਅਸੀਂ ਸਰਵੇਖਣ ਕਰਾਂਗੇ, ਅਸੀਂ ਕਿਤਾਬਾਂ ਪੜ੍ਹਾਂਗੇ। ਸੋ ਪੜ੍ਹਨਾ ਵੀ ਜ਼ਰੂਰ ਹੈ, ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ ਜਿਹੜੀਆਂ ਸਾਡੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਨੇ ਉਹਨਾਂ ਨੂੰ ਜ਼ਰੂਰ ਪੜ੍ਹੋ। ਤੇ ਇਸ ਤੋਂ ਇਲਾਵਾ ਮੈਂ ਹੁਣ ਜਿਹੜਾ ਮੌਸਮ ਚੱਲ ਰਿਹਾ, ਜਿਵੇਂ ਕਿ ਸਭ ਨੂੰ ਪਤਾ ਕਿ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਕਣਕ ਦਾ ਹੈ ਤੇ ਜਿਵੇਂ ਕਿ ਟੌਪਿਕ ਹੀ ਹੈ ਕਿ ਪਰਾਲੀ ਦੀ ਸਾਂਭ ਸੰਭਾਲ ਕਰਨੀ ਹੈ। ਜੇ ਅਸੀਂ ਸਾਂਭ ਸੰਭਾਲ ਕਰਦੇ ਹਾਂ ਤਾਂ ਸਾਨੂੰ ਪਿਛਲੇ 1-2 ਸਾਲਾਂ ਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਹੈ ਉਹਦਾ ਹਮਲਾ ਜਿਹੜਾ ਹੈਗਾ ਉਹ ਸਾਨੂੰ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਿਖਾਈ ਦਿੱਤਾ। ਜਲੰਧਰ ਦੇ ਵਿੱਚ ਬਹੁਤ ਘੱਟ ਸੀ। ਸੋ ਉੱਥੇ ਇਹੀ ਹੈ ਕਿ ਸਭ ਤੋਂ ਪਹਿਲਾਂ ਸਰਵੇਖਣ ਕਰੋ, ਜੇ ਉਹ ਕੀੜਾ ਆਉਂਦਾ ਵੀ ਹੈ ਤਾਂ ਉਹਦੇ ਲਈ ਜਿਹੜੀਆਂ ਹੈਗੀਆਂ ਉਹ ਦਵਾਈਆਂ, ਏਕਾਲਕਸ ਦਵਾਈ ਜਿਹੜੀ ਉਹ ਸਿਫਾਰਿਸ਼ ਕੀਤੀ ਹੋਈ ਹੈ, ਉਹਦੇ ਨਾਲ ਅਸੀਂ ਸਪਰੇਅ ਕਰਕੇ ਇਹਦੀ ਰੋਕਥਾਮ ਬੜੇ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਉਹ ਅਸੀਂ ਕਰ ਸਕਦੇ ਹਾਂ। ਸੋ ਜਿਵੇਂ ਕਿ ਡਾਕਟਰ ਰੁਪਿੰਦਰ ਨੇ ਪਹਿਲਾਂ ਗੱਲ ਕੀਤੀ ਸੀ ਕਿ ਸੀਡ ਟਰੀਟਮੈਂਟ ਜਿਹੜਾ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੀਜ ਨੂੰ ਸੋਧਣਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਇਸ ਲਈ ਸੋਧਦੇ ਆ ਤਾਂ ਜੋ ਜਿਹੜੀ ਇੱਕ ਤਾਂ ਜਰਮੀਨੇਸ਼ਨ ਪ੍ਰੋਪਰ ਹੋ ਸਕੇ ਤੇ ਬਾਕੀ ਜਿਹੜੇ ਮਿੱਟੀ ਦੇ ਵਿੱਚ ਜਿਹੜੇ ਕਿ ਮੇਰਾ ਖਿਆਲ ਕੁਝ ਸਿਗਨਲ ਦੀ ਉਹਨਾਂ ਦੀ ਪ੍ਰੋਬਲਮ ਜਿਹੜੀ ਆ ਗਈ ਆ। ਸੋ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਤੋਂ ਡਾਕਟਰ ਜਗਦੀਸ਼ ਗਰੋਵਰ ਜੀ ਵੀ ਜਿਹੜੇ ਸਾਡੇ ਨਾਲ ਜੁੜੇ ਆ, ਭਾਵੇਂ ਡਾਕਟਰ ਸਾਹਿਬ ਦੇ ਜਿਹੜੇ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ। ਸੋ ਡਾਕਟਰ ਸਾਹਿਬ ਇਹ ਅੱਜ ਦਾ ਜਿਹੜਾ ਅਸੀਂ ਵੈਬੀਨਾਰ ਸੀਗਾ ਉਹ ਜੋ ਆਪਣਾ ਮੇਲੇ ਦਾ ਥੀਮ ਸੀਗਾ ਵੀਰਾ ਛਾਲ ਨਾ ਪਰਾਲੀ ਮਿੱਟੀ ਪਾਣੀ ਦੀ ਸੰਭਾਲ ਆਪਣੇ ਪੰਜਾਬ ਦਾ ਤੂੰ ਰੱਖ ਲੈ ਧਿਆਨ, ਵੀ ਜਿਹੜੇ ਸਾਡੇ ਕੁਦਰਤੀ ਸੋਮੇ ਖਾਸ ਕਰਕੇ ਜਿਹੜੀ ਖੇਤੀ ਦੀ ਆਪਾਂ ਗੱਲ ਕਰਦੇ ਹਾਂ, ਸਾਡੇ 3 ਕੁਦਰਤੀ ਸੋਮੇ ਜਾਂ ਜੀਵਨ ਦੀ ਆਪਾਂ ਗੱਲ ਕਰਦੇ ਹਾਂ, ਮਿੱਟੀ ਪਾਣੀ ਹਵਾ, ਉਹਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਬਚਾਉਣਾ। ਸੋ ਉਹਦੇ ਨਾਲ ਸੰਬੰਧਿਤ ਜਿਹੜੇ ਸਾਡੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਡੇ ਸਾਇੰਟਿਸਟ ਸੀਗੇ, ਉਹਨਾਂ ਨੇ ਆਪਣੇ ਵੱਖ-ਵੱਖ ਵਿਸ਼ਿਆਂ 'ਤੇ ਜਿਹੜੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਆ। ਇਸ ਤੋਂ ਇਲਾਵਾ ਸਾਡੇ ਕੁਛ ਅਗਾਂਹ ਵਧੂ ਕਿਸਾਨ ਜਿਹੜੇ ਆ ਉਹਨਾਂ ਨੇ ਵੀ ਜਿਹੜੇ ਆਪਣੇ ਜੋ ਉਹਨਾਂ ਦੇ ਆਪਣੇ ਤਜਰਬੇ ਸੀਗੇ ਉਹ ਸਾਡੇ ਨਾਲ ਜਿਹੜੇ ਆ ਉਹ ਸਾਂਝੇ ਕੀਤੇ ਆ। ਸੋ ਇਸ ਤੋਂ ਪਹਿਲਾਂ ਕਿ ਇਸ ਪ੍ਰੋਗਰਾਮ ਦੀ ਸਮਾਪਤੀ, ਡਾਕਟਰ ਸਾਹਿਬ ਜੀ ਤੁਸੀਂ ਕੁਛ ਆਪਣੇ ਸਾਡੇ ਨਾਲ ਸਾਡੇ ਕਿਸਾਨਾਂ ਨਾਲ ਸਾਡੇ ਸਟਾਫ ਨਾਲ ਕੋਈ ਵਿਚਾਰ ਸਾਂਝੇ ਕਰੋ ਤੇ ਬਹੁਤ ਅੱਛਾ ਹੋਗਾ। ਡਾਕਟਰ ਸਾਹਿਬ, ਡਾਕਟਰ ਜਗਦੀਸ਼ ਗਰੋਵਰ। हेलो। ਹਾਂਜੀ ਹਾਂ ਡਾਕਟਰ ਸਾਹਿਬ। हाँ ऑडिबल। ਹਾਂ ਯੈਸ। हाँ मैं सारे पार्टिसिपेंट ਨੂੰ ਅੱਜ ਦੇ ਟੌਪਿਕ ਤੇ ਇਹੀ ਦੱਸਣਾ ਚਾਹੁੰਦਾ ਕਿ ਮੈਂ ਬਹੁਤ ਖੁਸ਼ ਹਾਂ। ਬਹੁਤ ਲੋਕ ਕਰਦੇ हैं ਕਿ नहीं जी अजੇ ਤਾਂ ਬਹੁਤ ਲੋਕ ਪਰਾਲੀ ਨੂੰ ਬਹੁਤ ਸਾਲ ਪਹਿਲੇ ਮਤਲਬ ਕਹਿ ਲਓ ਕਿ 2006 ਤੋਂ ਅਸੀਂ ਕੰਮ ਕਰ ਰਹੇ ਸੀਗੇ ਤੇ ਰਿਸਪੌਂਸ ਬਿਲਕੁਲ ਜ਼ੀਰੋ ਕਹਿ ਲਓ 10% 5%, ਪਰ ਜਿਹੜਾ ਹੁਣ ਅਸੀਂ 50-60
50% ਤੱਕ ਆਇਆ। ਮੈਂ ਇਹ 'ਚ ਸੋਚਣਾ ਕਿ ਫਾਰਮਰ ਸਾਡੇ ਬਹੁਤ ਅਵੇਅਰ ਹੋ ਗਏ ਆ, ਔਰ ਫਾਰਮਰਸ ਨੂੰ ਪਤਾ ਲੱਗ ਗਿਆ ਕਿ ਸਾਡੀ ਜ਼ਮੀਨ ਦੀ ਜਿਹੜੀ ਸਿਹਤ ਵਾਸਤੇ ਵੀ ਪਰਾਲੀ ਸਾਡੇ ਕੋਲ ਬਹੁਤ ਅੱਛੀ ਹੈ। ਮੈਂ ਤਾਂ ਕਈ ਇਹੋ ਜਿਹੇ ਫਾਇਦੇ ਦੱਸਣਾ ਵੀ ਜਦੋਂ ਅਸੀਂ ਪਰਾਲੀ ਦੇ ਵਿੱਚ ਅਸੀਂ ਬਿਜਾਈ ਕਰ ਦਿੰਦੇ ਹਾਂ ਤਾਂ ਜਿਹੜੇ ਅਵਾਰਾ ਪਸ਼ੂਆਂ ਦੀ ਪ੍ਰੋਬਲਮ ਹੈ ਉਹ ਵੀ ਸਾਡੀ ਆਪਣੇ ਆਪ ਸੋਲਵ ਹੋ ਜਾਂਦੀ, ਕਿਉਂਕਿ ਅਵਾਰਾ ਪਸ਼ੂਆਂ ਨੂੰ ਮਹੀਨਾ 1.5 ਮਹੀਨੇ ਤੱਕ ਕਣਕ ਸਾਡੀ ਦਿਖਦੀ ਵੀ ਨਹੀਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਆ, ਕਿਉਂਕਿ ਪਸ਼ੂ ਵੀ ਜਿੱਥੇ ਜ਼ਿਆਦਾ ਹਰਿਆਵਲ ਹੁੰਦੀ ਹੈ ਉਹ ਸਵੇਰੇ ਦਿਨੇ ਆਪਣੇ ਪਿਕਚਰ ਮੂਵੀ ਬਣਾਈ ਰੱਖਦੇ ਆ, ਰਾਤ ਨੂੰ ਅਟੈਕ ਕਰਦੇ ਆ। ਤਾਂ ਮਤਲਬ ਜਦੋਂ ਪਰਾਲੀ ਦੇ ਵਿੱਚ ਉੱਗੀ ਕਣਕ ਹੈ ਤਾਂ ਉਹਨਾਂ ਦੇ ਨੱਕ ਦੇ ਵਿੱਚ ਲੱਗਦੀ ਹੈ, ਉਹ ਵੀ ਮਤਲਬ ਜਿਹੜੇ ਹੈ ਜਾਨਵਰ ਉਹਨੂੰ ਪ੍ਰੈਫਰ ਨਹੀਂ ਕਰਦਾ। ਇਹਦਾ ਮਤਲਬ ਹੈਪੀ ਸੀਡਰ ਨਾਲ ਜੇ ਕਣਕ ਬੀਜੀ ਹੋਈ ਹੈ ਤਾਂ ਸਾਡੀ ਉਹ ਜਿਹੜੀ ਹੈ ਪਸ਼ੂਆਂ ਤੋਂ ਵੀ ਬਚਾਅ ਵਾਸਤੇ ਸਾਡੇ ਕੋਲ ਇੱਕ ਐਕਸਟਰਾ ਪੁਆਇੰਟ ਹੈ। ਬਾਕੀ ਮੈਂ ਬੜੇ ਸਾਲ ਤੋਂ ਦੇਖ ਰਿਹਾ ਸੀ ਸਾਡੇ ਇੱਧਰ ਇਸ ਇਲਾਕਿਆਂ 'ਚ ਤਾਂ ਜ਼ਮੀਨਾਂ ਤੇ ਚਿੱਟਾ ਛੋਰੇ ਦੀ ਬਹੁਤ ਪ੍ਰੋਬਲਮ ਸੀ। ਉਹ ਆਟੋਮੈਟਿਕਲੀ ਜਦੋਂ ਅਸੀਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਪਾਇਆ ਤਾਂ ਸਾਨੂੰ ਜਿਹੜਾ ਵੀ ਉਹ ਸਾਡੀ ਜ਼ਮੀਨਾਂ ਦੇ ਸੁਧਾਰ ਹੋ ਚੁੱਕੇ 3-4 ਸਾਲ ਤੋਂ। ਤੇ ਮਤਲਬ ਹੁਣ ਮੈਨੂੰ ਲੱਗਦਾ ਵੀ ਉਹ ਚਿੱਟਾ ਛੋਰਾ ਜਦ ਮੈਂ ਦੇਖ ਹੀ ਨਹੀਂ ਰਿਹਾ ਕਿਤੇ, ਮਤਲਬ ਇਟ ਮੀਨ ਸਾਡੀ ਜ਼ਮੀਨਾਂ ਬਹੁਤ ਸੁਧਾਰ ਹੋ ਗਈਆਂ। ਤੇ ਆਪਾਂ ਜਿਹੜੀ ਆਪਣੀ ਅੱਛੀ ਜ਼ਮੀਨ ਹੈ ਉਹਦੀ ਹੋਰ ਵੀ ਕੁਆਲਿਟੀ ਵਧਾਉਣ ਵਾਸਤੇ ਵੀ ਸਾਨੂੰ, ਕਿਉਂਕਿ ਸਾਡੇ ਕੋਲ ਹੁਣ ਕੋਈ ਇਹੋ ਜਿਹਾ ਚਾਰਾ ਤਾਂ ਹੈ ਨਹੀਂ ਕਿ ਵੀ ਅਸੀਂ ਕਹੀਏ ਵੀ ਸਾਡੇ ਕੋਲ ਪਸ਼ੂ ਹੈਗੇ, ਪਸ਼ੂਆਂ ਦਾ ਕੰਮ ਵੀ ਬਹੁਤ ਘੱਟ ਗਿਆ, ਸਾਡੇ ਕੋਲ ਆਰਗੈਨਿਕ ਮਟੀਰੀਅਲ ਹੋਰ ਕੋਈ ਹੈ ਹੀ ਨਹੀਂ, ਤਾਂ ਅਸੀਂ ਪਰਾਲੀ ਨੂੰ ਵਿੱਚ ਕਰਦੇ ਕਰੀਏ। ਐਟਲੀਸਟ ਮੈਂ ਇਹ ਕਹਿੰਦਾ ਹੁੰਦਾ ਕਿ 1 ਸਾਲ ਬਾਅਦ ਤੁਹਾਨੂੰ ਤੁਹਾਡੀ ਜ਼ਮੀਨ ਨੂੰ ਖਾਦ ਮਿਲ ਜੂ। ਪਹਿਲੇ ਸਾਲ ਤਾਂ ਨਹੀਂ ਮੈਂ ਗਰੰਟੀ ਲੈਂਦਾ ਵੀ ਜਿਹੜੀ ਪਰਾਲੀ ਆਪਾਂ ਵਾਹੀ ਹੈ ਵੀ ਉਹ ਕਣਕ ਨੂੰ ਲੱਗ ਜੂਗੀ, ਨਹੀਂ, ਕਿਉਂਕਿ ਉਹ ਪਰਾਲੀ ਗਲਨ ਕਰਨ 'ਚ 6 ਮਹੀਨੇ ਲੈ ਜੂਗੀ। ਅਗਲੀ ਫਸਲ ਤੁਹਾਡੀ ਬਹੁਤ ਵਧੀਆ ਹੋਊਗੀ ਤੇ 2 ਸਾਲਾਂ ਬਾਅਦ ਸਾਨੂੰ ਇਹ ਸੋਚਣਾ ਹੀ ਪਊਗਾ ਕਿ ਸਾਨੂੰ ਵੀ ਯੂਰੀਆ ਘਟਾਉਣੀ ਪੈਣੀ ਵੀ ਸਾਡੀ ਫਸਲ ਦਿਖਣ ਲੱਗ ਗਈ ਜ਼ਿਆਦਾ ਫਰਟਾਈਲ ਸੋਇਲ, ਅੱਛੀ ਸੋਇਲ ਹੋਣ ਕਰਕੇ। ਮੈਂ ਬਹੁਤਾ ਟਾਈਮ ਨਹੀਂ ਲੈਣਾ ਚਾਹੁੰਦਾ ਸੀ। ਮੈਂ ਇੱਕ ਵਾਰੀ ਫਿਰ ਡਾਕਟਰ ਕੁਲਦੀਪ ਸਿੰਘ ਐਂਡ ਟੀਮ ਦਾ ਜਿਹੜੇ ਇੱਥੋਂ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲਦੇ ਆ, ਧੰਨਵਾਦ ਕਰਨਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ। ਐਂਡ ਮੈਂ ਸਾਰੇ ਪਾਰਟਿਸਪੈਂਟ ਤੇ ਇਹੀ ਆਸ ਕਰਨਾ ਕਿ ਇੱਕ ਵਾਰੀ ਆਪਾਂ ਅੱਗੇ ਆ ਕੇ ਇੱਕ ਵਾਰੀ ਆਪਾਂ ਹਾਂ ਪੱਕੀ ਸੋਚ ਨਾਲ ਚੱਲੀਏ। ਮੈਂ ਗਰੰਟੀ ਨਾਲ ਕਹਿ ਸਕਦਾ ਵੀ ਸਾਨੂੰ ਫਾਇਦਾ ਹੈ, ਨੁਕਸਾਨ ਨਹੀਂ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਵਿੱਚ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆਪਾਂ ਕੰਮ ਕੀਤਾ, ਸੋ ਕਿਸਾਨਾਂ ਨੇ ਬਹੁਤ ਸਾਡਾ ਜਿਹੜਾ ਸਾਥ ਦਿੱਤਾ, ਸਾਡੀਆਂ ਚਲੋ ਸਿਫਾਰਿਸ਼ਾਂ ਨੂੰ ਮੰਨਿਆ ਵੀ ਹੈ। ਕਾਫੀ ਹੱਦ ਤੱਕ ਜਿਹੜੀ ਪ੍ਰੋਬਲਮ ਜਿਹੜੀ ਆ ਉਹ ਸਾਲ ਜਿਹੜੀ ਹੋਈ ਹੈ। ਸੋ ਬਹੁਤ ਬਹੁਤ ਡਾਕਟਰ ਸਾਹਿਬ ਤੁਹਾਡਾ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪਾਂ ਜੀ ਪ੍ਰੋਗਰਾਮ ਦੀ ਸਮਾਪਤੀ ਕਰੀਏ, ਸੋ ਜੇ ਕਿਸੇ ਕਿਸਾਨ ਵੀਰ ਦਾ ਕਿਸੇ ਦੇ ਵੀ ਸਾਡੇ ਜੋ ਸਾਡੇ ਨਾਲ ਜੁੜੇ ਆ ਕਿਸੇ ਦਾ ਕੋਈ ਸਵਾਲ ਹੈ ਉਹ ਆਪਣਾ ਅਨਮਿਊਟ ਆਪਣੇ ਆਪ ਨੂੰ ਕਰਕੇ ਆਪਣਾ ਜਿਹੜਾ ਪੁੱਛ ਸਕਦਾ। ਕੋਈ ਸੁਝਾਅ ਕੋਈ ਸੁਝਾਅ ਦੇ ਸਕਦਾ, ਕੋਈ ਆਪਣਾ ਕਿਸੇ ਦਾ ਕੋਈ ਕੁਐਸਚਨ ਆ ਉਹ ਸਾਡੇ ਮਾਹਰ ਸਾਡੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੂੰ ਪੁੱਛ ਸਕਦਾ। ਸੋ ਜੇ ਨਹੀਂ ਤਾਂ ਮੈਂ ਅਖੀਰ ਦੇ ਵਿੱਚ ਧੰਨਵਾਦੀ ਹਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ, ਸਾਡੇ ਜਿੰਨੇ ਵੀ ਮਾਹਰ ਜਿਨ੍ਹਾਂ ਨੇ ਇਸ ਵੈਬੀਨਾਰ ਦੇ ਵਿੱਚ ਜਿਹੜੇ ਆ ਆਪਣੇ ਵੱਖ ਵੱਖ ਵਿਸ਼ਿਆਂ 'ਤੇ ਸਾਡੇ ਜਿਹੜੇ ਆ ਵਿਚਾਰ ਜਿਹੜੇ ਆ ਉਹ ਸਾਡੇ ਸਾਰਿਆਂ ਨਾਲ ਸਾਂਝੇ ਕੀਤੇ ਆ। ਸੋ ਮੈਂ ਸਮਝਦਾ ਵੀ ਇਹ ਜ਼ਰੂਰ ਕਿ ਜਿਹੜੇ ਕਿਸਾਨਾਂ ਨੂੰ ਜਿਹੜੀ ਹੈ ਉਹਨਾਂ ਵਾਸਤੇ ਲਾਹੇਵੰਦ ਹੋਣ। ਮੈਂ ਧੰਨਵਾਦੀ ਹਾਂ ਸਾਡੇ ਗਾਂਵ ਵਧੂ ਕਿਸਾਨ ਬਾਜਵਾ ਸਾਹਿਬ, ਭੰਗੂ ਸਾਹਿਬ, ਡਾਕਟਰ ਗਰੋਵਰ ਸਾਡੇ ਨਾਲ ਜੁੜੇ ਆ। ਸੋ ਇਹਨਾਂ ਦਾ ਜਿਨ੍ਹਾਂ ਨੇ ਟਾਈਮ ਕੱਢਿਆ ਆਪਣੇ ਵਿਚਾਰ ਸਾਡੇ ਨਾਲ ਜਿਹੜੇ ਸਾਂਝੇ ਕੀਤੇ ਆ। ਮੈਂ ਧੰਨਵਾਦੀ ਜਿੰਨੇ ਵੀ ਸਾਡੇ ਇਸ ਵੈਬੀਨਾਰ ਦੇ ਵਿੱਚ ਜਿਹੜੇ ਆ ਹੋਰ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਾਰਮ ਸਲਾਹਕਾਰ ਕੇਂਦਰ ਦੇ ਸਾਇੰਸਦਾਨ ਡਾਕਟਰ ਗੁਲਾਟੀ ਉਹ ਵੀ ਆਪਣੇ ਜੁੜੇ ਸੀਗੇ। ਈਵਨ ਸੰਗਰੂਰ ਤੋਂ ਵੀ ਮੈਂ ਦੇਖ ਰਿਹਾ ਸੀ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਜੋ ਵੀ ਐਕਸਪਰਟ ਜਿਹੜੇ ਆ ਉਹ ਸਾਡੇ ਜਿਹੜੇ ਇਸ ਪ੍ਰੋਗਰਾਮ 'ਚ ਜੁੜੇ ਸੀ, ਕਿਉਂਕਿ ਇਹ ਜ਼ਿਆਦਾ ਇਸ ਪ੍ਰੋਗਰਾਮ ਨੂੰ ਮੈਂ ਜ਼ਿਆਦਾ ਇਹਨੂੰ ਅਸੀਂ ਲਿੰਕ ਜਿਹੜੇ ਭੇਜੇ ਨਹੀਂ, ਕਿਉਂਕਿ ਹਰ ਇਹ ਜਿਹੜਾ ਅੱਜ ਦਾ ਦਿਨ ਸੀਗਾ ਹਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਆਪੋ ਆਪਣੇ ਜਿਹੜੇ ਆ ਉਹ ਪ੍ਰੋਗਰਾਮ ਇਹਨਾਂ 'ਚ ਕਰਨੇ ਸੀਗੇ, ਕਿਉਂਕਿ ਬਿਜ਼ੀ ਹੋਣ ਕਰਕੇ ਅਸੀਂ ਇਹਨੂੰ ਲਿਮਟ ਇੱਥੇ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਤੱਕ ਹੀ ਜ਼ਿਆਦਾ ਜਿਹੜਾ ਉਹ ਰੱਖਿਆ, ਜ਼ਿਆਦਾ ਇਹਨੂੰ ਅਸੀਂ ਆਪਣਾ ਨਹੀਂ ਅੱਗੇ ਕੀਤਾ। ਸੋ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੁੱਚੀ ਟੀਮ ਸਾਡੀ ਜਿਹੜੀ ਆ ਉਹਦੇ ਵੱਲੋਂ ਜਿਹੜੇ ਵੀ ਅੱਜ ਦੇ ਸੈਮੀਨਾਰ ਵਿੱਚ ਸ਼ਾਮਲ ਹੋਏ ਆ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਸ ਕਰਦਾ ਕਿ ਅੱਗੇ ਤੋਂ ਵੀ ਜਦੋਂ ਇਹੋ ਜਿਹੇ ਪ੍ਰੋਗਰਾਮ ਰੱਖਾਂਗੇ ਉਹਦੇ 'ਚ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਸਾਡੇ ਨਾਲ ਜ਼ਰੂਰ ਜਿਹੜੇ ਆ ਉਹ ਸ਼ਾਮਲ ਹੋਣਗੇ। ਅਤੇ ਮੈਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ।